ਟਿਵਾਣਾ ਰੇਡੀਓ ਦੇ ਸਤਿਕਾਰਤ ਸਰੋਤਿਆਂ ਦਾ 13 ਅਗਸਤ ਦਿਨ ਸ਼ੁੱਕਰਵਾਰ ਸ਼ਾਮ ਦੀ ਸਭਾ ਦੇ ਪ੍ਰੋਗਰਾਮ ਦੇ ਦੂਜੇ ਭਾਗ ਦੇ ਵਿੱਚ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਪਟਿਆਲਾ ਸਟੂਡੀਓ ਤੋਂ ਸਵਾਗਤ ਹੈ। ਇਸ ਦੇ ਵਿੱਚ ਰਾਜਨੀਤਿਕ ਚਰਚਾ ਦੇ ਵਾਸਤੇ ਐਡਵੋਕੇਟ ਸੁਰਿੰਦਰ ਸਿੰਘ ਆਪਣੇ ਨਾਲ ਜੁੜੇ ਨੇ। ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਰਾਜਨੀਤਿਕ ਮਸਲੇ, ਸੱਭਿਆਚਾਰਕ ਮਸਲੇ, ਮਸਾਇਲ ਤੇ ਚਰਚਾ ਆਪਾਂ ਕਰਾਂਗੇ। ਸਾਡੇ ਇਸ ਪ੍ਰੋਗਰਾਮ ਨੂੰ ਤੁਸੀਂ ਸਾਡੀ ਵੈਬਸਾਈਟ tiwanaradio.com ਦੇ ਜ਼ਰੀਏ ਸੁਣ ਸਕਦੇ ਹੋ। ਉੱਥੇ ਤੁਹਾਨੂੰ ਸਾਡੇ ਵੱਖ-ਵੱਖ ਐਡਰੈਸ ਜਿਹੜੇ ਨੇ ਮਿਲਣਗੇ। ਪ੍ਰੋਗਰਾਮ ਦੇ ਵਿੱਚ ਕਾਲ ਕਰਨੀ ਹੈ ਤਾਂ 98-763-056 ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ। ਰਾਜਨੀਤਿਕ ਚਰਚਾ ਦੇ ਵਾਸਤੇ ਐਡਵੋਕੇਟ ਸੁਰਿੰਦਰ ਬਾਈ ਜੀ ਜੁੜ ਚੁੱਕੇ ਨੇ। ਸੁਰਿੰਦਰ ਬਾਈ ਜੀ ਸਤਿ ਸ਼੍ਰੀ ਅਕਾਲ, ਸਵਾਗਤ ਆਪ ਜੀ ਦਾ। ਬਾਗਾਂ ਤੇ ਰਾਗਾਂ ਦੇ ਸ਼ਹਿਰ ਦੇ ਦੂਜੇ ਕੋਨੇ 'ਚ ਤੁਸੀਂ ਬੈਠੇ ਹੋ, ਇੱਧਰਲੇ ਕੋਨੇ 'ਚ ਆਪਾਂ ਬੈਠੇ ਹਾਂ। ਮੁਲਾਕਾਤ ਫਿਰ ਵੀ ਬੜੀ ਦੇਰ ਬਾਅਦ ਹੁੰਦੀ ਹੈ, ਫੋਨ ਤੇ ਰੋਜ਼ ਹੋ ਜਾਂਦੀ ਹੈ। ਜੀ ਸੁਰਿੰਦਰ ਸਤਿ ਸ਼੍ਰੀ ਅਕਾਲ। ਮਿਹਰਬਾਨੀ ਬਾਈ ਜੀ, ਬਹੁਤ ਬਹੁਤ ਧੰਨਵਾਦ। ਸੁਰਿੰਦਰ ਬਾਈ ਜੀ ਥੋੜਾ ਜਿਹਾ ਗੱਲਬਾਤ ਹੋ ਰਹੀ ਸੀ ਪ੍ਰਵਾਸ ਤੇ ਅੰਦੋਲਨ ਦੇ ਬਾਰੇ। ਆਪਣੇ ਬੈਚਮੇਟ ਹੀ ਨੇ ਸੁਖਦੇਵ ਸਿੰਘ ਵਿਰਕ, ਰਿਟਾਇਰਡ SP, ਇਕੱਠੇ ਸੈਰ-ਸੂਰ ਕਰਦੇ ਹਾਂ। ਅੱਜ ਕੁਦਰਤੀ ਸਾਂਝ ਬਣ ਗਈ ਗੱਲਬਾਤ ਦੀ। ਇਸ ਦੌਰਾਨ ਜਿਹੜੀਆਂ ਪ੍ਰਵਾਸ ਦੀ ਪੀੜ ਤੁਸੀਂ ਵੇਖ ਰਹੇ ਹੋ, ਜਿਵੇਂ ਹੁਣ ਤੁਸੀਂ ਉਹ ਦੋ ਸੋਹਣੇ ਬੱਚੇ ਆ ਪਰਿਵਾਰ 'ਚ ਇਕੱਠੇ, ਹਾਸਾ ਠੱਠਾ ਹੈ, ਪਰ ਬਹੁਤ ਸਾਰੇ ਬੱਚੇ ਭੋਰਾ ਉਮਰਾਂ ਨੇ, ਵਿਦੇਸ਼ਾਂ ਨੂੰ ਜਾਣ ਨੂੰ ਮਜਬੂਰ ਨੇ, ਪਿੱਛੇ ਬਜ਼ੁਰਗ ਇਕਲਾਪੇ ਦਾ ਸ਼ਿਕਾਰ ਨੇ। ਆਉਣ ਵਾਲਾ ਪੰਜਾਬ ਕੀ ਵੇਖਦੇ ਹੋ ਸੁਰਿੰਦਰ ਤੁਸੀਂ, ਜਿਸ ਤਰ੍ਹਾਂ ਇਹ ਪ੍ਰਵਾਸ ਹੋਈ ਜਾ ਰਿਹਾ, ਘਰਾਂ ਦੇ ਘਰ ਖਾਲੀ ਹੋ ਰਹੇ ਨੇ, ਪਿੰਡਾਂ 'ਚ ਵੀ ਤੇ ਸ਼ਹਿਰਾਂ 'ਚ ਵੀ, ਤੇ ਜ਼ਮੀਨਾਂ ਕਾਰਪੋਰੇਟ ਖਾਲੀ ਕਰਾਈ ਜਾਂਦਾ। ਕੀ ਸਥਿਤੀ ਵੇਖਦੇ ਹੋ ਪੰਜਾਬ ਸਿੱਖੀ ਦੀ ਹੋਮਲੈਂਡ ਦੀ? ਜੀ ਪਹਿਲਾਂ ਤਾਂ ਭਰਾ ਨੂੰ ਸਤਿ ਸ੍ਰੀ ਅਕਾਲ, ਜਿਹੜਾ ਲੰਬੇ ਸਮੇਂ ਬਾਅਦ ਅੱਜ ਆਵਾਜ਼ ਸੁਣੀ ਆ, ਜਿਹੜੇ ਮੁਸੀਬਤ ਵੇਲੇ ਕੰਮ ਆਏ ਹੋਣ। ਠੀਕ ਹੈ ਨਾ, ਯੂਨੀਵਰਸਿਟੀ ਵਾਲਾ ਮਿੱਤਰ ਜੇ ਕਿਤੇ ਕੰਮ ਆਇਆ ਹੋਵੇ ਤੇ ਭਾਵੇਂ ਲੰਬੇ ਸਮੇਂ ਬਾਅਦ ਯਾਦ ਕਰੀਏ ਤੇ ਠੀਕ ਆ। ਮੈਂ ਇੱਕ ਦਿਨ ਔਜਲਾ ਸਾਹਿਬ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਵੀ ਮੈਨੂੰ ਪਤਾ ਲੱਗਾ ਵੀ ਰਿਟਾਇਰ ਹੋ ਗਏ। ਕਹਿੰਦਾ ਨਹੀਂ ਯਾਰ ਰਿਟਾਇਰ ਨਹੀਂ ਹੋਏ ਹੋਣਗੇ। ਮੈਂ ਕਿਹਾ ਰਿਟਾਇਰ ਹੋ ਗਏ, ਮੈਨੂੰ ਪਤਾ ਲੱਗਿਆ, ਪਰ ਮੇਰੀ ਗੱਲ ਕਦੀ ਨਹੀਂ ਹੋਈ ਆ। ਚਲੋ ਅੱਜ ਆਵਾਜ਼ ਸੁਣ ਲਈ ਤੇ ਟਿਵਾਣਾ ਰੇਡੀਓ ਤੇ ਸੁਣ ਲਈ, ਤੇ ਇਸ ਕਰਕੇ ਭਰਾ ਨੂੰ ਸਤਿ ਸ੍ਰੀ ਅਕਾਲ। ਠੀਕ ਹੈ ਨਾ, ਪਤਾ ਉਹਨਾਂ ਤੱਕ ਸੁਣਦੇ ਹੋਣੇ, ਸੈਰ ਕਰੀ ਜਾਂਦੇ এনवायरमेंट ਪਾਰਕ 'ਚ। ਹਾਂ ਹੁਣ ਪਰਮਿੰਦਰ ਗੱਲ ਦੇਖੋ, ਪਤਾ ਗੱਲ ਕੀ ਆ, ਪ੍ਰਵਾਸ ਦੀ ਜ਼ਰੂਰਤ ਕਿਉਂ ਪਈ, ਹਾਲਾਤ ਕਿੱਥੇ ਕੋ ਖੜੇ ਨੇ। ਤੁਸੀਂ ਪੋਸਟਾਂ ਨਿਕਲ ਰਹੀਆਂ ਨੇ, ਠੀਕ ਹੈ ਨਾ, ਉਸ ਪੋਸਟ ਲਈ ਅਪਲਾਈ ਕਿਸ ਤਰ੍ਹਾਂ ਹੋ ਰਿਹਾ, ਠੀਕ ਹੈ ਨਾ। ਅਸੀਂ ਦਰਦ ਤਾਂ ਬਾਅਦ 'ਚ ਹੀ ਲਿਆਵਾਂਗੇ, ਪਹਿਲਾਂ ਗੱਲ ਤੇ ਇਹ ਹੈ ਕਿ ਉਹਦੀ ਹਾਲਾਤ ਕਿਉਂ, ਪ੍ਰਵਾਸ ਦੀ ਜ਼ਰੂਰਤ ਕਿਉਂ ਪੈ ਰਹੀ ਆ, ਠੀਕ ਹੈ ਨਾ। ਪੋਸਟ ਕਿੰਨੀ ਆ? 1100 1150 ਪੋਸਟ ਆ, ਤੇ ਅਪਲਾਈ ਕਰਨ ਵਾਲਾ ਜਿਹੜਾ ਉਹ ਜਦੋਂ 2.5 ਲੱਖ ਦੇ ਆਸ-ਪਾਸ ਜਾਂਦਾ ਜਾਂ 2,34,000 ਹੁੰਦਾ ਤੇ ਫਿਰ ਕੀ ਸਮਝਦੇ ਹੋ? ਠੀਕ ਹੈ, ਇਸ ਤੋਂ ਥੱਲੇ ਆ ਜਾਓ। ਕਾਂਸਟੇਬਲ ਦੇ ਲਈ ਮੈਨੂੰ ਲੱਗਦਾ ਕਿ 10-12 ਲੱਖ ਤੋਂ ਟੱਪ ਗਿਆ। ਕਿੰਨੀ ਕੋ ਪੋਸਟ ਆ? ਮੈਨੂੰ ਨਹੀਂ ਲੱਗਦਾ ਕਿ ਉਹਦੇ 'ਚ 2700-2800 ਪੋਸਟ ਹੋਏਗੀ, 3000 ਹੋਏਗੀ, 4000 ਹੋ ਜੂ, 5000 ਹੋ ਜੂ। ਤੁਸੀਂ 10,000 ਨੂੰ ਭਰਤੀ ਕਰ ਲਓਗੇ, ਕਿਤੇ ਲੱਖ ਨੂੰ ਥੋੜੀ ਕਰ ਲਓਗੇ। ਲੱਖ ਵੀ ਕਰ ਲਓਗੇ ਤੇ ਬਾਕੀ ਦੇ ਨੂੰ ਕਿੱਥੇ ਲੈ ਕੇ ਜਾਓਗੇ? ਠੀਕ ਹੈ ਨਾ। ਹੁਣ ਸਮੱਸਿਆ ਤੇ ਇਹ ਹੈ ਕਿ ਤੁਹਾਡੇ ਕੋਲ ਰੁਜ਼ਗਾਰ ਦੇ ਲਈ ਜਗ੍ਹਾ ਹੀ ਨਹੀਂ ਹੈ, ਤੇ ਫਿਰ ਮਜਬੂਰੀ ਆ, ਮਜਬੂਰੀ 'ਚ ਪ੍ਰਵਾਸ ਤਾਂ ਹੋਊਗਾ। ਜਾਊਗਾ ਤੇ ਕਿੱਥੇ ਜਾਊਗਾ? ਇੱਥੇ ਰੋਟੀ ਰੋਜੀ ਜੋਗਾ ਬੰਦਾ ਨਹੀਂ ਆ। ਠੀਕ ਆ, ਦੁੱਖ ਨੇ, ਦਰਦ ਨੇ, ਘਰ ਤੇ ਪਰਿਵਾਰ ਦਾ ਮੈਂਬਰ ਦੂਰ ਹੁੰਦਾ, ਉਹ ਦੁੱਖ ਦਰਦ ਤਾਂ ਹੈਗਾ, ਇਹਦੇ 'ਚ ਕੋਈ ਦੋ ਰਾਇ ਨਹੀਂ। ਠੀਕ ਹੈ, ਅੱਜ ਦੀ ਹਾਲਾਤ ਜਿਹੜੀ ਬਣੀ ਹੋਈ ਆ, ਹਰ ਇੱਕ ਜੌਬ ਜਿਹੜੀ ਆ ਬੰਦੇ ਤੋਂ ਇੰਨੀ ਕੋ ਦੂਰ ਹੋ ਗਈ ਆ। ਦੂਸਰੀ ਗੱਲ, ਖਾਸ ਕਰ ਜੱਟਾਂ 'ਚ ਕੀ ਸੀਗਾ ਕਿ ਡਿਵੀਜ਼ਨ ਜਿਹੜੀ ਸੀਗੀ ਉਹ ਅੱਗੇ ਦੀ ਅੱਗੇ ਜ਼ਮੀਨ ਦੀ ਹੁੰਦੀ ਤੁਰੀ ਗਈ। ਜਦੋਂ ਡਿਵੀਜ਼ਨ ਹੋ ਗਈ, ਉਹਦੇ ਨਾਲ ਅੱਗੇ ਦੀ ਅੱਗੇ ਤੁਹਾਡੇ ਕੋਲ ਜਿਹੜੀ ਇਨਕਮ ਸੀ ਉਹ ਘਟ ਗਈ। ਜਦੋਂ ਇਨਕਮ ਘਟ ਗਈ, ਆਪਣੇ ਆਪ ਭੁੱਖਮਰੀ ਪੈਣੀ ਆ, ਹੋਰ ਕੀ ਹੋਏਗਾ। ਹੁਣ ਜਾਓਗੇ ਤੇ ਕਿੱਥੇ ਜਾਓਗੇ? ਜਿਹੜੀ ਤੁਹਾਡੇ ਕੋਲ ਜੱਦੀ ਜਾਇਦਾਦ ਆ ਉਹਦੇ 'ਚ ਤੁਹਾਡਾ ਗੁਜ਼ਾਰਾ ਨਹੀਂ ਹੈ। ਜੇ ਉਹਦੇ 'ਚ ਗੁਜ਼ਾਰਾ ਨਹੀਂ ਹੈ ਤੇ ਫਿਰ ਕਿੱਥੇ ਜਾਣਾ? ਕਿਸੇ ਮੁਸੀਬਤ 'ਚ ਪੈ ਜਾਓ, ਅੱਧੀ ਰਾਤ ਤੁਹਾਨੂੰ ਕੋਈ ਸਮੱਸਿਆ ਖੜੀ ਹੋ ਜਾਏ, ਨਾ ਤੁਹਾਨੂੰ ਆਂਢੀ ਤੋਂ ਮਿਲੇ, ਨਾ ਗੁਆਂਢੀ ਤੋਂ ਮਿਲਣ, ਤੇ ਨਾ ਕੋਈ ਹੋਰ ਦੇਵੇ, ਤੇ ਨਾ ਤੁਹਾਡੇ ਅਕਾਊਂਟ 'ਚ ਕੱਖ ਹੋਵੇ, ਕਿੱਥੇ ਜਾਓਗੇ? ਜਿੱਥੇ ਜਾਓਗੇ ਸਰਕਾਰੀ ਹਸਪੀਟਲ ਤੁਹਾਨੂੰ ਜਿਹੜਾ ਉਹ ਝੱਲਣ ਲਈ ਤਿਆਰ ਨਹੀਂ। ਪ੍ਰਾਈਵੇਟ 'ਚ ਜਾਓਗੇ ਤੇ ਤੁਹਾਡੇ ਕੱਪੜੇ ਲਾ ਲੈਣਗੇ, ਸਾਰਾ ਕੁਝ। ਫਿਰ ਕਿੱਥੇ ਜਾਓਗੇ? ਫਿਰ ਪ੍ਰਵਾਸ ਤਾਂ ਮਜਬੂਰੀ ਹੈ ਨਾ। ਇਸੇ ਕਰਕੇ ਮਜਬੂਰੀ 'ਚ ਸਭ ਕੁਝ ਹੋ ਰਿਹਾ, ਤੇ ਮਜਬੂਰੀ ਬਸ ਹਰ ਬੰਦਾ ਜਿਹੜਾ ਉਹ ਭੱਜਿਆ ਜਾ ਰਿਹਾ। ਇਹਦੇ ਬਾਅਦ ਆ ਗਈ ਗੱਲ ਕਿ ਦੇਖੋ ਜੀ ਦੂਰੀ ਵੱਧ ਗਈ। ਹੁਣ ਦੂਰੀ ਜਿੱਥੋਂ ਤੱਕ ਵਧਣ ਦਾ ਕਾਰਨ ਕੀ ਆ? ਦੂਰੀ ਹਮੇਸ਼ਾ
हमेशा दूरी ही हुंदी आ। एक लड़की आ वो आपदे पेके परिवार च जो सहुरे घर च आ जांदी दूरी तो ओहदी भी हुंदी आ, भावें घर तो 2 किलोमीटर ही दूर क्यों ना होवे। ਉਹਨੇ ਸਾਰੀ ਉਮਰ ਕੱਟਣੀ ਹੁੰਦੀ, ਉਹਨੂੰ ਪਤਾ ਵੀ ਹੁੰਦਾ ਮੇਰਾ ਘਰ ਇਹ ਆ, ਪਰ ਉਹਦਾ ਲਗਾਅ ਹੁੰਦਾ ਕਿਉਂਕਿ ਜੰਮੀ ਪਲੀ ਉੱਥੇ। ਕਿਸੇ ਨੇ 25 ਸਾਲ ਕੱਟੇ, ਕਿਸੇ ਨੇ 28, ਕਿਸੇ ਨੇ 30 ਸਾਲ ਵੀ ਕੱਟੇ, ਲੇਕਿਨ ਉਹਨੂੰ ਘਰ ਬਦਲਣਾ ਪਿਆ ਨਾ। ਠੀਕ ਹੈ, ਉਹ ਸਾਡੇ ਰੀਤੀ ਰਿਵਾਜ ਨੇ, ਉਹਨਾਂ ਦੇ ਮੁਤਾਬਕ ਉਹਨੂੰ ਘਰ ਬਦਲਣਾ ਪਿਆ, ਪਰ ਘਰ ਤੋਂ ਦੂਰੀ ਤਾਂ ਉਹਦੀ ਵੀ ਵਧੀ ਹੈ ਨਾ। ਇਹੀ ਕੁਛ ਆ, ਘਰ ਤੋਂ ਬਾਹਰ ਸਟੇਟ ਦੇ ਅੰਦਰ ਲੈ ਲਓ, ਪੂਰੇ ਕੰਟਰੀ 'ਚ ਲੈ ਲਓ, ਜੌਬ ਕਰਨ ਜਾਂਦਾ ਕੋਈ ਵੀ ਪਰਿਵਾਰ ਦਾ ਇੱਕ ਮੈਂਬਰ ਜਾਂਦਾ, ਪਰਿਵਾਰ ਨਾਲੋਂ ਦੂਰੀ ਤਾਂ ਉਹਦੀ ਵੀ ਆ। ਸਰਹੱਦ ਦੇ ਉੱਪਰ ਆ, ਜੇ ਉੱਥੇ ਫੌਜੀ ਜਿਹੜੇ ਨੇ ਉਹ ਸਰਹੱਦ ਤੇ ਖੜੇ ਆ, ਭਾਵੇਂ ਉਹ ਆਰਮੀ ਚੋਂ ਆ, ਭਾਵੇਂ ਉਹ BSF ਚੋਂ ਆ, ਤੇ ਚਾਹੇ ਬਾਕੀ ਦੀਆਂ ਜਿਹੜੀਆਂ ਸੈਂਟਰਲ ਫੋਰਸਾਂ ਨੇ ਉਹਨਾਂ ਚੋਂ ਨੇ, ਪਰ ਖੜੇ ਤੇ ਇੱਕ ਹੈ ਤਾਂ ਘਰ ਤੋਂ ਦੂਰ ਨੇ ਨਾ। ਇਸ ਤੋਂ ਅੱਗੇ ਆ ਜੇ ਉਹਨਾਂ ਦਾ ਪਰਿਵਾਰ ਵੀ ਆ, ਪਰਿਵਾਰ ਜਿੱਥੇ ਉਹਨਾਂ ਦਾ ਹੈੱਡਕੁਆਟਰ ਆ, ਜਿੱਥੇ ਉਹਨਾਂ ਦੀ ਯੂਨਿਟ ਆ, ਪਰਿਵਾਰ ਉੱਥੇ ਆ, ਲੇਕਿਨ ਉਹ ਬਾਰਡਰ ਤੇ ਨੇ। ਸਮੱਸਿਆ ਤਾਂ ਉੱਥੇ ਵੀ ਆ। ਇਸ ਤੋਂ ਅੱਗੇ ਵੱਧ ਕੇ ਜਿਹਨੂੰ ਦੇਸ਼ ਦੇ ਅੰਦਰ ਕੁਝ ਨਹੀਂ ਮਿਲਿਆ, ਉਹਨੂੰ ਵਿਦੇਸ਼ 'ਚ ਜਿਹੜਾ ਉਹ ਪ੍ਰਵਾਸ ਤਾਂ ਹੋਇਆ ਹੀ ਹੋਇਆ ਨਾ। ਤੇ ਪ੍ਰਵਾਸ ਤਾਂ ਹੈ ਹੀ ਪ੍ਰਵਾਸ ਆ, ਤੇ ਉਹ ਦੁੱਖ ਵੀ ਜਰਨਾ ਪੈਣਾ, ਸਭ ਕੁਝ ਜਰਨਾ ਪੈਣਾ। ਹੁਣ ਜੇ ਇੱਥੇ ਸਾਰਾ ਕੁਝ ਮਿਲੇ ਤੇ ਜਾਣ ਦੀ ਜ਼ਰੂਰਤ ਹੀ ਨਾ ਪਵੇ। ਹੁਣ ਕੋਈ ਜੇ ਆਪਾਂ ਕਹੀਏ ਸ਼ੌਂਕ ਲਈ ਭੱਜਿਆ ਫਿਰਦਾ, ਸ਼ੌਂਕ ਲਈ ਨਹੀਂ। ਹਾਂ ਇੰਨਾ ਕੁ ਜ਼ਰੂਰ ਆ, ਜਿਹੜੀ ਔਜਲਾ ਸਾਹਿਬ ਨੇ ਗੱਲ ਕਹੀ ਸੀ ਕਿ ਜਿਹੜੇ ਬਾਹਰ ਤੋਂ ਆਉਂਦੇ ਆ ਉਹਨਾਂ ਦੀ ਚਮਕ ਦਮਕ ਦੇਖ ਕੇ ਬਹੁਤੇ ਜਿਹੜੇ ਆ ਉਹ ਅੱਡੀਆਂ ਨੂੰ ਥੁੱਕ ਲਾ ਲੈਂਦੇ ਆ। ਉਸ ਗੱਲ ਨਾਲ ਮੈਂ ਸਹਿਮਤ ਹਾਂ। ਇੱਕ ਟ੍ਰੈਂਡ ਵੀ ਹੈ, ਇੱਕ ਤੁਸੀਂ ਵੇਖੋਗੇ ਜਿਹੜੇ ਬੱਚਿਆਂ ਦੇ ਇੱਥੇ ਕਾਰੋਬਾਰ ਨੇ, ਸੈੱਟ ਨੇ, ਉਹ ਵੀ ਕਿਉਂਕਿ ਇੱਕ ਲਾਈਫ ਸਟਾਈਲ ਦਾ ਟ੍ਰੈਂਡ ਵੀ ਹੋ ਗਿਆ। ਇੱਕ ਤੇ ਚਲੋ ਮੰਨਿਆ ਮਜਬੂਰ ਵੀ ਨੇ। ਹੁਣ ਬਹੁਤ ਸਾਰੀ IAS ਲੌਬੀ, PCS ਲੌਬੀ, ਜਿਹੜੇ ਨੇ IPS ਲੌਬੀ ਦੇ ਬੱਚੇ, ਲੀਡਰਾਂ ਦੇ ਬੱਚੇ, ਜਿਸ ਤਰ੍ਹਾਂ ਰੁਪਈਏ ਦੀ ਕੀਮਤ ਡਿੱਗ ਰਹੀ ਹੈ, ਦੇਸ਼ ਦੇ ਵਿੱਚ ਹਾਲਾਤ ਅਫਰਾ ਤਫਰੀ ਵਾਲੇ ਬਣ ਰਹੇ ਨੇ, ਉਹ ਵੀ ਇੱਕ ਕਾਰਨ ਹੈ। ਕਰੋਨਾ ਦੇ ਬਾਵਜੂਦ ਵੀ ਪਿਛਲੇ ਸਾਲ ਤਾਂ 7,000 ਤੋਂ ਵੱਧ ਅਮੀਰ 19 ਚ ਮਾਈਗ੍ਰੇਟ ਹੋਇਆ ਸੀ। 2020 ਦੇ ਵਿੱਚ 5,000 ਅਮੀਰ ਜਿਨ੍ਹਾਂ ਨੇ ਇਨਵੈਸਟਮੈਂਟ ਪੈਸੇ ਦਾ ਆਧਾਰ ਤੇ ਸਿਟੀਜ਼ਨਸ਼ਿਪ ਲਈ ਹੈ, 5,000 ਅਮੀਰ ਵੀ ਮਾਈਗ੍ਰੇਟ ਹੋ ਗਿਆ। ਸੋ ਵੱਡੇ ਵੱਡੇ ਜਿਹੜੇ ਇੰਡਸਟਰੀਅਲਿਸਟ ਨੇ ਉਹ ਵੀ ਮਾਈਗ੍ਰੇਟ ਹੋ ਰਹੇ ਨੇ। ਇੱਕ ਪ੍ਰਵਾਸ ਬਹੁਤ ਹੋ ਰਿਹਾ। ਇਹ ਠੀਕ ਹੈ, ਮਜਬੂਰੀ ਵੀ ਹੈ ਤੇ ਕਿਤੇ ਨਾ ਕਿਤੇ ਇਹ ਕਾਰਨ ਟ੍ਰੈਂਡਿੰਗ ਵੀ ਹੈ ਜੀ। ਨਹੀਂ ਟ੍ਰੈਂਡਿੰਗ ਤਾਂ ਹੈ। ਟ੍ਰੈਂਡਿੰਗ ਦੀ ਮੈਂ ਦੱਸ ਦਿੰਦਾ, ਆਪਣੇ ਨਾਲ ਹੀ ਪੜ੍ਹਦੇ IPS ਬੈਠੇ ਨੇ। ਮੈਂ ਜਦੋਂ ਉਹਨਾਂ ਦੀ ਸਾਰਿਆਂ ਨੂੰ, ਇੱਕ ਤਾਂ DGP ਬਣਿਆ ਬੈਠਾ, ਇੱਕ ਡਿਊਟੀ ਦਾ ਹੈ ਤਾਂ ਉਹ ਡਿਊਟੀ ਆ, ਪਰ ਉਹ DGP ਲੱਗ ਗਿਆ ਉੱਥੇ ਜਾ ਕੇ, ਆਪਣੇ ਨਾਲ ਬਹੁਤ ਛੋਟਾ। ਠੀਕ ਹੈ, ਉਹ ਆਇਆ ਵੀ ਸਭ ਤੋਂ ਲਾਸਟ ਬੈਚ 'ਚ IPS ਸੀਗਾ, ਪਰ ਜਿਹੜੇ ਪ੍ਰਮੋਟ ਹੋ ਕੇ IPS 'ਚ ਗਏ ਉਹਨਾਂ ਦੇ ਵੀ ਬੱਚੇ, ਉਹ ਭਾਵੇਂ IG ਰੈਂਕ ਤੱਕ ਬੈਠੇ, ਉਹਨਾਂ ਨੇ ਜਦੋਂ SSP ਨਹੀਂ ਸੀ ਆਏ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਬੱਚੇ ਬਾਹਰ ਤੋਰ ਦਿੱਤੇ ਸੀਗੇ। ਬੱਚੇ ਤਾਂ ਉਹਨਾਂ ਦੇ ਵੀ ਗਏ ਆ ਨਾ, ਉਹਨਾਂ ਨੂੰ ਕੋਈ ਘਾਟਾ ਥੋੜੀ ਸੀਗਾ ਨਾ। ਇੱਥੇ ਪ੍ਰਾਪਰਟੀ ਦੇ ਵੱਲੋਂ ਕੋਈ ਪ੍ਰੋਬਲਮ ਸੀ ਨਾ, ਉਹਨਾਂ ਨੂੰ ਵੈਸੇ ਹੀ ਮਤਲਬ ਜੇ ਕਹਿ ਦਈਏ ਪੈਸੇ ਦੀ ਕੋਈ ਕਮੀ ਸੀ, ਉਹ ਤਾਂ ਕਿਤੇ ਕਮੀ ਨਹੀਂ ਸੀ, ਪਰ ਬੱਚੇ ਤਾਂ ਉਹਨਾਂ ਨੇ ਵੀ ਤੋੜ ਦਿੱਤੇ। ਹੁਣ ਜੇ ਬੰਦਾ ਸੈਟਲ ਵੀ ਆ, ਬੱਚੇ ਉਹਦੇ ਵੀ ਗਏ ਨੇ। ਹੁਣ ਸਮੱਸਿਆ ਉਸ ਵਿਅਕਤੀ ਲਈ ਸਭ ਤੋਂ ਜ਼ਿਆਦਾ ਆ ਜਿਹਦੇ ਵਿਚਾਰੇ, ਜਿਹੜਾ ਵਿਚਾਰਾ ਰੋਟੀ ਰੋਜੀ ਤੋਂ ਦੁਖੀ ਆ। ਠੀਕ ਹੈ ਨਾ, ਉਹ ਬੰਦੇ ਲਈ ਬਹੁਤ ਵੱਡੀ ਸਮੱਸਿਆ ਜਿਹੜੀ ਉਹ ਖੜੀ ਹੋਈ ਆ। ਰਹਿ ਗਈ ਪਰਿਵਾਰਾਂ ਦੀ ਦੂਰੀ ਜਿਹੜੀ ਆ, ਇਹਦੇ 'ਚ ਕੋਈ ਦੋ ਰਾਇਆ ਨਹੀਂ। ਜਿਹੜਾ ਮਾਂ ਬਾਪ ਜਿਹੜਾ ਇੱਥੇ ਬੈਠਾ ਉਹ 60-70 ਤੱਕ ਤਾਂ ਔਖਾ ਸੌਖਾ ਕੱਟ ਜੂ, ਉਹਦੇ ਬਾਅਦ ਵਾਲੇ ਦਿਨ ਜਿਹੜੇ ਉਹਦੇ ਲਈ ਔਖੇ ਨੇ। ਇਸ ਗੱਲ ਨਾਲ ਮੈਂ ਸਹਿਮਤ ਹਾਂ। ਪਰ ਹੁਣ ਗੱਲ ਤੇ ਆ ਕਿ ਜਿਹਦੀ ਰੋਟੀ ਰੋਜੀ ਇੱਥੇ ਨਹੀਂ ਚੱਲਦੀ, ਮਜਬੂਰੀ ਵਸ, ਭਾਵੇਂ ਉਹ ਕਿਤੇ ਲੇਬਰ ਲਈ ਗਿਆ, ਚਾਹੇ ਉਹ ਸਟੱਡੀ ਬੇਸ ਤੇ ਨਿਕਲਿਆ, ਚਾਹੇ ਉਹ ਮੈਰਿਜ ਬੇਸ ਤੇ ਗਿਆ, ਚਾਹੇ ਉਹ ਕਿਤੇ ਜਿਹੜਾ ਵਾ ਉਹਦੇ ਲਈ ਵਰਕ ਪਰਮਿਟ ਤੇ ਗਿਆ, ਉਹ ਬੰਦਾ ਨਿਕਲਿਆ। ਠੀਕ ਹੈ, ਜਿਹੜੇ ਮਰਜ਼ੀ ਕੰਟਰੀ ਨਿਕਲਿਆ, ਮੁਸੀਬਤ ਤਾਂ ਹੈ ਆ। ਆਪਾਂ ਇਹ ਵੀ ਦੇਖਦੇ, ਕਹਿਣ ਨੂੰ ਜੋ ਮਰਜ਼ੀ ਕਹਿ ਲਓ, ਉੱਥੇ ਸਮੱਸਿਆ। ਜਿਹੜੇ ਨਵੇਂ ਗਏ ਉਹਨਾਂ ਦੀ ਵੀ ਸਮੱਸਿਆ, ਪੁਰਾਣਿਆਂ ਦੀਆਂ ਵੀ ਬਹੁਤ ਸਮੱਸਿਆਵਾਂ ਨੇ। ਬਹੁਤ ਏਜ ਦਾ ਫਰਕ ਆ। ਕਿਤੇ ਘਰ ਵਾਲਾ ਜਿਹੜਾ ਉਹ ਘਰ ਵਾਲੀ ਨਾਲੋਂ 15 ਸਾਲ ਵੱਡਾ, ਕਿਤੇ ਘਰ ਵਾਲੀ 15 ਸਾਲ ਉਹਦੇ ਤੋਂ ਵੱਡੀ ਆ, ਪਰ ਮਜਬੂਰੀਆਂ ਨੇ, ਹੋਰ ਉਹਨਾਂ ਕੋਲ ਕੋਈ ਅਲਟਰਨੇਟਿਵ ਨਹੀਂ ਸੀਗਾ। ਠੀਕ ਹੈ ਨਾ, ਇਸ ਕਰਕੇ ਮਜਬੂਰੀਆਂ ਜਿਹੜੀਆਂ ਉਹ ਵੀ ਬਹੁਤ ਜ਼ਿਆਦੀਆਂ ਨੇ, ਘੱਟ ਨਹੀਂ ਹੈ। ਠੀਕ ਆ, ਜਿਹੜੇ ਰੱਜੇ ਪੁੱਜੇ ਗਏ, ਐ ਤਾਂ ਕਈ 100-100 ਏਕੜ ਦੇ ਮਾਲਕ ਨੇ, ਉਹਨਾਂ ਦੀ ਵੀ ਅਗਲੀ ਪੀੜ੍ਹੀ ਨਹੀਂ ਮੰਨੀ, ਉਹ ਨਿਕਲ ਗਈ। ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਬਾਹਰ ਜਾਣਾ, ਅਸੀਂ ਨਹੀਂ ਇੱਥੇ ਰਹਿਣਾ। ਨਿਕਲੇ ਨੇ ਉਹ ਸਾਰੇ, ਕਿਉਂਕਿ ਉਹਨਾਂ ਨੂੰ ਵੀ ਦੇਖਦਾ ਕਿ ਇੱਥੋਂ ਦੇ ਧੱਕੇ ਢੇੜਿਆਂ ਤੋਂ ਕੀ ਲੈਣਾ। ਜੋ ਸਭ ਤੋਂ ਵੱਡਾ ਸਿਸਟਮ ਜਿਹੜਾ ਨਾ, ਸਿਸਟਮ ਨੇ ਪੱਠਾ ਬਿਠਾਇਆ ਇਸ ਕੰਟਰੀ ਦਾ। ਸਿਸਟਮ ਦਾ ਸੁਧਾਰ ਨਹੀਂ ਹੋ ਰਿਹਾ। ਜੇ ਕਿਤੇ ਸਿਸਟਮ ਦਾ ਸੁਧਾਰ ਹੋ ਜਾਏ, ਆਪੇ ਸਾਰਾ ਕੁਝ ਸੁਧਰ ਜਾਵੇ। ਹੁਣ ਤੁਸੀਂ
ਅੱਜ ਕੋਈ पूरे पंजाब की पूरे इंडिया 'ਚ हत्थ खड़ा करके ये कह देवे कि मैनू बगैर पैसे तो जॉब मिल जाएगी सरकारी, दसो जी मिलती है तो। इस करके समस्यावां तो खड़ रही ने ना, और बंदा वो फोन नहीं कर सकता जिन्ना कुछ लगता, जो नहीं लगता अगला कहता कि चल छड्डो यार, पैसे चक इन्ने को दिओ, एजेंट नूं फड़ो सज्जे खब्बे, जे सिरे नहीं लाऊगा राह च किते जहाज तार दू, जिते तार दू उत्थे ही उतर जाएंगे। ये हालात बनी हुई है। इस करके प्रवास तां प्रवास आ, प्रवास दे नाल यह है कि तुसी परिवार नालों टुटदे हो, पर टुटण दे बावजूद भी बंदे दीयां जिहड़ियां मजबूरियां ने उहनूं भी असीं काउंट कर लईए कि बंदे दीयां बहुत सारियां मजबूरियां ने कि वो इस करके परिवार नाल टुटिया कि उहनूं अपनी रोजी रोटी दे लाले पए होए सी तां करके गया। हाँ ठीक आ, बहुत सारे अराइस जिहड़े गए ने उहनां दा अपना हिसाब किताब आ। बहुत सारे मैं इत्थे देखे जिहड़े प्रॉपर्टी सेल करदे ने, प्रॉपर्टी सेल करदे हो कहंदे जी असीं एक्चुअल रेट ते रजिस्ट्री कराउणी, भावें पैसे साडे तो रजिस्ट्री दे लवा लो, क्योंकि असीं एक नंबर 'च जिहड़ा पैसा ओह विदेश भेजना। ये भी हालात चल रही है इत्थे। इस करके किते ना किते आ कि प्रवास प्रवास आ, परिवारां दी दूरी आ, मैं उहदे नाल सहमत आ, पर उहदे विच मजबूरी भी आ, मजबूरी तो इनकार जिहड़ा वो नहीं किया जा सकता। जी बिल्कुल दुरुस्त फरमाया तुसी। सो ये बहुत बड़ी पीड़ है जिहड़ी ये पीढ़ी नूं झੱਲਣੀ पैनी है, खास करके इहदी कीमत बजुर्गी नूं अदा करनी पैनी है। पहलां तो तुसी वेखो कि गड्डियां तो जहाज़ां तक लिआंदे ते जहाज़ां ते भेज के हत्थीं तोरे पुत्तरां नूं फिर बहुत औखा है बूहे आके जदों खोलदे आ उड़ीकदे आ। सिकंदर औजला कदे कदे पीड़ लिखदा हुंदा है, बहुत मुश्किल है, दोए धिरां तड़फदियां ने। ते सुरेंद्र वीर किसानां ने भी 15 अगस्त नूं किसान मजदूर आज़ादी संग्राम मनाउण दा ऐलान कर दिता, पर कहंदे असीं ऐलानीआ कह लए आ कि दिल्ली 'च दाखल नहीं होवांगे, डरो ना, पर असीं हर सदर मुकाम ते हर पिंड पद्धर ते किसान मजदूर आज़ादी संग्राम दिवस मनावांगे। जानी सरकार दे बराबर हिक ते दीवा पिंडां 'च बालणगे, वोटरां 'च बालणगे। तुसीं कहंदे जनपद ते रौला पाओ, असी जन जन ते जाके रौला पावांगे भी असी आज़ाद हाँ, जे आज़ाद हाँ तो किन्ने क आज़ाद हैं। मेरे ख्याल जिथे वोटर इन्हां रंक नूं राजे बनाउंदा है, उसे रंक ते जाके पहरेदारी करनी शुरू कर दिती है सुचेत किसानां ने। किस तरह रहेगा ये ऐलान कि असी हालिया जोर दे के कहने आ कि असी दिल्ली च दाखल नहीं होवांगे, है ना जी? देखो ਆਪਾਂ मेरे ख्याल ਆਪਾਂ दोनों सीगे जिन्ने भी चैनलां ते ਆਪਾਂ दोनों जने इकट्ठे रहे अपनी जून तो पिछले साल तो लैके हुण वाला ਇਹ वाला ਜਿਹੜਾ ਸਾਡਾ अगस्त आ गया। ਆਪਾਂ दोनों ਇੱਕ ਗੱਲ ਨੂੰ ਲੈ ਕੇ ਚੱਲਦੇ ਸੀ, ਜਿਹੜੀਆਂ ਗੱਲਾਂ ਨੂੰ ਆਪਾਂ ਲੈ ਕੇ ਚੱਲੇ ਸੀ ਉਹਨਾਂ ਗੱਲਾਂ ਦੇ ਉੱਤੇ ਖਰੇ ਵੀ ਉਤਰੇ, ਔਰ ਜੋ ਆਪਾਂ ਕਿਹਾ ਸੀ ਕਿੱਥੇ ਕਿੱਥੇ ਆ ਕੇ ਡੈਂਟ ਪਏਗਾ ਉਹ ਸਾਰਾ ਕੁਝ ਪਿਆ। ਠੀਕ ਹੈ, ਕਿਉਂਕਿ ਆਪਾਂ ਪਿਛਲੀਆਂ ਮੂਵਮੈਂਟਾਂ ਤੋਂ ਬਹੁਤ ਕੁਝ ਸਿੱਖਿਆ ਹੋਇਆ ਸੀ, ਆਪਾਂ ਹੰਡਾਈਆਂ ਵੀ ਸੀ ਤੇ ਆਪਾਂ ਅੱਖੀਂ ਦੇਖੀਆਂ ਵੀ ਹੋਈਆਂ ਸੀ ਕਿ ਕਿੱਦਾਂ ਕਿੱਦਾਂ ਡੈਂਟ ਪੈਂਦੇ, ਸਰਕਾਰਾਂ ਕੀ ਕਰਦੀਆਂ, ਏਜੰਸੀਆਂ ਕੀ ਕੁਝ ਕਰਦੀਆਂ, ਭਾਵੇਂ ਸਟੇਟ ਦੀਆਂ ਹੋਣ ਭਾਵੇਂ ਕੇਂਦਰ ਦੀਆਂ ਹੋਣ, ਉਹ ਕੀ ਕੁਝ ਕਰਦੀਆਂ। ਆਪਾਂ ਸ਼ੁਰੂ 'ਚ ਹਰ ਗੱਲ ਨੂੰ ਜਿਹੜੀ ਸੀ ਉਹ ਸਮੇਂ ਤੋਂ ਪਹਿਲਾਂ ਜਿਹੜਾ ਸੀਗਾ ਉਹ ਚੌਕਸ ਕਰਦੇ ਸੀ ਕਿ ਹੁਣ ਇਹ ਕੁਝ ਹੋਣ ਜਾ ਰਿਹਾ, ਔਰ ਉਹੀ ਕੁਝ ਹੋਇਆ। ਉਹਦੇ ਨਾਲ ਆਪਾਂ ਨੂੰ ਕੀ ਹੋਇਆ ਕਿ ਆਪਾਂ ਨੂੰ ਅਲੱਗ-ਅਲੱਗ ਚੈਨਲਾਂ ਤੋਂ ਫਿਰ ਬਲੌਕ ਕਰਨਾ ਸ਼ੁਰੂ ਕਰ ਦਿੱਤਾ। ਚਲੋ ਠੀਕ ਆ, ਸਰਕਾਰਾਂ ਦੇ ਆਪਣੇ ਕੰਮ ਹੁੰਦੇ ਆ, ਉਹਨਾਂ ਨੇ ਹੱਥ ਕੰਢੇ ਅਪਣਾਉਣੇ ਹੁੰਦੇ ਆ, ਆਪਾਂ ਉਹਨੂੰ सिर मत्थे कबूल किया, पर आपां जो कहा आपां उहनूं सच कहा, आपां उहदे तों पिछे नहीं हटे। आपां नूं पता सी इहदी कीमत चुकाउणी पैणी, आपां कीमत चुकाई, पर आपां झुके नहीं। सानूं पता सी क्योंकि किसानी अंदोलन आ ते जे किसानी अंदोलन लई अज नहीं बोलांगे ते कदों बोलांगे। ठीक है, सानूं इह सी कि जिद्दण किसान विकणगे ते उदण फिर सब तो पहलां कटहरे 'च खड़े करन वाले भी उहनां नूं असीं होवांगे। पर कुल मिला के इह है कि देखो किसान अंदोलन सी, कोई कल मतलब अज असीं किसान अंदोलन की गल करदे, पिछे भी जो झाती मारो हमेशा वो अंदोलन जिहड़ा कामयाब होया, जिहड़ा पीसफुल चलिया, जिन्हें सरकार नूं नत्थ पा लिया। ठीक है ना, हुण पंजाब दी साडी सियासत नूं असीं हमेशा गल करदे, मैं कल्ले पंजाब दी नहीं पूरे भारत दी। देखो भारत दी सियासत जिहड़ी भूतरे होए साहन वर्गी आ, ते भूतरे होए साहन नूं हर बंदा हत्थ नहीं पा सकदा हुंदा। इह किसानी अंदोलन सी जिन्हें उन्हां नूं हत्थ पा लिया, नहीं तो किते भूतरे साहब दे सिंगां नूं हत्थ पा लो, चक चक के मारदा, पता नहीं लगता कि तुहाडा कुछ बचना भी है कि नहीं बचना। ये वो भूतरे होए साहनां वर्गी सियासत सी पूरे इंडिया दी, जिन्हों जाके किसानां ने हत्थ पा लिया। हत्थ इहो जिहे तरीके नाल पाया, लत्तां भी नूर दियां ते पूछ भी जिहड़ी सीगी वो लत्तां थल्ले दी कढ के
ते लंबा पा लिया ना, हुण सिर हिलाउण दिंदे आ, फंकारे जरूर मारी जांदा पर हिलण नहीं दे रहे। ठीक है, हुण रही गल 26 वाले अंदोलन तो बाद जिहड़ा घटना वापरी सी 26 जनवरी, उहदे तो एक काम जिहड़ा सीगा ओह कंन कर लए सीगे किसान आगूआं ने, उन्होंने बहुत कुछ सीख लिया सी। बड़े हत्थ कंडे अपनाए गए, संसद दे विच चलो जी, संसद दे उत्ते कब्जा करो जी, उत्ते गद्दे विछा के सोवांगे, बड़ा कुछ होया पर उन्होंने सुनिया नहीं। 200 व्यक्ति ने नत्थ पा दित्ती पार्लीमेंट दे विच, जिहड़ा पौने 800 मैंबर पार्लीमेंट सी, उहनूं पौने 800 जिहड़ा सी ओह झुक गया, उन्हां नूं भज्जण नूं थां नहीं लभी। हुण जे ओह सदर मकामां दे उत्ते 15 अगस्त मनाउंदे आ ते किसी नूं इतराज थोड़ी हो सकदा। हुण की कहूगी भारत सरकार, कहूगी कि इन्हां ने तिरंगा क्यों चलाया। जे ओह जिथे जिथे धरनिਆਂ ਦੇ ਉੱਤੇ बैठे ने, चाहे टोल प्लाजियां ते बैठे आ, चाहे वह सिंघू बॉर्डर बैठे आ, चाहे वह गाजीपुर बॉर्डर ते बैठे आ, चाहे पलवल वाला, चाहे शाहजहानपुर वाला बैठा, ते चाहे वह टीकरी बॉर्डर आ, जे उत्ते झंडे चढ़ाउंदे ते की गुनाह, कोई गुनाह थोड़ी आ। उन्होंने यह भी कहता असीं दिल्ली च एंटर नहीं होवांगे, पर लाल किले नूं किदां घेरिया होया पता नहीं, जिस तरह अफगानिस्तान वाले तालिबान ने आके अटैक कर देना हुंदा। गल ते आ हालात जिहड़े ओह सरकारां बनाउंदियां ते सरकारां दे मगर एजेंसियां दा हत्थ हुंदा। एजेंसियां जिहड़ियां ओह सारा ये ताना बाना बुणदियां ने, उन्हां हुंदा ताना बाना बुण दो तां कि हालात इदां दे दिखाई देण कि अगे जिहड़ी चोण सिर ते आई होवे, ओह चोण च सत्ताधारी धिर आसानी नाल जित के जिहड़ी ओह निकल जावे। पर हुण ओह राह नहीं दे रहे, राह इदां दा हर मोड़ ते हर चौंक ते जिहड़ी सत्ताधारी धिर आ ओहनूं घेरदे तुरे जा रहे ने। तुसीं आपां पहिलां भी पिछले 2 दिन तो जिहड़ा जो कुछ ऑर्केस्ट कैत दे आपां ओहदी जिहड़ी लैंगुएज आ, जिस तरीके दे नाल नैशनल मीडिया दे उत्ते जाके सत्ताधारी धिर नूं ऑर्केस्ट कैत घेर रिहा, मेरा ख्याल जे उत्थे कोई सिख चेहरा बैठा हुंदा तो हुण नूं खालिस्तानी ऐलान के ना लाला लाला जिहड़ी सी ओह करवा देनी सी। पर मैं वार-वार कहना कि असल राजनीति किसानां नूं आउंदी आ। जो मर्जी कहना असीं वड्डे जिहड़े राजनीति वान आ, पर इन्हां नूं कख नहीं पता। जिहड़ी राजनीति ओह खेड गए ने इन्हां दी समझ तो परे हो गई, और घर दे मालक नूं घरे जिंदरा ला के भजना पै गया। नहीं तो कदी सुनिया सी कि 2 दिन पहला ही जिहड़ा सीगा पार्लीमेंट दा सदन जिहड़ा सीगा ओहनूं उठा दिओ ते लॉक ला दो कि असीं घरे चले हां। इह किसानी अंदोलन दी बदौलत सी। ਇਹ ਜੇ ਕਿਤੇ 26 ਤਰੀਕ ਨੂੰ ਕੜੀ ਨਾ ਘੋੜੀ ਜਾਂਦੀ ਤੇ ਉਦਣੇ ਗੋਡੇ ਟੇਕ ਗਏ ਸੀ। ਪਰ ਹੁਣ ਬਦਕਿਸਮਤੀ ਉਸ ਵੇਲੇ ਜਿਹੜਾ ਭੜਕਾਊ ਤੰਤਰ ਸੀਗਾ, ਜਿਹੜਾ ਸਰਕਾਰੀ ਪਿੱਠੂ ਸੀ, ਉਹਨਾਂ ਨੇ ਇਹ ਕੜੀ ਘੋੜ ਦਿੱਤੀ ਤੇ ਸਿਆਪਾ ਖੜਾ ਕਰ ਦਿੱਤਾ, ਜਿਹਦਾ ਕਰਕੇ ਅੰਦੋਲਨ ਲੰਬਾ ਚੱਲ ਗਿਆ। ਪਰ ਇੱਕ ਗੱਲ ਚੰਗੀ ਵੀ ਹੋਈ, ਜੇ ਲੰਬਾ ਚੱਲ ਗਿਆ ਤੇ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਵੀ ਹੋ ਗਿਆ, ਨਹੀਂ ਤਾਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਅੰਦਰੇ ਅੰਦਰ ਦਬੀਆਂ ਰਹਿ ਜਾਣੀਆਂ ਸੀ, ਜਿਹਦਾ ਇਲਾਜ ਨਹੀਂ ਸੀ ਹੋਣਾ। पर यह है कि जिहड़ा 15 अगस्त नूं सारे भारत दे विच संयुक्त किसान मोर्चा जिहड़ा फैसला लै चुकिया, इस फैसले के मुताबिक सरकार दे फिर जिहड़ा उन्हां ने नकदम कर देना, क्योंकि पैरल चल रहा। सरकार दी एक बन्ने स्टेटमेंट हुंदी है, दूसरा बन्ना जिहड़ा तुसीं देखो जदों तो दिल्ली दीआं बरूहां ते गए, एक जिहड़ा फ्रंट पेज सी उहदे च ज्यादा कवरेज जिहड़ी संयुक्त किसान मोर्चे दी हुंदी सी। लेकिन 26 वाली घटना तो बाद थोड़ी देर जिहड़ा सी ओह डेंट पिया सी कि कवरेज फ्रंट पेज ते मिलनी बंद हो गई सी, पर हौली हौली वो सरवाइव करके उत्थे दुबारा जिहड़े पहुंच गए। पर हुण जिस तरीके दे नाल इह जिहड़ा उन्हां ने 15 अगस्त वाला ऐलान कीता, किते ना किते नत्थ इन्हां नूं उन्हां ने फेर पा लैणी आ। हुण उन्हां नूं समझ नहीं आ रही कि इस दे विच भड़काऊ तंत्र नूं लिया के शामिल किदां करिए। भड़काऊ तंत्र दी आइडेंटिटी होगी, वो पहला पछाण गए कि किहड़ा किहड़ा भड़काऊ तंत्र आ, वो नेड़े नहीं लगन दे रहे। जो नेड़े नहीं लगणगे, जिन्नी देर तक विच घुसपैठ नहीं होएगी उन्नी देर तक अंदोलन नहीं टुटेगा। अंदोलन टुटना भड़काऊ तंत्र की एंट्री ते वायलेंस दोनों ना टुटना, वो दोनों चीजां हो नहीं रही ते अंदोलन जिहड़ा वो टुटना नहीं। ते टुटना अखीर च किने आ कि 2 धिरां आमो सामने ने। जो 2 धिरां आमो सामने आ, जिहड़ा ज्यादा हठी आ वो जित जाएगा ते जिहड़ा हठ दा कमजोर आ वो फिर जिस तरह उप राष्ट्रपति वेंकैया नायडू अथरू घेरदा सीगा राज सभा 'च खड़ा होके, फिर ये उहदे अथरू घेरदे ही दिखाई देणगे। जिवें इन्हां ने वेंकैया नायडू दा तुसीं जिक्र कीता, उन्हां दी स्टेटमेंट है कि इन्हां विरोधियां ते कार्रवाई होनी चाहिदी है जिन्हां ने सदन 'च खलल पाया। की लगदा है कि सरकार हुण की इन्हां ते किहड़ी 751 करेगी, क्योंकि पार्लीमेंट तां बंद कराती, इस सफलता दा क्रेडिट किसानां नूं जांदा नहीं। इन्हां ने उत्थे बिल पेश करना सी ते बुरी तरह फेल होना सी। इन्हां नूं पता सी
कि राज सभा दे विच डिवीजन होवेगी ते उत्थे नहीं पास करा सकणगे, दूजे तां रौले रप्पे च हो गए क्योंकि बिजली बिल ते सबसिडी बिल ते ज़्यादा कुत्ता फसना सीगा। की वेखदे हो कि ये जिहड़ा कार्रवाई दा सिलसिला है कि इस कार्रवाई दे सिलसिले नूं किद्दां सरकार अंजाम दे सकदी है? की इस दे विचों बचण दा तरीका तौर तरीका लभ सकदी है मोदी सरकार ते होर भी कोई अड़िका इस दे विच किस तरीके दा आ सकदा है? जी सुरेंद्रवीर लाइन ते हो? हाँ जी, हाँ जी। हाँ, मैं क्या जिस तरह वेंकैया नायडू ने आख्या कि विरोधी धिर ते कार्रवाई होवे जिन्हां ने सदन दे विच खलल पाया, मेरी नींद खराब कीती है, कहंदे इन्हां नूं सज़ा ते बनदी है। किस तरह की सज़ा का प्रावधान जां सेंटर की पत्ता खेड सकदा इस मुतलक? जी नहीं पत्ता तो खेडू जो पल्ले कुछ होऊगा तां जो पल्ले ही कख नहीं है। पत्ता खेडना सी तुसी लोक सभा ते राज सभा की कार्रवाई चलाउंदे, लॉक ला के ना भजदे, ठीक है, उत्थे सी तुसी उन्हां नूं सस्पेंड कर सकदे सी जिन्ना समां रहिंदा सीगा। तुसी हुण ये थोड़ी कह दोगे कि उन्हां दी राज सभा की मैंबरी खत्म कर दो ते लोक सभा की मैंबरी खत्म कर दो, सारियां दी थोड़ी कर दोगे। उत्थे सवाल खड़े होणगे, तुहानूं भज्जण लई थां नहीं लभूगा। जो पंगा लै लोगे तो सदा लई धोते जाओगे। इंदिरा गांधी 1977 च क्यों धोती गई सी? एक ओहदी की सी, ओहदी चोण ही रद्द होई सी ना, कि गलत तरीके नाल चोण जित्ती गई है ते उस चीज नूं पासे आड़ जांदी, दोबारा चोण लड़ी जानी सी, गल खत्म सीगी। उन्हें चक के एमरजेंसी ठोकती, एमरजेंसी ठोकी, एमरजेंसी च इदां दे काम कीते ते लोकां ने फिर कन्नां नूं हत्थ लवाते। इस करके है कि देखो धक्के दी कोई हद हुंदी आ, जदों धक्का जिहड़ा वो सिरे तो टप जवे ना ते फिर लोग जिहड़े आ बहुत कुछ दिखा दिंदे आ तैनूं जिंदगी च। हुण इन्हां कोल कोई रस्ता ही नहीं। पार्लीमेंट दी जिहड़ी की कहंदे हुंदे सैशन जिहड़ा मुलतवी कर दित्ता अगले हुक्मां तक। उस तो बाद कार्रवाई की हो सकती है? उस तो बाद कार्रवाई कोई नहीं। तुसी वध तो वध ये कर दोगे, उत्ते कमेटी बना दो, कमेटी सिफारिश कर दोगी, तुसी कह दोगे कि ये इन्ने मैंबर जिहड़े आ इन्हां नूं इन्हां दी मैंबरी खत्म कीती जांदी है, आ कर सकदे हो, तुसी कर दो। हुण गल ते तुसी कहंदे मैनूं सारी रात नींद नहीं आई। जदों दे तुसी 2014 दे आए उदों दा सारे भारत नूं नींद नहीं आई, वो तैनूं याद नहीं आया। हुण तुहाडी एक रात दी नींद खराब होई आ ते ओहनूं तुसी कहंदे सानूं नींद नहीं आई। जदों तुसी सारे दा सारा भारत तड़फा के रखिया उदों दा तुहानूं पता नहीं। नोटबंदी रातों रात ठोक दित्ती, वो तुहानूं पता नहीं। GST जिहड़ा सीगा वो ठोक दित्ता, किसी दी सुणी होई नहीं। धारा 370 35 ए तोड़ के पासे मारी, CA लिया के जिहड़ा वो बिठाता मोरे। राम मंदिर जन्म भूमि वाला मिंटां च वो मारिया खड़का के, क्योंकि असीं अगे 22 ते 24 दी चोण जितनी आ, इस करके राम मंदिर बनाउणा। पर यह नहीं दसिया कि बाबरी मस्जिद तोड़ी किन्ने सी, ओहदे वाला केस जिहड़ा सी ओह च कहंदे सबूत नहीं मिले। सबूत क्यों नहीं मिले? सारियां दे अखां दे सामने सी। हुण प्रॉब्लम साडी इत्थे की आ कि कोर्ट ने डॉकूमेंट दे बिहार दे उत्ते जिहड़ा ओह डिसीजन देना, डॉकूमेंट जिहड़े सीगे ओह ओहदे लई सफिशिएंट नहीं सी एविडेंस ते उन्हां नूं बरी करता। पर किनूं नहीं पता, सारी BJP दी सीनियर लीडरशिप जिहड़ी सी उत्ते चढ़ चढ़ के बाबरी मस्जिद जिहड़ी तोड़ी गई है। जे हुण पाकिस्तान च किसी मंदिर ना कुछ हुंदा ते फिर भांबड़ मचदा, जिद्दां तुसीं 1992 च कीता सी ओह की सीगा। गल तां इह सी जदों तुसीं इन्ने सालां तो रुके होए सी, तुसीं कोर्ट दे राहीं डिसीजन करवा लो कि मंदिर तोड़ के बनाई गई है तो ठीक है, उन्होंने गिरा दो, उसकी जगह नवा बना दो। हुण तुहानूं इह पता सी कि यह डिसीजन होना मुश्किल आ, एक बारी बाबरी मस्जिद गिराओ उहदे बाद मंदिर बन जूगा। हुण इस करके गल यह कि धक्के की कोई हद हुंदी, कोई सीमा हुंदी, उस तो वध धक्का नहीं हो सकता हुंदा। उस तो वध होंगे लोग रोज जिहड़ा उहदे मोरे वड्डियां वड्डियां सरकारां जिहड़ियां ओह गोडे टेक जांदियां हुंदियां नहीं है। तो 1947 की उस तो पहला भी चाहे तुसी मुगलों नूं लै लो चाहे अंग्रेजों नूं लै लो, जो कुछ मर्जी देख लो की कुछ होया। गोडे टेके गए या नहीं टेके गए? सारी उम्र किसी की सत्ता नहीं चलनी। जे 58 साल ते 60 साल रिटायरमेंट की उम्र रखी गई आ सरकारी जॉब की, तो किसी ना किसी गल ही रखी गई आ। ये नहीं रखी गई कि जिन्हों जॉब मिल गई कि जिन्नी देर इसकी डेथ नहीं होगा उन्नी देर ओहदे ते बैठा रहूगा। वो भी एक सीमा रखी गई आ। इस करके किसी व्यक्ति की सारी उम्र नहीं चलनी है। हर चीज की कोई सीमा उत्थे आके जिहड़ा गड्डी जिहड़ी रोकदी है। स्टेशन काहदे लिए बने आ? स्टेशन इसे करके बने आ
नहीं तो गड्डी तो घूमी जावे, सवारियां एक बारी लग लियां घुमाई चलो, रोके ही ना किते कि सवारियां नूं झूटे देने आ। इस करके जिहड़ा धक्के दी कोई सीमा हुंदी, कोई हद हुंदी। जदों धक्का हद तो ज्यादा वधदा तां फिर सरकारां जिहड़ियां ओह पलट जाया करदियां हुंदियां। इस करके जिहड़े बन्ने चलना चाहुंदे जे चल गए इन्हां नूं होर हत्थां पैरां दी पै जानी, इन्हां नूं अपना आप संभालना जिहड़ा ओह मुश्किल हो जाना। जिस तरह यूपी की सियासत दे विच कानपुर दे विच फिर घटना घटी है, वर्खा दत्त कहंदी मैं तां वीडियो देख भी नहीं सकदी जो कुछ हो रहा। लव जहाद का दोष लग्या, एक मुस्लिम नौजवान रिक्शे वाले गरीब कलोनियां दे लोग ने दोने आपस च लड़ाई तां हिंदू ते मुसलमानां च बाइक खड़ाउण नूं लैके होई सी, और पर बाइक खड़ाउण दी लड़ाई बीबियां चों एक जिहड़ी हिंदू भाईचारे दी सी ओह कहंदी मैनूं कहंदे 20,000 लैके धर्म तब्दील कर ला। वो लव जहाज का मुद्दा बना लिया पिछे, इदां मतलब लड़ाई मोटरसाइकिल खड़ाउण नूं लैके होई है। ਉਹ मुस्लिम धिर ते दोष ला दिते कि ਇਹ ਕਹਿੰਦੇ ਨੇ 20,000 रुपए ला ला धर्म तब्दील कर ला। ਉਹ लड़ाई ਵੱਧਦੀ लव जहाज का मुद्दा एक रिक्शा चालक सी मुस्लिम, उस नूं भीड़ ने कुटिया, बजरंग दलिया ने जय श्री राम दे नारे जबरी लगाए। हालांकि ਉਹਦੀ मासूम बच्ची नूं घड़ीसी जा रहे ने, नाल ही ਉਹ अपने पिता नूं बचाउण दी अरजोई करदी है, पर ਉਹਦੇ सामणे ਉਹਦੇ पिता नूं कुटिया जा रहा बजरंग दल ਵੱਲੋਂ। इस नूं लैके जिहड़ी सियासत है हिंदू बनाम मुस्लिम दी, क्योंकि चोणां ने ये चीज़ां समय की जरूरत ने। उधरों बांग्लादेश जो पाकिस्तान चो जो कुछ सिर फिरे उधर करते हैं यूपी च कैश किया जा रहा। सो ये सियासी एजेंडे चल ही रहे हैं। तो दूजे बन्ने हुण तां जिहड़े ने गुरपतवंत पन्नू होरां ने उन्हां दी खबर भी छोटी जी लगती है, भावें किते नारा लिखिया मीडिया भी बॉदर नहीं करता, बाहली तवज्जो नहीं दिंदे उन्हां दी धमकियां नूं। 15 अगस्त के मद्देनज़र दलवीर रंधावा होरां दा भी मैसेज आया, होर भी एक दो मैसेज आए ने। 15 अगस्त जिवें किसानां ने किसान मजदूर आज़ादी संग्राम दिवस वजों मनाउणा, पर दूसरे पासे जिहड़ियां सूबियां च इलैक्शन ने पंजाब यूपी इन्हां सूबियां च ज़्यादा सेंसिटिविटी वरती जाती है, खास करके बॉर्डर स्टेट दे विच। सो इस मुतालिक अमृतसर दे विच भी एक ग्रनेड डिफ्यूज़ किया गया। 15 अगस्त के दिहाड़े के मद्देनज़र किस तरह की स्थिति सरकार वालों एजेंसीज वालों चल रही है? जी सुरेंद्र। नहीं मैं ਇਹਦੇ ਨਾਲ ਬਹੁਤਾ ਸਹਿਮਤ ਨਹੀਂ ਹੈ। देखो ਗ੍ਰਨੇਡ एक आ गया, 2 आ गए, 4 आ गए, 10 आ गए, ਉਹਦੇ ਨਾਲ ਕੋਈ ਆਫਤ नहीं आ गई। ठीक है, पहली गल ਜ਼ਿੰਮੇਵਾਰੀ ਕਿਹਦੀ ਆ? ਜ਼ਿੰਮੇਵਾਰੀ ਸੈਂਟਰਲ ਫੋਰਸਾਂ ਦੀ ਆ। ਬਾਰਡਰ ਕਿਹਦੇ ਅੰਡਰ ਹੈ? ਅਸੀਂ ਰੋਜ਼ ਕਹਿੰਦੇ ਨੇ ਹੈਰੋਇਨ ਇੰਨੀ ਆ ਗਈ ਇੰਨੀ ਆ ਗਈ, ਕਿੱਦਾਂ ਆ ਗਈ? ਏਜੰਸੀਆਂ ਕਿੰਨੀਆਂ ਨੇ? ਸਟੇਟ ਨੂੰ ਛੱਡ ਦੋ, ਸਟੇਟ ਨੂੰ ਬਾਅਦ ਚ ਗਿਣਤੀ ਕਰ ਲਾਂਗੇ, ਪਹਿਲਾਂ ਸੈਂਟਰ ਦਾ ਤਾਂ ਹਿਸਾਬ ਕਿਤਾਬ ਹੋ ਜਾਏ ਨਾ। ਸੈਂਟਰ ਦੀਆਂ ਕਿੰਨੀਆਂ ਏਜੰਸੀਆਂ ਨੇ? ਜੇ ਬਾਰਡਰ ਤੋਂ ਫੇਰ ਵੀ ਸਾਰਾ ਕੁਝ ਆਈ ਜਾਂਦਾ, ਫਿਰ ਬਾਰਡਰ ਕਾਹਦਾ? ਫਿਰ ਏਜੰਸੀਆਂ ਕਾਹਦੇ ਲਈਆਂ ਨੇ? ਫਿਰ ਕਰੋ ਛੁੱਟੀ, ਘਰਾਂ ਨੂੰ ਭੇਜੋ। ਕਾਹਨੂੰ ਬਜਟ ਦੇਸ਼ ਦਾ ਜਿਹੜਾ ਬਰਬਾਦ ਕਰਨ ਲੱਗੇ ਜੇ ਬਾਰਡਰ ਤੋਂ ਸਾਰਾ ਕੁਝ ਹੀ ਆਉਣਾ ਵਾ? नहीं 70% पिस्टल तो मध्य प्रदेश तो आए ने, वो तो कोई पाकिस्तान तो नहीं आए। शिवराज सिंह चौहान सरकार नूं पुछो, कमलनाथ नूं पुछो, योगी साहब नूं पुछो जिथे बनते आ जी। ਅੱਜ तक कदी 15 अगस्त 26 जनवरी ਤੇ कदी वायलेंस ਹੋਈ ਆ? मूवमेंटां ਦੇ टाइम भी ਹੋਈ ਆ कदी, तो 10 दिन। गल तो यह आ इत्थे ਜਿਹੜੀ ਧਿਰ ਸੱਤਾ ਤੇ ਬੈਠੇਗੀ ਉਹ ਸਟੇਟ 'ਚ ਬੈਠੇਗੀ, ਸੈਂਟਰ 'ਚ ਬੈਠੇਗੀ, ਉਹਨਾਂ ਨੂੰ ਇੱਕੋ ਹੀ ਆ ਕਿ ਇਹਦੇ ਤੇ ਕਿੰਨੀਆਂ ਕੋ ਰੋਟੀਆਂ ਤੇ ਪਰੌਠੇ ਉਤਾਰੇ ਜਾ ਸਕਦੇ ਆ। ਠੀਕ ਹੈ, ਹੁਣ ਇੱਥੇ ਕੀ ਆ ਜੀ, ਬਾਰਡਰ ਸਟੇਟ ਆ, ਸਾਰਿਆਂ ਨੂੰ ਪਤਾ ਬਾਰਡਰ ਸਟੇਟ ਆ। ਕੱਲਾ ਪੰਜਾਬ ਥੋੜੀ ਆ, ਰਾਜਸਥਾਨ ਵੀ ਤਾਂ ਬਾਰਡਰ ਸਟੇਟ ਆ, ਗੁਜਰਾਤ ਵੀ ਬਾਰਡਰ ਸਟੇਟ ਆ। ਫਿਰ ਪੰਜਾਬ 'ਚ ਸਾਰਾ ਕੁਝ ਕਿਉਂ ਆ? ਇਸ ਕਰਕੇ ਕਿਤੇ ਨਾ ਕਿਤੇ ਹਾਲਾਤ ਜਿਹੜੇ ਆ ਦੇਖੇ ਜਾਂਦੇ ਆ ਕਿ ਕਿਹੜੀ ਸਟੇਟ ਆ ਜਿਹਨੂੰ टारगेट करके सारा भारत जितया जा सकता है। पता भी राजस्थान ਨੂੰ टारगेट करेंगे सारा भारत नहीं जितया जा सकता, गुजरात ਨੂੰ टारगेट करेंगे सारा भारत नहीं जितया जा सकता, जम्मू कश्मीर ਨੂੰ ਤੇ पंजाब ਨੂੰ टारगेट करेंगे ਤੇ ਦੋਨੋਂ जगह ਤੇ दो घट गिनतियां ने, ਉਹਨਾਂ ਦੋਵਾਂ ਨੂੰ ਬਦਨਾਮ ਕਰਾਂਗੇ ਤੇ ਸਾਰਾ ਭਾਰਤ ਜਿੱਤ ਲਾਂਗੇ। ਮੁੱਖ ਦੀ ਗੱਲ ਤਾਂ ਇੱਥੇ ਆ ਕੇ ਉਹ ਕਵਾਇਤ ਰਚੀ ਜਾ ਰਹੀ ਆ। ਨਾ 26 जनवरी ਨੂੰ ਕੁਝ ਹੁੰਦਾ, ਨਾ 15 ਅਗਸਤ ਨੂੰ ਕੁਝ ਹੁੰਦਾ, ਕੱਖ ਨਹੀਂ ਹੋਣਾ, ਨਾ ਕਿਸੇ ਨੇ करना। गुरपतवंत पन्नू जो मर्जी कही जावे, आप क्यों नेपाल वाले बार्डर थानी दी भज्जिया सीगा? कुछ नहीं हुंदा। जेड़ा बंदा डीजीपी दे मुंडे दे नाल डीजीपी दी सिक्योरिटी दे विच यूनिवर्सिटी च पढ़िया होवे, ओदी हालात की होवे, वो ठीक है, उत्थे जाके खालिस्तान बना ला, जो कुछ मर्जी बना ला, रोटियां सेकणियां ने, रोटियां सेकण दी कवैत चल रही है, वो आपां नूं भी पता। बहुते इत्थों भी सेक के गए ने, कुछ अजे भी उत्थे बैठे सेकी जांदे ने। हालात की आ कि ज्यादा कुछ एजेंसियां दे उत्ते डिपेंड आ। एजेंसियां ने की करना कि देखना कि सरकार रखनी है कि तोड़नी है। जो एजेंसियां
ਕਿਸੇ ਵੀ ਸਰਕਾਰ ਨਾਲ ਥੋੜੀਆਂ ਬਹੁਤੀਆਂ ਅੜਿੰਗ ਤੜਿੰਗ ਹੋ ਗਈਆਂ ਤੇ ਫਿਰ ਤਾਣਾ ਬਾਣਾ ਐਸਾ ਬੁਣ ਦੇਣਾ ਕਿ ਉਹਦਾ ਬੋਰੀ ਬਿਸਤਰਾ ਗੋਲ ਕਰ ਦੇਣਾ। ਕਿ ਜੇ ਕਿਸੇ ਨੂੰ ਲੈ ਕੇ ਆਉਣਾ ਤੇ ਫਿਰ ਤਾਣਾ ਬਾਣਾ ਐਸਾ ਬੁਣ ਦੇਣਾ ਕਿ ਲੱਖ ਕੋਸ਼ਿਸ਼ ਹੋਵੇ ਫਿਰ ਉਹਨਾਂ ਨੇ ਸਾਰੇ ਮਸਲੇ ਨੂੰ ਜਿਹੜਾ ਉਹ ਤਰੀਕੇ ਨਾਲ ਜਾਉਂਦੇ ਤੁਰੇ ਜਾਣਾ। ਕੁਲਝਾ ਦੋ ਤਾਂ ਕਿ ਇਹਨਾਂ ਨੂੰ ਰੋਟੀਆਂ ਸੇਕਣ ਦੀ ਜਿਹੜੀ ਆ ਮੌਕਾ ਮਿਲ ਜਾਵੇ। ਹੁਣ ਇਹ ਜੋ ਕੁਝ ਕੇਂਦਰ ਦੇ ਵਿੱਚ ਭਾਰਤ ਸਰਕਾਰ ਉੱਥੇ ਕਰ ਰਹੀ ਆ ਉਹੀ ਕੁਝ ਸਟੇਟ ਦੇ ਵਿੱਚ ਜਿਹੜਾ ਸੂਬੇ ਦਾ ਮੁੱਖ ਮੰਤਰੀ ਕਰੀ ਜਾਂਦਾ। ਹੁਣ ਜੇ ਵਾਇਲੈਂਸ ਹੋ ਰਹੀ ਆ ਉਹਦੀ ਜ਼ਿੰਮੇਵਾਰੀ ਕਿਹਦੀ? ਸਟੇਟ ਸਰਕਾਰ ਦੀ ਨਹੀਂ। ਬਾਰਡਰ ਛੱਡ ਦੋ, ਬਾਰਡਰ ਜਿਹੜਾ ਬਾਰਡਰ ਤੱਕ ਕੇਂਦਰ ਸਰਕਾਰ ਦੇ ਅੰਡਰ ਆ, ਸਟੇਟ ਦਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਹੈ। ਪਰ ਜੇ ਸਟੇਟ ਦੇ ਅੰਦਰ ਹੁੰਦੀ ਇਹਦਾ ਮਤਲਬ ਵੀ ਹੋਮ ਡਿਪਾਰਟਮੈਂਟ ਜਿਹਦੇ ਕੋਲ ਉਹ ਬੰਦਾ ਨਿਕੰਮਾ, ਉਹਦੀ ਫੋਰਸ ਨਿਕੰਮੀ ਆ ਫਿਰ। ਠੀਕ ਹੈ, ਜੇ ਫੋਰਸ ਕੰਮ ਨਹੀਂ ਕਰਦੀ ਤੁਹਾਡੀ ਸਟੇਟ ਦੇ, ਤੁਹਾਡੇ ਕੋਲ ਇੰਟੈਲੀਜੈਂਸ ਆ, ਤੁਹਾਡੇ ਕੋਲ ਕਾਊਂਟਰ ਇੰਟੈਲੀਜੈਂਸ ਆ, ਇਹਦਾ ਮਤਲਬ ਕਿਸੇ ਨੂੰ ਕੱਖ ਨਹੀਂ ਪਤਾ। ਹੁਣ ਜਿੱਥੋਂ ਪਿਸਟਲ ਆ ਰਹੇ ਨੇ ਆਏ ਆ ਤੁਸੀਂ ਪਕੜੇ ਆ ਤੇ ਫਿਰ ਮੰਨ ਜਾਓ ਤੁਸੀਂ ਇਹ ਕਿਉਂ ਕਹਿੰਦੇ ਸਾਰਾ ਕੁਝ ਬਾਰਡਰ ਪਾਰ ਤੋਂ ਆਉਂਦਾ। ਮੰਨੋ ਕਿ 70% ਜਿਹੜੇ ਆ ਉਹ ਮੱਧ ਪ੍ਰਦੇਸ਼ ਤੋਂ ਆਇਆ ਅਸਲਾ ਜਿਹੜਾ, ਫਿਰ ਪਾਕਿਸਤਾਨ ਨੂੰ ਕਿਉਂ ਟਾਰਗੇਟ ਕਰਦੇ ਹੋ ਸਾਰੇ ਲਈ? ਪਾਕਿਸਤਾਨ ਤੋਂ ਜਿਹੜਾ ਕੁਝ ਆ ਰਿਹਾ ਉਹਦੇ ਲਈ ਟਾਰਗੇਟ ਕਰੋ। ਪਰ ਹੁਣ ਸਮੱਸਿਆ ਕੀ ਹੈ, ਪਾਕਿਸਤਾਨ ਨੂੰ ਟਾਰਗੇਟ ਕਰਕੇ ਇੱਥੇ ਇੱਕ ਤਬਕੇ ਦੀਆਂ ਵੋਟਾਂ ਆਸਾਨੀ ਨਾਲ ਲਈਆਂ ਜਾ ਸਕਦੀਆਂ ਤੇ ਉਹਦਾ ਕਰਕੇ ਕਵੈਤ ਰਚੀ ਜਾ ਰਹੀ ਹੈ। ਕਿਉਂ ਨਹੀਂ? ਇਹ ਪਿਸਟਲ ਕੱਲੇ ਪਿਸਟਲ ਹੀ ਨਹੀਂ ਬਾਈ ਜੀ, ਜਿਹੜਾ ਹੈਰੋਇਨ 3 ਕੁਆਂਟਲ ਹੈਰੋਇਨ ਆਈ ਸੀ ਉਹ ਵੀ ਸ਼ਿਵਪੁਰੀ ਦੇ ਵਿੱਚ, ਸ਼ਿਵ ਦੇ ਨਾਂ ਤੇ ਸ਼ਿਵ ਦੀ ਨਗਰੀ ਹੈ ਸ਼ਿਵਪੁਰੀ, ਮੱਧ ਪ੍ਰਦੇਸ਼, ਹਜੂਰ ਸਾਹਿਬ ਦੇ ਰਸਤੇ ਜਾਂਦੇ ਆ, ਗੁਰਦੁਆਰਾ ਬਹੁਤ ਸੋਹਣਾ ਬਣਿਆ ਹੋਇਆ। ਸ਼ਿਵਪੁਰੀ ਦੇ ਵਿੱਚ ਉਹਨੂੰ ਕਲੀਨ ਕੀਤਾ ਗਿਆ, ਉਹਦਾ ਜੋ ਕੈਮੀਕਲ ਹੁੰਦਾ ਰਿਐਕਸ਼ਨ ਸਾਫ਼ ਸੂਫ ਕਰਨ ਦਾ, ਸ਼ਿਵਪੁਰੀ ਦੇ ਵਿੱਚ ਉਹਨੂੰ ਸਾਫ਼ ਕੀਤਾ ਗਿਆ ਜੋ ਪਾਕਿਸਤਾਨ ਤੋਂ ਆਈ ਸੀਗੀ। ਕੱਲਾ ਪਿਸਟਲ ਹੀ ਨਹੀਂ ਆਉਂਦੇ, ਹੋਰ ਬੜਾ ਕੁਝ ਆਉਂਦਾ। ਇੱਕ ਸਰੋਤੇ ਜੁੜੇ ਨੇ ਨਾਲ, ਆਪਾਂ ਉਹਨਾਂ ਨੂੰ ਲੈ ਲਈਏ ਫਿਰ ਉਸ ਤੋਂ ਬਾਅਦ ਕੰਟੀਨਿਊ ਕਰਦੇ ਹਾਂ। ਸਵਾਗਤ ਸਰ ਤੁਹਾਡਾ, ਵੈਲਕਮ ਜੀ। 29 ਨੰਬਰ ਤੁਹਾਡਾ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁਣੇ ਸਾਹਿਬ ਜੀ। ਇਹ ਜਿਹੜੀ 15 ਅਗਸਤ ਕਿਸਾਨ ਮਨਾਉਣ ਨੂੰ ਕਹਿੰਦੇ ਆ ਜੀ, ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਬੇਨਤੀ ਕਰਨੀ ਚਾਹੁੰਦਾ ਕਿਸਾਨਾਂ ਨੂੰ ਕਿ ਤਿਰੰਗੇ ਝੰਡੇ ਵੀ ਲਾਉਣ, ਸਭ ਕੁਝ ਕਰਨ, ਪਰ ਆਪਣੇ ਆਪ ਨੂੰ ਬੇੜੀਆਂ ਦੇ ਵਿੱਚ, ਹੱਥਕੜੀਆਂ ਦੇ ਵਿੱਚ ਜਕੜ ਕੇ ਮਨਾਉਣ। ਕਾਹਦੇ ਆਜ਼ਾਦ ਆ ਯਾਰ? ਅਸੀਂ ਕਿੱਥੋਂ ਦੀ ਆਜ਼ਾਦੀ ਹੈ ਸਾਡੀ? ਅਸੀਂ ਤਾਂ ਆਪਣੇ ਦੇਸ਼ ਦੇ ਵਿੱਚ ਇੰਨੇ ਕੁ ਗੁਲਾਮ ਕਿ 8 ਮਹੀਨੇ ਹੋ ਗਏ ਉੱਥੇ ਬੈਠਿਆਂ ਨੂੰ, ਸਾਡੇ ਨਾਲ ਕੋਈ ਗੱਲ ਕਰਨ ਨੂੰ ਤਿਆਰ ਨਹੀਂ, ਸਾਡੀ ਕੋਈ ਰਹਿ ਸੁਣਨ ਨੂੰ ਤਿਆਰ ਨਹੀਂ। ਇਹ ਕਾਲੇ ਅੰਗਰੇਜ਼ ਉਦੋਂ ਮਾੜੇ ਹੈ। ਮੇਰੀ ਤੁਹਾਡੇ ਨਾਲ ਬਣਾਈ ਇਹ ਬੇਨਤੀ ਹੈ ਕਿਸਾਨ ਜਥੇਬੰਦੀਆਂ ਨੂੰ ਵੀ ਮਨਾਉਣ, ਪਰ ਬੇੜੀਆਂ ਪਾ ਕੇ ਆਪਣੇ ਆਪ ਨੂੰ ਜਕੜ ਕੇ ਉਹ ਮੀਡੀਆ ਦੇ ਵਿੱਚ ਜਾਵੇ ਦੁਨੀਆ ਭਰ ਦੇ ਵਿੱਚ ਵੀ ਆਜ਼ਾਦੀ ਅਸੀਂ ਜ਼ਰੂਰ ਲਈ ਸੀ, ਪਰ ਅਸੀਂ ਅੱਜ ਵੀ ਗੁਲਾਮ ਇਹਨਾਂ ਲੋਕਾਂ ਦੇ। ਥੈਂਕ ਯੂ। ਪੁਨੀਆ ਸਾਹਿਬ ਇੱਕ ਕਮੈਂਟ ਆਇਆ ਸੀ ਤੁਹਾਡੇ ਲਈ। ਹਾਂਜੀ ਸਰ। ਹਾਂਜੀ, ਇੱਕ ਕਮੈਂਟ ਆਇਆ ਸੀ ਆਪਣੇ ਮਿੱਤਰ ਦਾ, ਚਲੋ ਮੈਂ ਜ਼ਿਕਰ ਤਾਂ ਨਹੀਂ ਕਰਾਂਗਾ। ਕਹਿੰਦੇ ਜਦੋਂ ਪੁਨੀਆ ਸਾਹਿਬ ਬੋਲਦੇ ਐਂ ਲੱਗਦਾ ਵੀ ਕਿਤੇ ਰਾਮੂ ਵਾਲੀ ਸਾਹਿਬ ਫੋਨ ਕਰਦੇ ਆ ਨੰਬਰ ਬਦਲ ਕੇ। ਨਹੀਂ, ਉਹ ਮੇਰੀ ਆਵਾਜ਼ ਉਸ ਤਰ੍ਹਾਂ ਦੀ ਹੈ। ਮੈਨੂੰ ਭਾਸ਼ਣ ਦਿੰਦਾ ਜਦੋਂ ਇਹਦਾ ਸਟੇਜ ਤੇ, ਉਦੋਂ ਵੀ ਏਦਾਂ ਹੀ ਹੋ ਜਾਂਦਾ। ਕਹਿੰਦੇ ਰਾਮੂ ਵਾਲੇ ਸਾਹਿਬ ਆ ਗਏ। ਥੈਂਕ ਯੂ। ਹਾਂ ਵਧੀਆ ਅੰਦਾਜ਼। ਨਹੀਂ, ਜਿਹਨੇ ਵੀ ਜ਼ਿਕਰ ਕੀਤਾ ਉਹਦਾ ਵੀ ਮੇਰੇ ਲਈ ਥੈਂਕ ਯੂ ਬਾਈ ਜੀ, ਮੈਂ ਥੈਂਕ ਯੂ ਕਹਿੰਦਾ। ਨਹੀਂ, ਅੰਦਾਜ਼ ਤੁਹਾਡਾ ਵਧੀਆ ਹੈ, ਸਸਪੈਂਸ ਬਣਾ ਕੇ ਬੋਲਦੇ ਹੋ ਪੌਜ਼ ਲੈ ਕੇ। ਮਿਹਰਬਾਨੀ ਪੁਨੀਆ ਸਾਹਿਬ, ਥੈਂਕ ਯੂ। ਸਰਪੰਚ ਪੁਨੀਆ ਸਾਹਿਬ ਘੋੜੇਨੱਥ ਤੋਂ। ਸੁਰਿੰਦਰ ਵੀਰ, ਗੱਲ ਇਹੀ ਹੈ ਕਿ ਇਕੱਲੇ ਪਿਸਟਲ ਹੀ ਨਹੀਂ, ਹੱਲੇ ਹਥਿਆਰ ਹੀ ਨਹੀਂ, ਮਤਲਬ ਹੈਰੋਇਨ ਦੀ ਸਫਾਈ ਵੀ ਸ਼ਿਵਪੁਰੀ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਹੋ ਰਹੀ ਹੈ। ਜੇ ਸਾਰਾ ਕੁਝ ਦੇਸ਼ 'ਚ ਹੋ ਰਿਹਾ ਤੇ ਫਿਰ ਜੇ ਪੰਜਾਬ ਦੇ ਵਿੱਚ ਦੇਸ਼ ਵਿਰੋਧੀ ਲੋਕ ਨੇ ਤੇ ਫਿਰ ਉਹਨਾਂ ਨੂੰ ਜਿਹੜਾ ਹਥਿਆਰ ਦੇਣ ਵਾਲੇ ਨੇ ਉਹ ਵੀ ਭਾਈ ਤੁਹਾਡੇ ਮੱਧ ਪ੍ਰਦੇਸ਼ ਦੇ ਨੇ। ਨਾਲੇ ਉਹ ਮਾਫ ਕਰਨਾ ਮੁੰਡੇ, ਮੈਨੂੰ ਦੱਸਣਾ ਪੈ ਰਿਹਾ ਕਿ ਉਹ ਮੁੰਡੇ ਹਿੰਦੂ ਨੇ, ਮੁਸਲਿਮ ਨਹੀਂ ਹੈਗੇ। ਜੇ ਖੁਦਾ ਨਾ ਖਾਸਤਾ ਮੁਸਲਮਾਨ ਕੋਲ ਜਿਵੇਂ 40 ਪਿਸਟਲ ਫੜੇ ਸੀ ਕਾਊਂਟਰ ਇੰਟੈਲੀਜੈਂਸ ਨੇ ਬਠਿੰਡੇ ਤੋਂ ਜਾ ਕੇ, ਉਹ ਸਾਰੇ ਮਤਲਬ ਹਿੰਦੂ ਭਾਈਚਾਰੇ ਦੇ ਸੀ ਦੋਨੋਂ ਮੁੰਡੇ। ਜੀ ਸੁਰਿੰਦਰ ਵੀਰ, ਕੰਟੀਨਿਊ ਪਲੀਜ਼ ਜੀ। ਧਿਰ ਦੀ ਗੱਲ ਨਹੀਂ ਕੀਤੀ ਮੈਂ, ਸੈਂਟਰ ਦੀ ਕੀਤੀ ਕਿ ਸੈਂਟਰ ਦੀ ਜ਼ਿੰਮੇਵਾਰੀ ਕਿੱਥੇ ਕਿੱਥੇ ਆ ਤੇ ਸਟੇਟ ਦੀ ਜ਼ਿੰਮੇਵਾਰੀ ਕਿੱਥੇ ਕਿੱਥੇ ਆ। ਬੋਲੀ ਦੋਨੋਂ ਧਿਰਾਂ ਇੱਕੋ ਬੋਲ ਰਹੀਆਂ ਨੇ। ਜੇ ਪਿੱਛੇ 2019 ਵਾਲੀ ਪਾਰਲੀਮੈਂਟ ਆਈ ਉਹ 'ਚ ਦੋਨਾਂ ਦੀ ਬੋਲੀ ਇੱਕ ਸੀ। ਜਿਹੜੀ ਬੋਲੀ ਬੀਜੇਪੀ ਬੋਲਦੀ ਸੀ, ਯਾਨੀ ਕਿ ਬੀਜੇਪੀ ਕਦੀ ਕਹਿ ਦੋ ਕਿ ਜੋ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਬੋਲਦੇ ਸੀਗੇ, ਉਹਨਾਂ ਦੋਨਾਂ ਦਾ ਮਤਲਬ ਬੀਜੇਪੀ ਹੈ ਤੇ ਦੋਨਾਂ ਦਾ ਮਤਲਬ ਭਾਰਤ ਸਰਕਾਰ, ਤੀਸਰਾ ਤਾਂ ਕੋਈ ਹੈ ਨਹੀਂ। ਠੀਕ ਹੈ, ਹੁਣ ਇਸ ਤੋਂ ਅੱਗੇ ਉਹੀ ਬੋਲੀ ਜਿਹੜੀ ਸੀ ਉਹ ਕੈਪਟਨ ਅਮਰਿੰਦਰ ਸਿੰਘ ਬੋਲਦਾ ਸੀ। ਉਹਨੂੰ ਸੀ ਕਿ ਮੈਂ ਵੀ ਇੱਕ ਤਬਕੇ ਦੀਆਂ ਵੋਟਾਂ ਜਿਹੜੀਆਂ ਉਹ ਸਾਰੀਆਂ ਲੈ ਲਵਾਂ। ਇਸੇ ਕਰਕੇ ਵਾਰ-ਵਾਰ
मैं जनरल बाजवा नूं देख लूं, जे वो कर लूं, बाजवे नूं कित्थों देख लेगा, तेरे तो पंजाब तो सामभिया नहीं जाता। दो जने तेन बाहां तो फड़ के ठालदे, पंजाब तो तेरे तो सामभदा नहीं गा, बाजवे नाल कित्थों तू दो हत्थ कर लेगा। ठीक है ना, मतलब पंजाब तो सामभ, जेड़ा कुछ पंजाब नाल वादे कीते सीगे वो की कहंदे हुंदे आ 1500 वादा कीता सी, मुड़ के 18 ते 18 दा भी कचूंबर कढ के रख दिता, ना को कीता कतरिया ते ना करना आउण वाले समय च। ठीक है, केवल ते केवल इक्को ही आ कि 2022 तक मेरी पारी पूरी हो जाए ते बाद दे विच जिन्हां ने मैनूं बिठाया सी उन्हां नूं मैं बिठा के ते तुरदा बना, इह तो वध ते साडी कोई कवायत नहीं है। इस करके किते न किते देखो राजनीति जिहड़ी वो इन्नी को गंदली हो गई। मैं शुरुआत की सी कि भारत की सियासत उस भूसरे होए सान वर्गी आ जिन्हों नत्थ पाउण लगे जां उहनूं ढाउण लगे बहुतिਆਂ ਦਾ नुकसान करदी है, पर इन्हां नूं नत्थ केवल ते केवल किसान आगूआं ने पाई आ, किसानां ने पाई आ, इन्हां नूं बाकी लोग नत्थ नहीं पा सके। ठीक है, एक दबका वजदा दिल्ली उत्थों ਸਿੰਘੂ बार्डर जां टिकरी तो सवेरे कैप्टन साहब मंत्री एक भेज दिंदे आ कि यार उन्हां नाल गल करिया, उन्हां नूं कह मैं तां तुहाडा सपोर्टर आ, मैनूं कुछ ना कहो। उधरों रकेश कैद का एक दौका वजदा, सारे सीधे हो जाते हैं। इस करके है कि ये लोग कुछ मर्जी करन, इन्हां नूं जिहड़ी एजीटेशन आ इन्हें चंगी तरह दे नाल लूड़िया होया। हाँ, दिशा किहड़ी बननी आ, किस बन्ने नूं जाना, वो डिसाइड करना उस वेले होना कि किसान आगू कोई स्टैंड लैंदे आ, सख्त स्टैंड लैंदे आ, किसी एक दी सपोर्ट करदे आ कि जां उन्हां दा इक्को रहिंदा कि बीजेपी हराओ। जे बीजेपी हराओ तो फिर कुछ नहीं फर्क पैना, फिर जिद्दां दा जाना, फिर वो सीधा पंजाबी च कहदा मैनूं 2007 वाली वो कवायत याद है एक जर्नलिस्ट दी, कहंदा जी एक लुट के जा रहा दूजा लुटन आ रहा, फिर तो वही कुछ होना। जे साफ सुथरी राजनीति लियाउणी आ, सोचदे आ मतलब साफ सुथरी, जे मैं ये कहां कि 100% हो जू 100% तो नहीं सुधार होना, पर हाँ जे सुधार दी कोई सुधार दी गुंजाइश रखनी आ तो फिर इन्ना को जरूर होना चाहिए कि घट्टो घट असी किसे ना किसे इहो जे व्यक्ति जेडे उन्हां नूं अगे ले आईए कि जेडे इन्हां तो खैड़ा पब्लिक दा छुड़ा देण ते लोग जेडे सुख दी नींद सौ लैण। जेडे लोग बाहर नूं विदेशां नूं भी हीरा कट के तुरे जांदे आ, जेड़ियां नूं इह नहीं पता इत्थे मां बाप जेड़ा उन्हां ने किदन अखां मीटणीਆਂ ते जां जेड़ा उत्थे ओहने किदन अखां मीटणीਆਂ, ना इधरले नूं पता ना उधरले नूं पता, ना वो इहदे ते आ सके ते ना ये उहदे ते जा सकन। घट्टो घट ओहदे तो भी किते ना किते राहत जिहड़ी आ ओह मिल जावे। जी जी सुरेंद्र, दूसरे पासे कहंदे ना ठग चोरां यारां दे कदे ना नेत्र गुੱਝੇ ਰਹਿੰਦੇ, ਪੁੱਤ ਚੋਰੀ ਦੇ ਗੱਭਰੂ ਕਦੇ ਨਾ ਹੋਣ ਸਿਆਣੇ ਕਹਿੰਦੇ। ਜਿੱਦਾਂ ਆ ਖੰਨੇ ਜਿਹੜੀਆਂ ਚੱਲਦੀਆਂ ਸੀ ਫਲੈਕਸਾਂ ਤੇ ਉਹਨਾਂ ਨੂੰ ਹੈਕ ਕੀਤਾ ਗਿਆ ਸੀ, ਜਿਹੜੇ ਸਾਈਨ ਬੋਰਡ ਸੀਗੇ ਤੇ ਉਹਦੇ ਤੇ ਸਾਈਨ ਬੋਰਡ ਤੇ ਹੈਕ ਕਰਕੇ ਨਾ ਆਮ ਆਦਮੀ ਪਾਰਟੀ ਨੂੰ ਪ੍ਰਮੋਟ ਕੀਤਾ ਗਿਆ ਸੀ ਤੇ ਕਪਤਾਨ ਸਾਹਿਬ ਨੂੰ ਗਾਲਾਂ ਕੱਢੀਆਂ ਗਈਆਂ ਸੀ। ਗਾਲਾਂ ਵੀ ਜਿਵੇਂ ਕਈ ਵਾਰੀ ਆਪਣੇ ਭਾਜੀ ਨੂੰ ਪਾਜੀ ਕਹਿੰਦੇ ਆ ਨਾ ਲੋਕੀ, ਜਿਹੜੇ ਅਸਲੀ ਪੰਜਾਬੀ ਨੂੰ ਕਹਿਣਗੇ ਭਾਜੀ ਭੱਬੇ ਨਾਲ, ਜਿਹੜੇ ਥੋੜੇ ਜਿਹੇ ਸ਼ਹਿਰੀ ਪੰਜਾਬੀ ਨੇ ਜਾਂ ਲਾਹੌਰੀ ਨੇ ਉਹ ਕਹਿਣਗੇ ਪਾਜੀ। ਪਾਜੀ ਦਾ ਮਤਲਬ ਤਾਂ ਗਲਤ ਹੁੰਦਾ। ਇਸੇ ਤਰ੍ਹਾਂ ਉਹ ਗਾਲ ਕੱਢੀ ਗਈ ਸੀ ਭੈਣ ਦੀ, ਉਹ ਭੈਣ ਭੱਬੇ ਦੀ ਜਗ੍ਹਾ ਪੱਪੇ ਨਾਲ ਪਾਇਆ ਹੋਇਆ ਸੀ PHEN, ਹੈ ਨਾ, ਬਾਕੀ ਤਾਂ ਚਲੋ ਡਿਲੀਟ ਕਰਤਾ ਸੀਗਾ ਪੈਨ, ਉਹ ਪੈਨ ਦੇ ਨਾਂ ਤੇ ਗਾਲ ਕੱਢੀ ਗਈ ਸੀ। ਤੇ ਉਦੋਂ ਹੀ ਮੈਨੂੰ ਲੱਗਿਆ ਸੀ ਕਿ ਭਾਈ ਇਹ ਜਾਂ ਤਾਂ ਬਾਹਲੇ ਸ਼ਹਿਰੀ ਬੱਚੇ ਨੇ ਕੋਈ ਜਿਨ੍ਹਾਂ ਨੇ ਹੈਕ ਕੀਤਾ। ਉਹ ਦੋਨੇ ਜਵਾਕ ਫੜੇ ਗਏ, ਦੋਨੇ ਮਹਾਜਨ ਭਾਈਚਾਰੇ ਚੋਂ ਨੇ। ਇੱਕ ਤਾਂ ਹੈਗਾ ਕੁਨਾਲ ਸਿੰਗਲਾ, ਦੇਖੋ ਮਹਾਜਨਾਂ ਦਾ ਮੁੰਡਾ, ਗਾਂਧੀ ਕਲੋਨੀ ਦੇ ਨਿਊ ਮਾਡਲ ਟਾਊਨ ਲੁਧਿਆਣੇ 'ਚ ਰਹਿੰਦਾ ਸੀ, ਤੇ ਦੂਜਾ ਸੀਗਾ ਯੋਗੇਸ਼ ਪੁਰੀ, ਇਹ ਮਹਾਰਾਣਾ ਪ੍ਰਤਾਪ ਨਗਰ ਬਸਤੀ ਜੋਧੇਵਾਲਾ ਦਾ ਰਹਿਣ ਵਾਲਾ ਸੀ। ਦੋਨੇ ਇੱਕ ਪੁਰੀ ਪਰਿਵਾਰ ਚੋਂ, ਇੱਕ ਸਿੰਗਲਾ ਪਰਿਵਾਰ ਚੋਂ, ਮਹਾਜਨ ਭਾਈਚਾਰੇ ਦੇ ਮੁੰਡੇ ਨੇ। ਇਹ ਥੋੜਾ ਇਸੇ ਲਾਈਨ ਦਾ ਕੰਮ ਕਰਦੇ ਸੀਗੇ, ਸਕਰੀਨ ਵਗੈਰਾ ਦਾ, LED ਦਾ। ਤੇ ਇਹਨਾਂ ਨੂੰ ਆਉਂਦਿਆਂ ਆਉਂਦਿਆਂ ਇੱਕ ਧਿੱਤ ਸੁੱਝੀ ਤੇ ਉੱਥੇ ਲਿਬੜੇ ਢਾਬੇ ਤੇ ਰੁਕੇ, ਜਿਹੜਾ ਟਰਾਂਸਪੋਰਟਰਾਂ ਦਾ ਪਿੰਡ ਆ ਲਿਬੜਾ, ਤੇ ਉੱਥੇ ਰੋਕੇ ਢਾਬੇ ਤੇ ਖਾਣ ਖੂਣ ਲੱਗੇ। ਤੇ ਜਦੋਂ ਸਕਰੀਨ ਚੱਲਦੀ ਸੀ ਇਹ ਜਿਹੜੀ GT ਰੋਡ ਵਾਲਿਆਂ ਦੀ, ਇਹਨਾਂ ਨੇ ਹੈਕ ਕੀਤਾ ਵੇਰੀਏਬਲ ਮੈਸੇਜ ਸਾਈਨ ਬੋਰਡ ਨੂੰ, ਤੇ ਉਹਨੂੰ ਹੈਕ ਕਰਕੇ ਉਹਦੇ ਤੇ ਗਾਲਾਂ ਲਿਖਤੀਆਂ ਕਪਤਾਨ ਸਾਹਿਬ ਨੂੰ, ਪੈਨ ਵਾਲੀਆਂ। ਤੇ ਹੁਣ ਪੁਲਿਸ ਵਾਲਿਆਂ ਨੇ ਪੈਨ 'ਚ ਹੀ ਪਾ ਲਏ। ਤੇ ਦੋਨੇ ਬੰਦੇ ਫੜੇ ਗਏ ਜਿਹੜੇ ਕਪਤਾਨ ਸਾਹਿਬ ਨੂੰ ਮਾਮਾ ਪੈਨਾਂ ਦੀਆਂ ਗਾਲਾਂ ਕੱਢਦੇ ਸੀਗੇ, ਹੈ ਨਾ। ਤੇ ਉਧਰ ਇਸ ਤਰ੍ਹਾਂ ਦੇ ਹੈਕਰ ਇੱਕ ਸਹਾਰਨਪੁਰ 'ਚੋਂ ਫੜੇ ਗਏ ਨੇ। ਹੁਣ ਇਹ ਤਾਂ ਕਹਿੰਦੇ ਸਾਡੀ EVM ਹੈਕ ਨਹੀਂ ਹੁੰਦੀ, ਪਰ EVM ਵਾਲਿਆਂ ਦੀ ਜਿਹੜੀ ਉਹਦਾ ਕਹਿਣਾ ਲਾਣੇਦਾਰੀ ਸਾਰੀ ਇਲੈਕਸ਼ਨ ਕਮਿਸ਼ਨ ਕੋਲ ਹੈ।
ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੈਬਸਾਈਟ ਹੀ ਹੈਕ ਕਰ ਲਈ ਹੈ। 10,000 ਤੋਂ ਵੱਧ ਵੋਟਰ ਆਈ ਕਾਰਡ ਬਣਾਏ ਨੇ ਸਹਾਰਨਪੁਰ ਤੋਂ। ਸਹਾਰਨਪੁਰ ਲੱਕੜੀ ਦਾ ਜਿਹੜਾ ਕਾਰਵਿੰਗ ਦਾ ਕੰਮ ਹੈ ਉਹ ਬਹੁਤ ਵਧੀਆ ਹੁੰਦਾ ਇੱਥੇ। ਕਾਰਵਿੰਗ ਦਾ ਕੰਮ, ਲੱਕੜੀ ਦੀ ਤਰਾਸ਼ੀ ਦਾ ਕੰਮ, ਨਕਾਸ਼ੀ ਦਾ ਕੰਮ। ਉੱਤਰ ਪ੍ਰਦੇਸ਼ ਦਾ ਇਹ ਸਹਾਰਨਪੁਰ ਜ਼ਿਲ੍ਹਾ ਬੜਾ ਮਸ਼ਹੂਰ ਹੈ, ਅੰਬ ਬੜੇ ਮਸ਼ਹੂਰ ਨੇ। ਉੱਥੋਂ ਦੀ ਪੁਲਿਸ ਨੇ ਵਿਪੁਲ ਸੈਣੀ ਨਾਂ ਦੇ ਇੱਕ ਮੁੰਡੇ ਨੂੰ ਚੁੱਕਿਆ ਜੋ ਨੁੱਕੜ ਇਲਾਕੇ 'ਚ ਆਪਣੀ ਕੰਪਿਊਟਰਾਂ ਦੀ ਦੁਕਾਨ ਚਲਾਉਂਦਾ। ਉਹਨੇ ਹਜ਼ਾਰਾਂ ਵੋਟਰ ਆਈ ਕਾਰਡ ਬਣਾਏ ਨੇ। ਬਣਵਾਏ ਪਤਾ ਨਹੀਂ ਉਹਦੇ ਤੋਂ ਕਿਹਨੇ ਨੇ। ਉਹ 100-200 ਰੁਪਈਆ ਪਰ ਕਾਰਡ ਲੈਂਦਾ ਸੀ। 3 ਮਹੀਨਿਆਂ 'ਚ 10,000 ਤੋਂ ਵੱਧ ਉਸਨੇ ਵੋਟਰ ਪਛਾਣ ਪੱਤਰ ਬਣਾਏ ਨੇ। ਤੇ ਇੱਥੋਂ ਤੱਕ ਇਹ ਵੀ ਦੋਸ਼ ਲੱਗਿਆ ਕਿ ਭਾਰਤੀ ਚੋਣ ਕਮਿਸ਼ਨ ਦੀ ਵੈਬਸਾਈਟ ਹੈਕ ਕਰਨ ਦਾ ਵੀ ਉਹ ਦੋਸ਼ੀ ਹੈ, ਵਿਪੁਲ ਸੈਣੀ। ਹੁਣ ਇਸ ਤੋਂ ਪਹਿਲਾਂ ਵਿਰਕ ਸਾਹਿਬ ਵਿਰਕਾਂ ਤੇ ਹਸਾਉਣੀਆਂ ਸੁਣਾ ਕੇ ਗਏ ਨੇ। ਉਹ ਇੱਕ ਸੈਣੀਆਂ ਤੇ ਵੀ ਬਹੁਤ ਸਾਰੀਆਂ ਹਸਾਉਣੀਆਂ ਨੇ, ਬੰਦੇ ਮਾਈਂਡ ਨਾ ਕਰ ਜਾਣਾ। ਉਹ ਜਿਹੜਾ ਕਾਂ ਮੱਖਣ ਹੋਣੀ ਹੈ ਨਹੀਂ, ਚਲੋ ਕਾਂ ਹੋਣੀ ਹੈ ਸੁਣਾ ਦਿਓ। ਵਕੀਲ ਲੜ ਕਹਿੰਦਾ ਜੇ ਤੂੰ ਆ ਸੈਣੀ, ਮੈਂ ਕਹਿੰਦਾ ਕਾਂ ਹੋਣੀ ਹੈ ਨਹੀਂ। ਏਦਾਂ ਸੀ ਨਾ ਵੀ ਉਹ ਏਦਾਂ ਸੀ ਵੀ ਉਹ ਨਾ ਹਾਲ ਵਾਹੁੰਦਾ ਸੀ ਤੇ ਉਹ ਰੋਜ਼ ਨਾ ਕਾਂ ਆਇਆ ਕਰੇ, ਉਹਦੀ ਰੋਟੀ ਨਾ ਉਹ ਖੋਲ ਕੇ ਨਾ ਪੌਣੇ ਚੋਂ ਖਿੱਚ ਕੇ ਖਾ ਜਾਇਆ ਕਰੇ। ਉਹ ਕਾਂ ਦਾ ਸੀ ਆਪਾਂ ਨੂੰ ਪਤਾ ਗੰਦ ਗੁੰਦ 'ਚ ਮੂੰਹ ਮਾਰਦਾ ਆਉਂਦਾ ਤੇ ਉਹ ਫਿਰ ਉਹਨੂੰ ਹੁਣ ਰੋਟੀ ਵੀ ਉਹਦੀ ਬਰਬਾਦ ਹੋ ਜਾ ਕਰੇ। ਉਹਨੇ ਕਿਹਾ ਕੋਈ ਨਹੀਂ। ਉਹਨੇ ਕੰਮ ਛੱਡਿਆ, ਟੋਆ ਪੱਟਿਆ, ਲੰਬਾ ਪੈ ਗਿਆ। ਉਹਨੇ ਕੌਲੀ ਚੱਕੀ ਦਹੀਂ ਵਾਲੀ, ਮੂੰਹ ਦੇ ਵਿੱਚ ਜਿਹੜੀ ਲੱਦ ਲਈ, ਚੁੱਪ ਕਰਕੇ ਮੂੰਹ ਖੋਲ ਕੇ ਪਿਆ ਰਿਹਾ। ਤੇ ਉਧਰੋਂ ਕਾਂ ਆਇਆ। ਉਹਨੇ ਸੋਚਿਆ ਦਹੀਂ ਆ, ਤੇ ਕਾਂ ਨੇ ਅੱਗਾ ਨਹੀਂ ਦੇਖਿਆ, ਪਿੱਛਾ ਨਹੀਂ ਦੇਖਿਆ। ਉਹਨੇ ਚੁੰਝ ਮਾਰੀ ਤੇ ਉਹਨੇ ਮੂੰਹ ਘੁੱਟ ਲਿਆ ਤੇ ਹੌਲੀ ਜਿਹਾ ਬੋਲਿਆ, ਕਹਿੰਦਾ ਤੂੰ ਕੌਣ? ਕਹਿੰਦਾ ਮਾਂ ਸੈਣੀ। ਤੇ ਕਹਿੰਦਾ ਫਿਰ ਕਾਂ ਹੋਣੀ ਹੈ ਨਹੀਂ। ਠੀਕ ਹੈ ਇਸ ਕਰਕੇ ਹੁਣ ਉਹ ਕਾਂ ਵੀ ਸਿਆਣਾ ਸੀ। ਜਦੋਂ ਦੇਖਿਆ ਵੀ ਕਾਂ ਦੀ ਚੁੰਝ, ਉਹਨੇ ਆਪਣੇ ਦੰਦਾਂ 'ਚ ਚਿੱਥ ਲਈ। ਕਾਂ ਨੇ ਚਲਾਕੀ ਮਾਰੀ ਵੀ ਜੇ ਉਹਨੂੰ ਪਤਾ ਸੀ ਕਿ ਮੈਨੂੰ ਜਕੜ ਲਿਆ। ਉਹ ਪੁੱਛਿਆ ਵੀ ਤੂੰ ਕੌਣ? ਕਹਿੰਦਾ ਵੀ ਜੇ ਤਾਂ ਸਿਆਣਾ ਹੋਊ ਫਿਰ ਤਾਂ ਛੱਡੂਗਾ ਨਹੀਂ, ਜੇ ਦੇਖ ਲਾ ਭੋਲਾ ਹੋਇਆ ਫਿਰ ਮੂੰਹ ਖੋਲ ਕੇ ਕਹਿ ਦੂਗਾ ਇੰਨੇ ਨੂੰ ਮੈਂ ਚੁੰਝ ਛੜਾ ਕੇ ਭਾਜੂ, ਹੈ ਨਾ। ਤੇ ਇਸ ਕਰਕੇ ਫਿਰ ਜਿਵੇਂ ਕਾਂ ਨੇ ਪੁੱਛਿਆ ਤੂੰ ਕੌਣ, ਉਹਨੇ ਵੀ ਮੈਂ ਦੰਦ ਮੀਚ ਕੇ ਕਹਿੰਦਾ ਮੈਂ ਸੈਣੀ। ਕਹਿੰਦਾ ਜੇ ਤੂੰ ਸੈਣੀ ਤੇ ਫਿਰ ਕਾਂ ਹੋਣੀ ਹੈ ਨਹੀਂ। ਸੋ ਬਹੁਤ ਮਿਹਨਤੀ ਕਮਿਊਨਿਟੀ ਹੈ, ਟੂ ਬੀ ਵੈਰੀ ਫਰੈਂਕ। ਬਹੁਤ ਹਾਰਡ ਵਰਕਰ ਨੇ, ਇਹ ਗੱਲ ਨਹੀਂ ਹੈ। ਪਰ ਉਹ ਮਤਲਬ ਇੱਕ ਇਹਦੇ 'ਚ ਇਹਨੂੰ ਨੈਗੇਟਿਵ ਨਹੀਂ ਲੈਣਾ ਚਾਹੀਦਾ। ਉਹ ਜਿਹੜਾ ਬੰਦਾ ਕਾਂ ਨੂੰ ਕਾਬੂ ਕਰ ਸਕਦਾ ਨਾ, ਜਿਵੇਂ ਕਾਂ ਦੀ ਖਾਸੀਅਤ ਬਾਬੂ ਸਿੰਘ ਮਾਨ ਵਾਲੇ ਨੇ ਲਿਖੀ ਹੈ ਕਿ ਲਾ ਕੇ ਵੇਖ ਸਹੀ ਤੇਰਾ ਕਾਂ ਨਾਲ ਜੇਠ ਸਿਆਣਾ। ਸੋ ਕਾਂ ਫੜਨੇ ਬਹੁਤ ਔਖੇ ਨੇ। ਐਡਾ ਇੱਥੇ ਆ ਸਾਡੇ ਰਹਿੰਦੇ ਨੇ ਦੋ, ਇੱਕ ਚਿੱਟਾ ਕਾਂ ਆਇਆ ਸੁਰਿੰਦਰ ਵੀਰ, ਬੜੇ ਉਹਨੂੰ ਬਟੇਰਿਆਂ ਦੇ ਆਂਡੇ ਖਵਾਇਆ। ਬਹੁਤ ਕੋਸ਼ਿਸ਼ ਕੀਤੀ ਮੈਂ ਵੀ ਉਹਨੂੰ ਮੈਂ ਫੜ ਕੇ ਉਹਦੀ ਹੱਥ 'ਚ ਫੜ ਕੇ ਫੋਟੋ ਖਿੱਚਾਂ। ਉਹਦੇ ਖੰਭ ਚਿੱਟੇ, ਅੱਧੇ ਚਿੱਟੇ ਆ ਤੇ ਅੱਧੇ ਕਾਲੇ ਆ। ਜੋੜਾ ਹੈ, ਬੜੇ ਸਾਲਾਂ ਤੋਂ ਰਹਿ ਰਿਹਾ ਤਾਂ ਪਰ ਮੇਰੇ ਕਾਬੂ 'ਚ ਨਹੀਂ ਆਉਂਦੇ। ਬੜੀਆਂ ਟੋਕਰੀਆਂ ਮੈਂ ਲਾ ਕੇ ਵੇਖ ਲਈਆਂ। ਸੋ ਬਹੁਤ ਚੁਸਤ ਜਾਨਵਰ ਹੈ। ਪਰ ਸੈਣੀ ਸਾਹਿਬ ਹੋਰਾਂ ਨੇ ਕਾਂ ਆਉਣੀ ਵੀ ਹੈ ਨਹੀਂ ਕਰਤੇ ਫਿਰ। ਪਰ ਹੁਣ ਇਹ ਜਿਹੜਾ ਵਿਪੁਲ ਸੈਣੀ ਹੈ, ਇਹਨੂੰ ਤੇ ਪੁਲਿਸ ਪੈ ਨਿਕਲੀ। ਪੁਲਿਸ ਵਾਲੇ ਸਿਆਣੇ ਰਹੇ। ਸੋ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਹੈਕ ਕਰਨ ਦੇ ਦੋਸ਼ਾਂ ਦੇ ਅਧੀਨ ਗ੍ਰਿਫਤਾਰ ਕੀਤਾ। 10,000 ਦੇ ਕਰੀਬ ਇਹਨੇ ਵੋਟਰ ਆਈਡੀ ਕਾਰਡ ਬਣਾਤੇ 3 ਮਹੀਨਿਆਂ 'ਚ। ਹੁਣ ਜੇ ਇੱਕ ਛੋਟੇ ਜਿਹੇ ਸ਼ਹਿਰ 'ਚ ਬੰਦਾ ਬੈਠਾ, 60,000 ਰੁਪਈਆ ਉਹਦੇ ਬੈਂਕ ਖਾਤਿਆਂ 'ਚੋਂ ਮਿਲਿਆ, ਲੈਣ ਦੇਣ ਪਤਾ ਨਹੀਂ ਕਿੱਥੋਂ ਹੋਇਆ। ਇਹਦਾ ਮਤਲਬ ਜਿਵੇਂ ਹੁਣ ਯੂਪੀ 'ਚ ਇਲੈਕਸ਼ਨ ਹੈ ਬਾਈ ਜੀ, ਤੇ ਉੱਥੇ ਜੇ ਵੈਬਸਾਈਟਾਂ ਹੈਕ ਹੋ ਸਕਦੀਆਂ ਨੇ, ਇਲੈਕਸ਼ਨ ਕਮਿਸ਼ਨ ਦੇ ਜਿਹੜੇ ਪਹਿਚਾਣ ਪੱਤਰ ਨੇ, ਹਾਲਾਂਕਿ ਉਹਨਾਂ ਤੇ ਜਿਹੜਾ ਲੋਗੋ ਵੀ ਲੱਗਿਆ ਹੁੰਦਾ ਤੇ ਸਟਿੱਕਰ ਵੀ ਲੱਗੇ ਹੁੰਦੇ ਨੇ, ਉਹ ਸਾਰਾ ਕੁਝ ਬਣਾਈ ਜਾ ਰਿਹਾ ਬੰਦਾ। ਤੇ ਫਿਰ ਯੂਪੀ 'ਚ ਕੀ ਗੰਡੋਗੋਲ ਹੋਣਾ, ਇਹ ਤਾਂ ਕਮਾਲ ਦੀਆਂ ਗੱਲਾਂ ਨੇ। ਇੱਧਰ ਲੁਧਿਆਣੇ ਵਾਲੇ ਵੇਖ ਲਓ, ਜਿਨ੍ਹਾਂ ਨੇ ਕੈਪਟਨ ਸਾਹਿਬ ਨੂੰ ਗਾਲ ਕੱਢੀ, ਪਰ ਕੱਢੀ ਪੈਨ ਵਾਲੀ, ਹੈ ਨਾ। ਤੇ ਇਹ ਵੀ ਹੁਣ ਟੰਗੇ ਗਏ ਮਾਂ ਪੈਨ। ਇੱਕ ਪਤਾ ਨਹੀਂ ਕਿੰਨੀ ਕਰੀ ਹੋਣੀ ਪੁਲਿਸ ਵਾਲਿਆਂ ਨੇ ਕਿ ਸਾਡੇ ਕਪਤਾਨ ਸਾਹਿਬ ਨੂੰ ਗਾਲਾਂ ਕੱਢੀ ਜਾਂਦੇ ਹੋ, ਹੈ ਨਾ। ਸੋ ਫੜਿਆ ਜਾਂਦਾ ਬੰਦਾ, ਹੈ ਨਾ। ਆਪਣੀ ਇਹਦੇ 'ਚ ਹੁਣ ਦੇਖੋ ਨਾ, ਇਹ ਹੁਣ ਜਿਵੇਂ ਸ਼ਹਿਰੀ ਬੱਚੇ ਸੀਗੇ, ਵਿਪਲ ਸਿੰਗਲਾ ਤੇ ਦੂਸਰਾ ਜਿਹੜਾ ਸੀਗਾ ਪੁਰੀ, ਕੁਨਾਲ ਸਿੰਗਲਾ ਤੇ ਯੋਗੇਸ਼ ਪੁਰੀ, ਹੁਣ ਇਹਨਾਂ ਦੇ ਗਾਲ ਕੱਢਣ ਦੇ ਅੰਦਾਜ਼ ਤੋਂ ਪੁਲਿਸ ਨੇ ਲੱਖਾਂ ਲਾਇਆ ਹੋਣਾ, ਜੱਜਮੈਂਟ ਕੀਤੀ ਹੋਣੀ ਕਿ ਕੋਈ ਸ਼ਹਿਰੀ ਬੱਚੇ ਹੋ ਸਕਦੇ ਆ। ਇਹ ਚੀਜ਼ਾਂ ਟਰੇਸ ਹੁੰਦੀਆਂ ਨੇ, ਤੁਹਾਡੀ ਭਾਸ਼ਾ, ਤੁਹਾਡਾ ਪਹਿਰਾਵਾ। ਹੁਣ ਜਿਵੇਂ ਕਈ ਵਾਰੀ ਦੁਆਬੇ ਵਾਲੇ ਵੀਰ ਬੋਲਣਗੇ ਜਾਉਂਗੇ, ਉਹ ਪਤਾ ਲੱਗ ਜਾਂਦਾ ਕਿ ਦੁਆਬੀਏ ਨੇ। ਮਾਲਵੇ ਦੀ ਪਿੰਡ ਬੋਲੀ ਬਦਲਦੀ ਹੈ। ਸੋ ਇਸ ਕਰਕੇ ਤੁਹਾਡੀ ਬੋਲ ਚਾਲ, ਤੁਹਾਡਾ ਪਹਿਰਾਵਾ, ਤੁਹਾਡੀ ਸੂਰਤ ਤੇ ਸੀਰਤ, ਬਹੁਤ ਚੀਜ਼ਾਂ ਦਾ ਜਿਹੜਾ ਕਲੂ ਮਿਲ ਜਾਂਦਾ ਹੈ ਇਹਨਾਂ ਚੀਜ਼ਾਂ ਤੋਂ। ਜੀ ਸੁਰਿੰਦਰ ਵੀਰ।
नहीं बिल्कुल देखो पता गल की आ हुण तक इक्को आउंदा सी कि ईवीएम हैक नहीं हो सकदी। हुण तां मुख चोण कमीशन भारत सरकार आ ओनूं पुੱਛ लैण कि हुण की होया, ठीक है। ते हुण इहदे बाद करना की आ। हुण तक इक्को ही सी देखो ईवीएम ਜਿਹੜੇ ਕੰਟਰੀਆਂ ਨੇ ਤਿਆਰ ਕੀਤੀ ਜਿੱਥੋਂ ਤਿਆਰ ਹੋ ਕੇ ਆਈ ਉਹ ਹੱਥ ਖੜੇ ਕਰ ਗਏ। ਉਹ ਕਹਿੰਦੇ ਇਹ ਸਾਰਾ ਕੁਝ ਹੋ ਸਕਦਾ। ਉਹ ਜੇ ਬੈਲਟ ਪੇਪਰ ਤੇ ਆ ਗਿਆ ਤੇ ਹੁਣ ਕਿੱਡੀ ਕੋਈ ਸਮੱਸਿਆ ਸੀ ਕਿਉਂਕਿ ਕੋਈ ਸਮਾਂ ਸੀ ਬੈਲਟ ਪੇਪਰ ਤੋਂ ਅਸੀਂ ਈਵੀਐਮ ਤੇ ਆਏ ਤੇ ਦੁਬਾਰਾ ਹੋ ਸਕਦਾ ਈਵੀਐਮ ਤੇ ਜਾਣਾ ਪਵੇ। ਹੁਣ ਜਿੱਦਾਂ ਸਾਰਾ ਕੁਝ ਅਸੀਂ ਕਿਸੇ ਟਾਈਮ ਅਸੀਂ ਗੁੜ ਵੀ ਤਿਆਗ ਦਿੱਤਾ ਚੀਨੀ ਵੱਲ ਨੂੰ ਆ ਗਏ ਪਰ ਹੁਣ ਜਦੋਂ ਹੱਥਾਂ ਪੈਰਾਂ ਦੀ ਪੈ ਗਈ ਦੁਬਾਰਾ ਗੁੜ ਵੱਲ ਨੂੰ ਆ ਗਏ ਦੁਬਾਰਾ ਲੱਭਣ ਲੱਗ ਗਿਆ ਆਰਗੈਨਿਕ ਸਾਰਾ ਕੁਝ ਕਿ ਹੁਣ ਬਚਾ ਲਈਏ ਜੇ ਕੁਝ ਬਚਦਾ। ਪਰ ਅਸੀਂ ਬਹੁਤਾ ਕੁਝ ਜਿਹੜਾ ਸੀ ਉਹ ਅਸੀਂ ਰਹਿਣ ਸਹਿਣ 'ਚ ਵੀ ਆਪਣਾ ਬਹੁਤਾ ਕੁਝ ਜਿਹੜਾ ਉਹ ਬਰਬਾਦ ਕੀਤਾ ਵਾ। ਹੁਣ ਗੱਲ ਇਹ ਆ ਕਿ ਘੱਟੋ ਘੱਟ ਭਾਰਤ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਤੇ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਤੁਸੀਂ ਇੱਥੋਂ ਤੱਕ ਦੇਖੋ ਕਿ ਆਪਾਂ ਕਿੰਨੇ ਚੈਨਲਾਂ ਨਾਲ ਆਪਣਾ ਵਾਸਤਾ ਰਿਹਾ ਤੇ ਮੈਂ ਜਿਹੜੇ ਡਾਟਾ ਆਪਰੇਟਰ ਸੀ ਮੈਂ ਹਮੇਸ਼ਾ ਇਹ ਗੱਲ ਕਰਦਾ ਰਹਿੰਦਾ ਸੀ ਵੀ ਕੀ ਹੋ ਸਕਦਾ। ਔਰ ਉਹ ਇਹ ਵੀ ਉਸ ਵੇਲੇ ਮੰਨਦੇ ਸੀ ਈਵੀਐਮ ਛੱਡੋ ਕਹਿੰਦੇ ਏਟੀਐਮ ਚੋਂ ਵੀ ਪੈਸੇ ਕਢਾਏ ਜਾ ਸਕਦੇ ਆ ਬਸ਼ਰਤ ਕਿ ਤੁਹਾਡੇ ਤੋਂ ਪਹਿਲਾਂ ਜਿਹੜਾ ਬੰਦਾ ਕਢਾ ਕੇ ਗਿਆ ਤੁਸੀਂ ਉਹਦੇ ਮਗਰ ਜਾ ਰਹੇ ਹੋ ਤੁਸੀਂ ਉਹਦਾ ਕਾਰਡ ਨਹੀਂ ਲੈਣਾ ਕੁਝ ਨਹੀਂ ਲੈਣਾ ਭਾਵੇਂ ਉਹ ਕੈਂਸਲ ਕਰਕੇ ਗਿਆ ਉਹਦੀ ਟ੍ਰਾਂਜੈਕਸ਼ਨ ਜਿਹੜੀ ਸੀਗੀ ਉਹ ਕੈਂਸਲ ਦਾ ਬਟਨ ਨੱਪ ਕੇ ਜਾਂਦਾ ਉਹ ਕਹਿੰਦਾ ਕੈਂਸਲ ਕਰ ਗਿਆ ਤਦ ਵੀ ਕਢਾਏ ਜਾ ਸਕਦੇ ਆ। ਤੁਸੀਂ ਦੇਖੋ ਜੇ ਏਡੀ ਤਕੜੀ ਤਕਨੀਕ ਪਈ ਆ ਤੇ ਏਡੇ ਕਲਾਕਾਰ ਪਏ ਨੇ ਫਿਰ ਕੀ ਨਹੀਂ ਹੋ ਸਕਦਾ, ਠੀਕ ਹੈ। ਹੁਣ ਰੋਜ਼ਾਨਾ ਕੀ ਹਾਲਾਤਾਂ ਹੁੰਦੀਆਂ ਹਰ ਬੰਦੇ ਨੂੰ ਇੱਕੋ ਹੀ ਹੁੰਦਾ ਕਿ ਜੇ ਮੇਰੇ ਕੋਲ ਕੋਈ ਆਧਾਰ ਕਾਰਡ ਦਾ ਨੰਬਰ ਮੰਗਦਾ ਨਾ ਦਿਆਂ ਜੇ ਮੇਰੇ ਕੋਲ ਵੀ ਮੇਰਾ ਜੇ ਕੋਈ ਤੁਹਾਡੇ ਮੈਸੇਂਜਰ ਤੇ ਆਉਂਦਾ ਕਹਿੰਦਾ ਜੀ WhatsApp ਚਲਾਉਂਦੇ ਹੋ ਉਹਦਾ ਮਤਲਬ ਹੁੰਦਾ ਕਿ ਉਹਨੇ ਤੁਹਾਡਾ ਖਾਤਾ ਖਾਲੀ ਕਰਨਾ ਬਚ ਜੋ ਉਹਨੂੰ ਨੰਬਰ ਦੇਣ ਤੋਂ ਅਵਾਇਡ ਕਰ ਦੋ ਕਹੋ ਜੀ ਮੈਂ WhatsApp ਹੀ ਨਹੀਂ ਯੂਜ਼ ਕਰਦਾ ਮੇਰਾ ਤਾਂ ਕੋਈ ਕੰਮ ਮੈਂ ਕਿਹਾ ਮੈਂ ਨਹੀਂ WhatsApp ਯੂਜ਼ ਕਰਦਾ ਕਹਿੰਦੇ ਕਿਉਂ ਮੈਨੂੰ ਜ਼ਰੂਰਤ ਹੀ ਨਹੀਂ ਪਈ ਕਦੀ ਆਪਾਂ ਤਾਂ ਕਿਨਾਰਾ ਹੀ ਕਰ ਜਾਂਦੇ ਹੁੰਦੇ। ਹਾਂ ਉਹਨਾਂ ਨੂੰ ਦੋ ਜਿੱਥੇ ਤੁਹਾਡੀ ਤਸੱਲੀ ਆ ਤੁਹਾਨੂੰ ਪਤਾ ਇੱਥੇ ਕੁਝ ਨਹੀਂ ਹੋ ਸਕਦਾ ਨਹੀਂ ਤੇ ਜਿਹੜੇ ਚਾਰ ਦਮੜੇ ਹੈਗੇ ਆ ਕੱਢ ਕੇ ਕੋਈ ਲੈ ਜਾਊਗਾ ਫਿਰ ਮੱਥੇ ਤੇ ਹੱਥ ਮਾਰਦੇ ਫਿਰੋਂਗੇ। ਯਾਨੀ ਕਿ ਹਰ ਬੰਨੇ ਤੋਂ ਹੁਣ ਬੰਦੇ ਨੂੰ ਇਹ ਪਤਾ ਵੀ ਜੇ ਕਿਤੇ ਆਧਾਰ ਕਾਰਡ ਨੰਬਰ ਮਿਲ ਗਿਆ ਤਾਂ ਫਿਰ ਉਹਦੇ ਬਾਅਦ ਇਹਦੇ ਸਾਰੇ ਅਕਾਊਂਟ ਜਿਹੜੇ ਆ ਉਹ ਹੱਥ 'ਚ ਆ ਜਾਣਗੇ ਤੇ ਅਕਾਊਂਟ 'ਚ ਪੈਸੇ ਕੱਢਣੇ ਕੋਈ ਔਖੇ ਹੀ ਨਹੀਂ ਕਿਸੇ ਦੇ ਲਈ। ਫਿਰ ਕਿੱਦਾਂ ਟ੍ਰਾਂਸਫਰ ਹੁੰਦੇ ਕੀ ਕੁਝ ਹੁੰਦੇ ਆ ਇੱਥੇ ਦਾ ਹਿਸਾਬ ਨਾਲ ਸੁੱਖ ਨਾਲ ਆਪਣੇ ਕਰੋੜਾਂ ਰੁਪਈਆ ਪਟਿਆਲੇ ਮੰਤਰੀ ਸਾਹਿਬ ਸੀਗੇ ਆਪਣੇ ਉਹਨਾਂ ਦੀ ਧਰਮ ਪਤਨੀ ਤੋਂ ਕਹਿਤਾ ਕਿ ਤੁਹਾਡੇ ਪਿਓ ਦੀਆਂ ਇੰਨੀਆਂ ਪੁਰਾਣੀਆਂ ਐਫਡੀਆਂ ਪਈਆਂ ਨੇ ਉਹਨਾਂ 'ਚ ਕੋਈ ਟ੍ਰਾਂਜੈਕਸ਼ਨਾਂ ਆਉਣ ਵਾਲੀਆਂ ਨੇ ਕਹਿ ਕੇ ਉਹਨਾਂ ਦਾ ਕਰੋੜ ਰੁਪਈਆ ਸਾਹਿਬ ਦੀ ਬੇਟੀ ਦਾ ਮਤਲਬ ਸ਼੍ਰੀਮਤੀ ਪ੍ਰਨੀਤ ਕੌਰ ਦਾ 26 ਲੱਖ ਰੁਪਈਆ ਲਿਆ ਸੀ ਇੱਕ ਇਹਨਾਂ ਦੇ ਸਲਾਹਕਾਰ ਦਾ ਲੈ ਗਏ ਸੀ ਬਿਹਾਰ 'ਚ ਬੈਠੇ ਬੰਦੇ ਲੈ ਗਏ ਸੀ ਸ਼੍ਰੀਮਤੀ ਪ੍ਰਨੀਤ ਕੌਰ MP ਦੇ ਪੈਸੇ ਕਢਾ ਕੇ ਦੇਖੋ। नहीं मैंने भी फोन आया सवेरे 5:30 आ गया कहते जी मैनेजर बोल रहा हूँ बैंक से मैं ना गौल कट के मोटी सारी मैं कंजर गया पुत्ता 5:30 केड़ा बैंक खोलिया भज गया बंद करके नाल दी नाल है मतलब तुसी देखो भी किड्डे हासो ही नहीं 5:30 बजे फोन ला रहा त्यानू ठीक है कहता जी हम बैंक से मैनेजर बोल रहे हैं आपका ATM एक्सपायर हो गया नया चाहिए पहले का नंबर बता दो हम आपको नया अभी कहना आपके एड्रेस पे आ जाएगा। दसो हाल मतलब ये तो हालात ने साढ़े मतलब किते पता नहीं खादा पीता होना कुछ तो साढ़े रात किते सौ नहीं सकिया होगा तो या ठगी मारी नू देर हो गई होगी 5:30 बजे फोन सवेरे ठोक दिता कहता जी हम बैंक से मैनेजर बोल रहे मैनू मैं सोचा भी 5:30 बजे पतंदरा केड़ा बैंक तेरा जेड़ा खुला ये तो यह कि लोग बेचारे झांसे च आ जाते बड़ा कुछ हुंदा पर गल ये ਭਾਰਤ ਸਰਕਾਰ ਜਿਹੜੀ ਉਹਨੂੰ ਪਤਾ ਕਿੱਥੇ ਕਿੱਥੇ ਕੀ ਕੁਝ ਹੈਕ ਹੋ ਸਕਦਾ ਕਿੱਥੇ ਕਿੱਥੇ ਕਿਹੜੀ ਠੱਗੀ ਠੋਰੀ ਮਾਰੀ ਜਾ ਸਕਦੀ ਉਹਨਾਂ ਨੂੰ ਪਤਾ ਵੀ ਸਾਡੇ ਨਾਲ ਤਾਂ ਠੱਗੀ ਨਹੀਂ ਹੋਣੀ ਠੀਕ ਹੈ। ਜੇ 10,000 ਜਾਲੀ ਬਣਿਆ ਫੜ ਲਿਆ ਕੱਲ ਨੂੰ ਕਹਿ ਦਾਂਗੇ ਕਿ ਦੇਖੋ ਜੀ ਜਿਹਨੇ ਜਾਲੀ ਬਣਾਇਆ ਸੀ ਅਸੀਂ ਉਹਨੂੰ ਫੜ ਲਿਆ ਜੀ ਇਹ ਥੋੜੀ ਮੰਨਾਂਗੇ ਕਿ EVM 'ਚ ਕੀ ਕੁਝ ਹੁੰਦਾ ਕਿੱਦਾਂ ਕੀ ਕੁਝ ਹੁੰਦਾ। ਇੱਥੋਂ ਤੱਕ ਪਰਮਿੰਦਰ ਮੈਂ ਕੁਝ ਬੰਦਿਆਂ ਨਾਲ ਗੱਲ ਕੀਤੀ ਸੀ ਜਿਹੜੇ ਕਰਨਾਟਕ ਦੇ ਨਾਲ ਸੰਬੰਧਿਤ ਉਹ ਕਹਿੰਦੇ ਵੀ ਜਿੱਥੋਂ ਇਹ ਕਰਨਾਟਕ ਦੇ ਵਿੱਚ ਸਾਰੀਆਂ ਅਸੈਂਬਲ ਹੋ ਕੇ ਨਿਕਲਦੀਆਂ ਨੇ ਕਹਿੰਦੇ ਉੱਥੇ ਹਾਲਾਤ ਇਹ ਆ ਇਹੋ ਜਿਹੇ ਕਲਾਕਾਰ ਬੈਠੇ ਨੇ 1.5 ਸੈਕਿੰਡ ਦਾ ਕਰੰਟ ਦਿੰਦੇ ਨੇ ਇੱਕ ਤੋਂ ਦੂਸਰੇ ਬੰਨੇ ਸੀਲ ਨਹੀਂ ਖੋਲਣੀ ਇੱਕ ਦੀ ਸਾਰੀ ਵੋਟ ਦੂਸਰੇ 'ਚ ਟ੍ਰਾਂਸਫਰ ਕਰ ਜਾਂਦੇ ਨੇ 1.5 ਸੈਕਿੰਡ ਦੇ ਅੰਦਰ ਮਤਲਬ ਕਿੰਨੀ ਫਾਸਟ ਕਰਦੇ ਤੁਸੀਂ ਦੇਖੋ ਮਤਲਬ ਏਦਾਂ ਦੀ ਕਲਾਕਾਰੀ ਪਈ ਆ ਜੇ ਕਲਾਕਾਰੀ ਏਦਾਂ ਦੀ ਪਈ ਆ ਤੇ ਫਿਰ ਸੇਫ ਕੀ ਆ ਫਿਰ ਹੁਣ ਜਿਹੜੀ ਕੜੀ ਕੁੜੀ ਆ ਉਹ ਸਾਹਮਣੇ ਦਿਖਦੀ ਆ। ਹੁਣ ਆਜੋ ਕੈਪਟਨ ਅਮਰਿੰਦਰ ਸਿੰਘ ਵੱਲ ਨੂੰ ਇੱਕੋ ਕਹੀ ਜਾਂਦਾ ਸੀ ਜਵੇਦ ਬਾਜਵੇ ਨੂੰ ਐਂ ਕਰ ਦਿਆਂਗਾ ਜੋ ਕਰ ਦਿਆਂਗਾ ਸੁਧਰ ਜਾਵੇ ਮੇਰੇ ਜਵਾਨਾਂ ਵੱਲ ਦੇਖਿਆ ਆ ਹੁਣ ਤੇਰੇ ਵਾਲੇ ਜਿਹੜੇ 2 ਜਵਾਨਾਂ ਨੇ ਤੇਰਾ ਮੱਕੂ ਠੱਪਿਆ ਹੁਣ ਉਹਨਾਂ ਵੱਲ ਦੇਖ ਲਾ ਠੀਕ ਹੈ ਨਾ ਕਹਿੰਦਾ ਮੈਂ ਇਹਨਾਂ ਦਾ ਰਖਵਾਲਾ
ਬਣ ਜਾ ਰਖਵਾਲਾ, ਉਹਨਾਂ ਨੇ ਤੇਰਾ ਮੱਕੂ ਠੱਪ ਕੇ ਰੱਖ ਦਿੱਤਾ। ਤੇ ਜੋ ਕੁਝ ਉੱਥੇ ਅਸੀਂ ਤਾਂ ਮਾੜਾ ਮੋਟਾ ਸੁਣਿਆ ਹੀ ਸੀ ਕੀ ਕੁਛ ਆ, ਤੇ ਇੰਟੈਲੀਜੈਂਸ ਨੇ ਰਿਪੋਰਟ ਦੇਤੀ ਹੋਣੀ ਆ ਕੋਈ ਫਲੈਕਸ ਤੇ ਕੀ ਕੁਛ ਚੱਲਦਾ ਸੀ, ਤੇ ਉਹਨੂੰ ਚੰਗੀ ਤਰ੍ਹਾਂ ਵਾਚ ਲਵੇ, ਪਤਾ ਲੱਗ ਜੂਗਾ ਕਿ ਧੱਕੇ ਨਾਲ ਖੜ ਕੇ ਏਡੀ ਹਿੱਕ ਠੋਕ ਕੇ ਖੜਨਾ ਜਿਹੜਾ ਉਹ ਵੀ ਕਿਤੇ ਨਾ ਕਿਤੇ ਗਲਤ ਹੁੰਦਾ। ਹਰ ਤਬਕੇ 'ਚ, ਹਰ ਇੱਕ ਕਮਿਊਨਿਟੀ ਦੇ ਵਿੱਚ, ਹਰ ਇੱਕ ਕਾਸਟ ਦੇ ਵਿੱਚ ਬੰਦੇ ਚੰਗੇ ਵੀ ਹੁੰਦੇ ਤੇ ਮਾੜੇ ਵੀ ਹੁੰਦੇ ਆ। ਇਹ ਨਹੀਂ ਹੁੰਦਾ ਕਿ ਤੁਸੀਂ ਇੱਕ ਠੋਕ ਕੇ ਖੜ ਜਾਓ ਮੈਂ ਇਹਨਾਂ ਦਾ ਰਖਵਾਲਾ, ਹੋਰ ਕੋਈ ਰਖਵਾਲਾ ਹੀ ਨਹੀਂ। ਭਾਈ ਜਦੋਂ ਤੁਸੀਂ ਨਹੀਂ ਸੀ ਜੰਮੇ ਉਦੋਂ ਕੀ ਕੋਈ ਰਖਵਾਲਾ ਨਹੀਂ ਸੀ? ਜਦੋਂ ਤੁਸੀਂ ਮੁੱਖ ਮੰਤਰੀ ਨਹੀਂ ਸੀ ਬਣੇ ਕੀ ਉਸ ਕਮਿਊਨਿਟੀ ਦਾ ਪੰਜਾਬ 'ਚ ਕੋਈ ਰਖਵਾਲਾ ਨਹੀਂ ਸੀ? ਜਿੱਦਾਂ ਤੁਸੀਂ ਅੰਮ੍ਰਿਤਸਰ ਐਲਾਨਨਾਮੇ ਤੇ ਜਿਹੜਾ ਸੀਗਾ ਵੱਖਰੀ ਸਟੇਟ ਦਾ ਮਤਾ ਸੀ 1994 ਚ, ਜਦੋਂ UNO ਦਾ ਸੈਕਟਰੀ ਜਨਰਲ ਬੁਤਰਜ ਘਾਲੀ ਆਇਆ ਸੀਗਾ, ਉਹਨੂੰ ਜਿਹੜਾ ਮੈਮੋਰੰਡਮ ਦਿੱਤਾ ਗਿਆ ਸੀ ਉਹ ਤੇ ਤੁਹਾਡੇ ਵੀ ਸਿਗਨੇਚਰ ਸੀ। ਕਿ ਉਦੋਂ ਇਹਨਾਂ ਦਾ ਤੁਹਾਨੂੰ ਯਾਦ ਨਹੀਂ ਸੀ ਆਈ ਕਿ ਇਹਨਾਂ ਨੂੰ ਕਿੱਥੇ ਭੇਜਣਾ? ਜੇ ਅਸੀਂ ਵੱਖਰਾ ਦੇਸ਼ ਬਣਾਇਆ ਤੇ ਇਹਨਾਂ ਨੂੰ ਕਿੱਥੇ ਭੇਜਣਾ? ਉਦੋਂ ਯਾਦ ਨਹੀਂ ਸੀ ਆਇਆ। ਜਿੱਦਾਂ 1998 ਚ ਕਾਂਗਰਸ 'ਚ ਐਂਟਰੀ ਪਾ ਲਈ, ਉਹਦੇ ਬਾਅਦ ਤੁਹਾਨੂੰ ਸਾਰਾ ਕੁਝ ਯਾਦ ਆ ਗਿਆ। ਇਸ ਕਰਕੇ ਕਿਤੇ ਨਾ ਕਿਤੇ ਆ ਇਹ ਰੋਟੀਆਂ ਸਿੱਖਣ ਵਾਲੀ ਫੌਜ ਆ, ਇਹਨਾਂ ਨੇ ਰੋਟੀਆਂ ਸਿੱਖਣੀਆਂ ਵਾ। ਪਰ ਏਦਾਂ ਦੇ ਜਿਹੜੇ ਇਹਨਾਂ ਨੂੰ ਤੜਕੇ ਲੱਗਦੇ ਆ ਨਾ, ਇਹ ਤੜਕਿਆਂ ਦੇ ਨਾਲ ਘੱਟੋ ਘੱਟ ਇਹਨਾਂ ਦੀ ਅਕਲ ਜਿਹੜੀ ਆ ਉਹ ਕਿਤੇ ਨਾ ਕਿਤੇ ਟਿਕਾਣੇ ਜਿਹੜੀ ਆਉਂਦੀ ਜਾਏਗੀ। ਜੀ, ਪੰਜਾਬ ਦੀ ਸਿਆਸਤ ਦੇ ਵਿੱਚ ਕੀ ਕੁਝ ਵਾਪਰ ਰਿਹਾ? ਕਿਉਂਕਿ ਪੰਜਾਬ ਦੇ ਰਾਜਪਾਲ VP ਸਿੰਘ ਬਦਨੌਰ ਚੰਡੀਗੜ੍ਹ ਪ੍ਰਸ਼ਾਸਕ ਨੂੰ ਬਦਲਣ ਦੀ ਜ਼ਿੰਮੇਵਾਰੀ ਤੋਂ ਲਾਂਭੇ ਨਹੀਂ ਕੀਤਾ ਜਾਵੇਗਾ, ਇਹ ਪੰਜਾਬ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਪਸ਼ਟ ਕਰ ਦਿੱਤਾ ਹੈ। ਕਾਬਲੇ ਜ਼ਿਕਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਦਲ ਵੱਲੋਂ ਹਾਲੇ ਟਵੀਟ ਹੋਈ ਸੀ ਸੁਖਬੀਰ ਹੋਰਾਂ ਵੱਲੋਂ ਕਿ ਉਹ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਨੇ ਤੇ ਚੰਡੀਗੜ੍ਹ ਵਾਸਤੇ ਵੱਖਰਾ ਪ੍ਰਸ਼ਾਸਕ ਲਾਉਣ ਬਾਰੇ ਕੇਂਦਰ ਸਰਕਾਰ ਦੀ ਤਜਵੀਜ਼ ਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ ਕਿ ਚੰਡੀਗੜ੍ਹ ਲਈ ਵੱਖਰਾ ਪ੍ਰਸ਼ਾਸਕ ਲਾਉਣਾ ਹੈ ਜਾਂ ਨਹੀਂ ਲਾਉਣਾ। ਇਸ ਸੰਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਸ਼੍ਰੀ ਬਾਦਲ ਨੇ ਅਮਿਤ ਸ਼ਾਹ ਕੋਲ ਅਜਿਹਾ ਕੋਈ ਮੁੱਦਾ ਨਹੀਂ ਉਠਾਇਆ। ਯਾਨੀ ਕਿ ਹੁਣ ਬਾਦਲ ਸਾਹਿਬ ਦੀ ਟਵੀਟ ਨੂੰ ਗ੍ਰਹਿ ਮੰਤਰਾਲਾ ਹੀ ਭੰਡਣ ਲੱਗ ਗਿਆ ਵੀ ਭਾਈ ਇਹ ਤਾਂ ਐਵੇਂ ਹਵਾ ਬਣਾਉਂਦਾ, ਇਹਨੇ ਸਾਨੂੰ ਕੋਈ ਅਪੀਲ ਫੁੱਲ ਨਹੀਂ ਕੀਤੀ। ਖੈਰ, ਪਰ ਗ੍ਰਹਿ ਮੰਤਰਾਲੇ ਨੇ ਸਪਸ਼ਟ ਕਰ ਦਿੱਤਾ ਕਿ ਅਸੀਂ ਬਦਨੌਰ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਦੀ ਜ਼ਿੰਮੇਵਾਰੀ ਤੋਂ ਲਾਂਭੇ ਨਹੀਂ ਕਰਾਂਗੇ। ਕੀ ਵੇਖਦੇ ਹੋਗੇ? ਇੱਕ ਤਾਂ ਸੁਖਬੀਰ ਦੀ ਟਵੀਟ ਤਾਂ ਜਾਂ ਸੁਖਬੀਰ ਦੀ ਸਟੇਟਮੈਂਟ ਦੀ ਫੂਕ ਹੀ ਕੱਢ ਦਿੱਤੀ ਕਿ ਨਹੀਂ ਅਮਿਤ ਸ਼ਾਹ ਨਾਲ ਕੋਈ ਗੱਲ ਨਹੀਂ ਹੋਈ ਸੁਖਬੀਰ ਦੀ, ਇਹ ਐਵੇਂ ਬਿਆਨ ਦੇਈ ਜਾਂਦੇ ਨੇ। ਇਹ ਵੀ ਦਿਨ ਦੇਖਣੇ ਸੀ ਹੈ ਨਾ, ਇਹ ਕਿਸਾਨੀ ਕ੍ਰੈਡਿਟ ਅੰਦੋਲਨ ਨੇ ਕੀ ਕੁਝ ਦਿਖਾ ਦਿੱਤਾ ਹੈ ਨਾ ਜੀ। ਨਹੀਂ ਬਿਲਕੁਲ, ਮੈਂ ਦੇਖੋ ਪਤਾ ਨਹੀਂ ਹੁਣ ਇਹ ਨਹੀਂ ਅਜੇ ਤੱਕ ਕਲੀਅਰ ਕਿ ਕੀ VP ਸਿੰਘ ਬਦਨੌਰ ਨੂੰ ਬਦਲਿਆ ਜਾਣਾ ਜਾਂ ਰੱਖਿਆ ਜਾਣਾ। ਪਹਿਲੀ ਗੱਲ ਇਹ ਕਲੀਅਰ ਹੋਵੇ ਕਿ ਜੇ ਹੋਮ ਡਿਪਾਰਟਮੈਂਟ ਨੇ ਇਹ ਗੱਲ ਕਹੀ, ਇਹਦਾ ਮਤਲਬ ਜੇ ਉਹਨਾਂ ਕਿਹਾ ਕਿ ਉਹਨਾਂ ਨੂੰ ਉਹਦੇ ਤੋਂ ਨਹੀਂ ਬਦਲਿਆ ਜਾਏਗਾ, ਉਹ ਚਾਰਜ ਜਿਹੜਾ ਗਵਰਨਰ ਪੰਜਾਬ ਹੋਏਗਾ, ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਚਾਰਜ ਉਹਦੇ ਕੋਲ ਰਹੇਗਾ। ਪਹਿਲੀ ਗੱਲ ਤੇ ਇਹ ਆ ਕਿ ਉਹ VP ਸਿੰਘ ਬਦਨੌਰ ਨੇ ਗਵਰਨਰ ਰਹਿਣਾ, ਜੇ ਗਵਰਨਰ ਉਹਨਾਂ ਰਹਿਣਾ ਤਾਂ ਆਟੋਮੈਟਿਕਲੀ ਇਹ ਚਾਰਜ ਉਹਨਾਂ ਕੋਲ ਰਹੇਗਾ। ਪਹਿਲਾਂ ਇਹ ਉੱਠਿਆ ਸੀ ਕਿ ਸ਼ਾਇਦ ਉਹਦਾ ਜਿਹੜਾ ਵਾ ਉਹ ਤੇ ਪ੍ਰਸ਼ਾਸਕ ਆ ਉਹ ਅਲੱਗ ਤੋਂ ਲਾ ਦਿੱਤਾ ਜਾਵੇ। ਹੁਣ ਇਹ ਅਜੇ ਤੱਕ ਕਲੀਅਰ ਨਹੀਂ ਕਿ ਕੀ ਪ੍ਰਸ਼ਾਸਕ ਵੀ ਤੇ ਗਵਰਨਰ ਵੀ VP ਸਿੰਘ ਬਦਨੌਰ ਨੇ ਰਹਿਣਾ ਜਾਂ ਗਵਰਨਰ ਨਵਾਂ ਆਉਣਾ। ਜੇ ਉਹੀ ਰਹਿਣਾ ਤੇ ਫਿਰ ਕਾਰਜਕਾਲ 'ਚ ਵਾਧਾ ਹੋਏਗਾ, ਤੇ ਵਾਧੇ 'ਚ ਦਿਨ ਕਿਹੜੇ ਰਹਿ ਗਏ ਆ? ਕਿਉਂਕਿ 22 ਜਿਹੜਾ ਅਗਸਤ ਆ ਉਹ ਉਹਨਾਂ ਦਾ ਲਾਸਟ ਆ, ਠੀਕ ਹੈ। 22 ਤੋਂ ਡੇਟ ਜਿਹੜੀ ਆ ਉਹ ਅੱਗੇ ਵਧਾਉਂਦੇ ਆ, ਕੀ ਕਰਦੇ ਆ, ਕਿੰਨਾ ਸਮਾਂ ਵਧਾਉਣੀ ਆ, ਕੀ ਕੁਛ ਆ। ਵੈਸੇ ਜੇ ਵਧਾਉਣਗੇ ਤੇ ਕਾਰਜਕਾਲ ਵਧਾਉਣਾ ਪਵੇਗਾ, ਠੀਕ ਆ। ਇਹ ਨਹੀਂ ਕਹਿ ਦੇਣਗੇ ਕਿ ਜਿਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦਾ ਇੱਕ ਵਾਈਸ ਚਾਂਸਲਰ ਸੀ, ਉਹਨੂੰ ਡੇਲੀ ਵੇਜ ਤੇ ਕਰ ਦਿੱਤਾ ਸੀ, ਕਹਿੰਦੇ ਅਗਲੇ ਹੁਕਮਾਂ ਤੱਕ ਵਾਧਾ ਕੀਤਾ ਜਾਂਦਾ। ਅਗਲੇ ਹੁਕਮ ਦਾ ਮਤਲਬ ਸੀ ਜਿੱਦਣ ਚਾਹਾਂਗੇ ਉਦਣ ਘਰ ਨੂੰ ਤੋੜ ਦਿਆਂਗੇ। ਤੇ ਕੁਝ ਪ੍ਰੋਫੈਸਰ ਇਕੱਠੇ ਹੋਏ, ਉਹਨਾਂ ਕਿਹਾ ਕਹਿੰਦੇ VC ਸਾਹਿਬ ਇਹ ਕੀ ਹੋਇਆ ਰੋਜ਼ਾਨਾ ਦਾ ਜਿਹੜਾ ਤੁਹਾਨੂੰ ਡੇਲੀ ਵੇਜ ਤੇ ਰੱਖਿਆ? ਕਹਿੰਦਾ ਜੀ ਤਾਂ ਕੀ ਹੋ ਗਿਆ, VC ਤਾਂ VC ਹੈ ਨਾ, ਤਾਂ ਕੀ ਹੋ ਗਿਆ ਜੇ ਡੇਲੀ ਵੇਜ ਹੋ ਗਿਆ ਵਾਈਸ ਚਾਂਸਲਰ ਨਾਲ। ਉਦੋਂ ਸ਼ੈਂਕੀ ਹੁੰਦਾ ਸੀ, ਉਹਨੇ ਨਾ ਹੋਸਟਲ 'ਚ ਫੋਨ ਲਾ ਲਿਆ। VC ਬਹੁਤ ਚੰਗੇ ਹੁੰਦੇ ਸੀ, ਹਰ ਇੱਕ ਨਾਲ ਗੱਲ ਕਰਦੇ ਸੀ, ਉਹ ਕਮੇਡੀ ਵੀ ਸਹਿ ਲੈਂਦੇ ਸੀ ਆਪਣੀ, ਹੈ ਨਾ, ਬਹੁਤ ਵਧੀਆ ਇਨਸਾਨ ਸੀਗੇ। ਉਦੋਂ ਪਹਿਲੀ ਵਾਰੀ ਡੇਲੀ ਵੇਜ ਤੇ ਕੀਤਾ ਸੀ ਨਾ। ਉਹ ਕਹਿੰਦਾ VC ਸਾਹਿਬ ਵਧਾਈਆਂ ਜੀ, ਵਧਾਈਆਂ ਬੇਟਾ, ਬਹੁਤ ਬਹੁਤ ਵਧਾਈਆਂ। ਕਹਿੰਦਾ ਜੀ ਮੈਂ ਸੁਣਿਆ ਤੁਸੀਂ ਦਿਹਾੜੀ ਤੇ ਹੋ ਗਏ ਅੱਜ ਕੱਲ੍ਹ। ਕੌਣ ਬਦਤਮੀਜ਼ ਬੋਲ ਰਿਹਾ? ਉਹ ਕਹਿੰਦਾ ਜੀ ਡੇਲੀ ਵੇਜ ਦਾ ਮਤਲਬ ਸਾਡੇ ਨਾ ਦਿਹਾੜੀ ਤੇ ਹੀ ਕਹਿੰਦੇ ਹੁੰਦਾ ਵੀ ਬੰਦਾ ਦਿਹਾੜੀ ਤੇ ਰੱਖ ਲਿਆ। ਖੈਰ, ਹੁਣ ਮੋਦੀ ਸਾਹਿਬ ਇਹ ਤਾਂ ਪੱਕੇ ਰਹਿਣ ਨੂੰ ਤਿਆਰ ਨੇ। ਮੋਦੀ ਸਾਹਿਬ ਜਾਂ ਹੋਰ ਬਜ਼ੁਰਗ ਨੇਤਾ, ਨਾ ਪੰਜਾਬ ਵਾਲੇ ਕੈਪਟਨ ਸਾਹਿਬ ਨਾ ਬਾਦਲ ਸਾਹਿਬ, ਕੋਈ ਵੀ ਕੁਰਸੀ ਛੱਡਣ ਨੂੰ ਤਿਆਰ ਨਹੀਂ। ਬਾਬੇ ਕਹਿੰਦੇ ਉਹ ਭਾਵੇਂ ਪੰਜਾਬ ਦੀ ਪੋਇਟਰੀ ਕਹੀ ਜਾਵੇ, ਬਾਬਾ ਰਾਹੋਂ ਲਾਂਭੇ ਹੋ ਜਾ ਜਾਂ ਫਿਰ ਨਵਿਆਂ ਵਿੱਚ ਖਲੋ ਜਾ। ਜਾਣੀ ਯੂਥ ਨੂੰ, ਨੌਜਵਾਨੀ ਨੂੰ ਇਹ ਸਮਾਂ ਨਹੀਂ ਦਿੰਦੇ ਬਾਬੇ। ਪਰ ਹੁਣ ਬਾਬਾ, ਕਿਉਂਕਿ ਸ਼ਕਲ ਸੂਰਤ ਤੋਂ ਤਾਂ ਮੋਦੀ ਸਾਹਿਬ ਵੀ ਪੂਰਾ ਬਾਬਾ ਹੀ ਲੱਗਦਾ, ਪ੍ਰਵਚਨ ਕਰਦਾ, ਬਹਿਨੋ ਔਰ ਭਾਈਓ।
सरल संपत बहुत रीस लाउंदे ने इन्हां दी, ਉਹ ਵੀ ਦੇਖਣ ਵਾਲੇ ਆ। ਬਹੁਤ ਵਧੀਆ ਸ਼ਹਿਰ ਨੇ सरल संपत सरल। ਮੋਦੀ ਸਾਹਿਬ ਨੇ ਅੱਜ ਇੱਕ ਨਵੀਂ ਪਾਲਿਸੀ ਦਾ ਐਲਾਨ ਕਰ ਦਿੱਤਾ। ਵੈਸੇ ਪਹਿਲਾਂ ਬਣ ਚੁੱਕੀ ਹੈ ਕੌਮੀ ਵਾਹਨ ਸਕ੍ਰੈਪ ਪਾਲਿਸੀ। ਕਹਿੰਦੇ ਜਿਹੜੇ ਪੁਰਾਣੇ ਅਨਫਿਟ ਵਾਹਨ ਨੇ ਉਹਨਾਂ ਨੂੰ ਹੁਣ ਵਿਗਿਆਨਕ ਢੰਗ ਨਾਲ ਜਾਣੀ ਉਹਨਾਂ ਨੂੰ ਸਕ੍ਰੈਪ ਬਣਾ ਦਿੱਤਾ ਜਾਵੇਗਾ। ਗੁਜਰਾਤ ਦੇ ਵਿੱਚ ਇੰਡਸਟਰੀਅਲ ਦੀ ਮੀਟਿੰਗ ਨੂੰ, ਨਿਵੇਸ਼ਕਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੋਦੀ ਸਾਹਿਬ ਨੇ ਆਖਿਆ ਕਿ ਜਿਹੜੇ ਪੁਰਾਣੇ ਵਾਹਨ ਸੜਕਾਂ ਤੇ ਚੱਲਣੇ ਬੰਦ ਕਰਨੇ ਆ, ਉਹਦੇ ਲਈ ਇੱਕ ਤੇ ਪ੍ਰਦੂਸ਼ਣ ਦੀ ਸਮੱਸਿਆ ਹੱਲ ਹੋ ਜਾਵੇਗੀ, ਦੂਜੇ ਹਾਦਸੇ ਘਟਣਗੇ। ਜਾਣੀ ਪੁਰਾਣੇ ਵਾਹਨ ਨੂੰ ਜਿਵੇਂ ਵਿਦੇਸ਼ਾਂ 'ਚ ਰੀਸਾਈਕਲ ਕੀਤਾ ਜਾਂਦਾ ਉਹ ਪਾਲਿਸੀ ਲਿਆ ਰਹੇ ਨੇ। ਇਸ ਮੰਤਵ ਵਾਸਤੇ ਸਰਕਾਰ 10,000 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ, ਜਿਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਜਾਣੀ ਹੁਣ ਜਿਵੇਂ ਪੁਰਾਣੇ ਆਟੋ ਨੇ ਦਿੱਲੀ 'ਚੋਂ ਸਕ੍ਰੈਪ ਕੱਢੀ ਆ, ਪੰਜਾਬ ਵਾਲੇ ਲਿਆਏ, ਡੀਜ਼ਲ ਪਾਪਾ ਚਲਾਈ ਜਾਂਦੇ ਆ। ਪਿੱਛੇ ਲਿਖਿਆ ਹੁੰਦਾ ਗੁਰੂ ਰਾਖਾ, ਧੂੰਆਂ ਬਹੁਤ ਮਾਰਦੇ ਆ ਭੱਠੇ ਜੰਨਾ। ਇਸ ਦੌਰਾਨ ਇੱਕ ਗੱਲੋਂ ਤਾਂ ਇਹ ਚੰਗਾ ਵੀ ਆ ਕਿ ਪੁਰਾਣੇ ਵਾਹਨ ਨੇ ਜਿਹੜੇ ਉਹ ਬਹੁਤ ਖਸਤਾ ਹਾਲਤ 'ਚ ਨੇ, ਤੇ ਦੂਸਰਾ ਹੁਣ ਕੈਪਟਨ ਸਾਹਿਬ ਨੇ ਤਾਂ ਪੁਰਾਣੇ ਮਰਸਰੀ ਟਰੱਕ ਡੰਡਾੜੀ ਪਹਿਲਾਂ ਹੀ ਖਤਮ ਕਰ ਦਿੱਤੀਆਂ ਜਦੋਂ ਦੀਆਂ ਟਰੱਕ ਯੂਨੀਅਨ ਖਤਮ ਕੀਤੀਆਂ। 1.5 ਲੱਖ ਪੁਰਾਣਾ ਟਰੱਕ ਪੰਜਾਬ ਦਾ ਤਾਂ ਆਲਰੇਡੀ ਸਕ੍ਰੈਪ 'ਚ ਚਲਿਆ ਗਿਆ। ਪਰ ਫਿਰ ਵੀ ਪੰਜਾਬ 'ਚ ਪੁਰਾਣੇ ਵਹੀਕਲ ਬਹੁਤ ਨੇ। ਮਨਪ੍ਰੀਤ ਬਾਦਲ ਕੋਲ ਬਥੇਰੇ ਨੇ ਪਰ ਉਹ ਮੋਡੀਫਾਈ ਕੀਤੇ ਹੋਏ ਨੇ। ਸੋ ਇਸ ਕਰਕੇ ਹੁਣ ਜਿਹੜੇ ਪੁਰਾਣੇ ਵਾਹਨ ਹਟਾਉਣ ਦਾ ਪਾਲਿਸੀ ਆ ਗਈ ਹੈ, ਇਹਦੇ ਨਾਲ ਹੁਣ ਜਿਹੜੇ ਵੱਡੇ ਕਾਰਪੋਰੇਟ ਨੇ ਜਿਨ੍ਹਾਂ ਦੀਆਂ ਕਾਰਾਂ ਦੇ ਜਾਂ ਜੀਪਾਂ ਦੇ ਮੋਟਰਸਾਈਕਲਾਂ ਦੇ ਫੈਕਟਰੀਆਂ ਨੇ ਉਹਨਾਂ ਨੂੰ ਤੇ ਮੌਜਾਂ ਹੋਣਗੀਆਂ, ਪਰ ਜਿਹੜੇ ਨੇ ਮਸਾਂ ਹੀ ਮੰਗ ਟੰਗ ਕੇ ਕੋਈ ਪੁਰਾਣਾ ਸਕੂਟਰ ਕਾਰ ਜੀਪ ਲਈ ਹੈ ਉਹਦਾ ਔਖਾ ਹੋ ਜਾਣਾ। ਸੁਰਿੰਦਰ ਵੀਰ, ਇਹ ਨਵੀਂ ਪਾਲਿਸੀ ਜਾਂ ਨਵੇਂ ਵਾਹਨਾਂ ਦਾ ਤਾਂ ਕੰਮ ਕਰ ਦਿੱਤਾ, ਪਰ ਆ ਬਜ਼ੁਰਗ ਲੀਡਰਾਂ ਦਾ ਕੀ ਕਰਨਗੇ ਜਿਹੜੇ ਰਿਟਾਇਰ ਹੀ ਨਹੀਂ ਹੋਣ ਨੂੰ ਤਿਆਰ। ਜੀ ਸੁਰਿੰਦਰ, ਕਰੀਏ ਸਮਾਪਤੀ ਫਿਰ ਇਸ ਖਬਰ ਤੇ, ਕੋਈ ਹੋਰ ਉਹ ਵੀ ਕਰ ਲਿਓ ਜੀ। ਨਹੀਂ ਚਾਹੀਦਾ ਤੇ ਇਹ ਆ ਕਿ ਜੇ ਪੁਰਾਣਾ ਵਾਹਨ ਆ ਉਹਨੂੰ 15 ਸਾਲ ਮਿੱਥਣਾ, ਆਰਸੀ ਤਾਂ ਹੁਣੇ ਬਣਦੀ 15 ਸਾਲ ਲਈ, ਉਹਦੇ ਬਾਅਦ ਕਹਿੰਦੇ ਆ ਕਿ ਇਹਨੂੰ ਕੀ ਕਹਿੰਦੇ ਹੁੰਦੇ ਆ ਆਪਣਾ ਪਾਸਿੰਗ ਕਰਵਾ ਲਓ, ਜੇ ਚਾਹੀਦੀ ਹੈ ਤਾਂ 5 ਸਾਲ ਦੀ, ਫਿਰ 5 ਦੀ ਕਰ ਲਓ, ਚੱਲਦੀ ਆ। ਹੁਣ ਤੁਸੀਂ ਗੱਲ ਤੇ ਆ ਕਿ ਕੀ ਪੈਟਰੋਲ ਵਹੀਕਲ ਕਰਨੇ ਆ ਕਿ ਇਕੱਲੇ ਡੀਜ਼ਲ ਕਰਨੇ? ਪਹਿਲਾ ਸਵਾਲ ਤਾਂ ਇਹ ਆ। ਉਹ 20 ਸਾਲ ਬਾਅਦ ਕਰਨੇ ਆ, 15 ਬਾਅਦ ਕਰਨੇ, ਕਦੋਂ ਕਰਨੇ ਆ? ਜੇ ਤੋਰਨੇ ਆ ਤਾਂ ਘੱਟੋ ਘੱਟ ਇਹ ਜਿਹੜੇ ਵੱਡੇ ਘਰਾਣੇ ਆ ਜਿਨ੍ਹਾਂ ਕੋਲ ਇੰਨੇ ਜੀਪਾ ਜਾਉਂਗੇ ਜਿਹੜੇ ਆ ਉਹ ਪੁਰਾਣੇ ਖੜੇ ਆ, ਕਈਆਂ ਕੋਲ 100-100 ਸਾਲ ਦੇ ਖੜੇ ਆ। ਕਈ ਘਰਾਣੇ ਜਾ ਜਿਨ੍ਹਾਂ ਕੋਲ ਪਿਛਲੇ 150-150 ਸਾਲ ਦੇ ਵੀ ਖੜੇ ਆ। ਉਹ ਕਹਿੰਦੇ ਅਸੀਂ ਸ਼ੌਂਕ ਲਈ ਰੱਖੇ ਆ, ਤੇ ਫਿਰ ਉਹਨਾਂ ਦੇ ਵੀ ਚੱਕੋ ਸਾਰਿਆਂ ਦੇ। ਸ਼ੁਰੂ ਤੋਂ ਉੱਪਰ ਸ਼ੁਰੂਆਤ ਕਰਨੀ ਤਾਂ ਉੱਪਰਲੇ ਲੈਵਲ ਤੋਂ ਕਰੋ ਨਾ। ਜਿਹੜਾ ਉਹ ਗਰੀਬ ਗੁਰਬਾ ਵਿਚਾਰਾ, ਕਈਆਂ ਕੋਲ ਅਜੇ ਵੀ ਸਕੂਟਰ ਮੋਟਰਸਾਈਕਲ ਇਹ ਆ ਕਿ ਜੇ ਉਹ ਵੇਚਦੇ ਆ ਉਹ 2000 ਦਾ ਵੀ ਨਹੀਂ ਵਿਕਣਾ, ਪਰ ਉਹਨੂੰ ਕੰਮ ਦੇ ਰਿਹਾ। ਬਹੁਤੇ ਉਹ ਨੇ ਜਿਨ੍ਹਾਂ ਨੇ ਪਿਛਲਾ ਟਾਇਰ ਲਾਇਆ ਤੇ 3 ਪਹੀਆਂ ਵਾਲੀ ਰੇਹੜੀ ਨੂੰ ਜੋੜ ਲਿਆ ਤੇ ਰੋਜ਼ਾਨਾ ਖੇਤੋਂ 'ਚ ਜਾਂਦੇ ਆ, ਪੱਠੇ ਲਈ ਆਉਂਦੇ ਆ। ਫਿਰ ਉਹ ਵੀ ਸਾਰੇ ਇਕੱਠੇ ਕਰੋਗੇ ਕਿ ਲਾਓ। ਇਹ ਕੋਈ ਟਾਈਮ ਸੀ ਪੀਟਰ ਰੇੜੇ ਦਾ ਸੀਗਾ, ਆ ਸਾਰਾ ਜਿੰਨਾ ਮਾਲਵਾ ਸੀ ਪੀਟਰ ਰੇੜੇ ਚੱਲਦੇ ਸੀਗੇ। ਢੀਂਡਸਾ ਟਰਾਂਸਪੋਰਟ, ਸੁਖਦੇਵ ਸਿੰਘ ਢੀਂਡਸਾ ਨੇ ਇਹਨਾਂ ਦਾ ਕਿਹੜਾ ਛੁਡਾਇਆ ਸੀ ਉਦੋਂ ਜੀ। ਮਤਲਬ ਇਹ ਹੈ ਕਿ ਚਲੋ ਠੀਕ ਆ, ਪੁਰਾਣਾ ਵਹੀਕਲ ਆ, ਤੁਹਾਨੂੰ ਪਤਾ ਕਿ ਉਹਦਾ ਪੋਲਿਊਸ਼ਨ ਜਿਹੜਾ ਉਹ ਫੈਲਦਾ। ਜੇ ਪੁਰਾਣੇ ਵਹੀਕਲ ਨੂੰ ਹਟਾਉਣਾ ਤੇ ਫਿਰ ਵੱਡੇ ਘਰਾਣਿਆਂ ਤੋਂ ਚੱਲੋ ਨਾ, ਉਹਨਾਂ ਦੇ ਕਢਾਓ ਜਿੱਥੇ ਜਿੱਥੇ ਖੜੇ ਆ, ਉਹ ਸਾਰੇ ਨਿਕਲਣ। ਫਿਰ ਦੂਸਰੀ ਗੱਲ ਆ ਕਿ ਆਰਟੀਓ ਆਫਿਸ ਦੇ ਵਿੱਚ ਇਹਦਾ ਸਾਰਾ ਕੁਝ ਡਿਟੇਲ ਜਿਹੜੀ ਉਹ ਪਈ ਆ, ਉੱਥੋਂ ਚੱਕੋ ਕਿ ਕਿਹਦੇ ਨਾਂ ਤੇ ਪੁਰਾਣੇ ਵਹੀਕਲ ਪਏ ਨੇ, ਉੱਥੋਂ ਚੱਕ ਲਓ ਸਾਰਾ ਡਾਟਾ, ਚੱਕ ਕੇ ਸਾਰਿਆਂ ਦੇ ਜਿਹੜੇ ਆ ਉਹ ਜ਼ਬਤ ਕਰ ਲਓ। ਪਹਿਲਾਂ ਉਹਨਾਂ ਨੂੰ ਸਕ੍ਰੈਪ 'ਚ ਜਾਓ ਨਾ। ਹੁਣ ਜਿਹੜਾ ਵਿਚਾਰਾ ਗਰੀਬ ਆ ਜਿਹੜਾ 5000 ਨਹੀਂ ਖਰਚ ਸਕਦਾ, ਉਹੀ ਜਿਹੜਾ 1500-2000 ਵਾਲਾ ਮੋਟਰਸਾਈਕਲ ਉਹਦੇ ਨਾਲ ਆਪਦਾ ਬੁੱਤਾ ਸਾਰ ਰਿਹਾ, ਤੇ ਜੇ ਉਹਨਾਂ ਦੇ ਖੋਵੋਗੇ ਤੇ ਫਿਰ ਉਹ ਤਾਂ ਗਰੀਬ ਮਾਰ ਹੋਏਗੀ ਨਾ। ਜੇ ਕਰਨਾ ਤਾਂ ਫਿਰ ਥੱਲੇ ਤੋਂ ਲੈ ਕੇ ਉੱਪਰ ਤੱਕ ਸਾਰਿਆਂ ਦਾ ਇੱਕ ਵੱਡੇ ਤੇ ਝਾੜੂ ਫੇਰੋ, ਫਿਰ ਇੱਕ ਵੱਡੇ ਤੇ ਸਫਾਇਆ ਹੋਵੇ। ਪਰ ਨਹੀਂ, ਕਿਉਂਕਿ ਮਾੜੇ ਜਿਹੜੇ ਆ ਮਾੜਿਆਂ ਤੇ ਗਾਜ ਗਿਰਨੀ ਆ, ਜਿਹੜੇ ਤਕੜੇ ਉਹਨਾਂ ਨੂੰ ਕਿਸੇ ਨਹੀਂ, ਤਕੜਿਆਂ ਨੂੰ ਤੇ ਵਿਚਾਰਾ ਪੁਲਿਸ ਵਾਲੇ ਨੇ ਨਹੀਂ ਕਿਸੇ ਨੇ ਰੋਕਣਾ, ਕਿਸੇ ਨੇ ਹੱਥ ਨਹੀਂ ਦੇਣਾ। ਕਦੀ ਤਕੜੇ ਦੀ ਗੱਡੀ ਨੂੰ ਰੋਕਿਆ ਗਿਆ ਅੱਜ ਤੱਕ ਕਿਤੇ? ਜੇ ਰੋਕਿਆ ਗਿਆ ਹੋਵੇ ਤੇ ਦੱਸ ਦਿਓ, ਭਾਵੇਂ ਉਹਦੇ ਡਾਕੂਮੈਂਟ ਹੋਣ ਚਾਹੇ ਨਾ ਹੋਣ, ਚਾਹੇ ਉਹਦੇ ਕੋਲ ਪੋਲਿਊਸ਼ਨ ਕਾਰਡ ਹੋਵੇ ਨਾ ਹੋਵੇ, ਉਹਦਾ ਇੰਸ਼ੋਰੈਂਸ ਹੋਵੇ ਨਾ ਹੋਵੇ, ਉਹਨੂੰ ਕਦੀ ਨਹੀਂ ਕੋਈ ਰੋਕਦਾ। ਰੁਕਦਾ ਤਾਂ ਵਿਚਾਰਾ ਗਰੀਬ ਗੁਰਬਾ ਵਾ ਜਿਹਦੇ ਅੱਲੇ ਪੱਲੇ ਕੁਛ ਨਹੀਂ ਆ, ਉਹਦਾ ਰੋਕਿਆ ਜਾਣਾ। ਜਨਾਜ਼ਾ ਜਿਹੜਾ ਉਹ ਗਰੀਬ ਦਾ ਨਿਕਲਣਾ, ਅਮੀਰ ਦਾ ਤਾਂ ਕੋਈ ਨਹੀਂ ਨਿਕਲਣਾ। ਇਸ ਕਰਕੇ ਇਹ ਕਿ ਕਾਨੂੰਨ ਬਣਾਉਣਾ, ਕਾਨੂੰਨ ਬਣਾਓ, ਬਣਾ ਕੇ ਉਹਦੇ 'ਚ ਇਹ ਹੈ ਕਿ ਜਿੰਨੇ ਵੀ ਜੇ ਮਤਲਬ ਕਾਨੂੰਨ ਨੂੰ ਇੰਪਲੀਮੈਂਟ ਕਰਨਾ ਤੇ ਫਿਰ ਸਾਰੇ ਲੋਕਾਂ ਲਈ ਬਰਾਬਰ ਹੋਵੇ। ਇਹ ਨਾ ਹੋਵੇ ਕਿ ਉਹਦੀ ਗਾਜ ਜਿਹੜੀ ਆ ਉਹ ਗਰੀਬਾਂ ਦੇ ਗਿਰੇ ਤੇ ਅਮੀਰ ਜਿਹੜੇ ਆ ਉਹ ਗੁਲਛਰੇ ਉਡਾਉਂਦੇ ਫਿਰਨ, ਤੇ ਅਮੀਰ ਜਿਹੜੇ ਆ ਵੀਡੀਓ ਪਾਉਂਦੇ ਫਿਰਨ। ਆਓ ਜੇ ਦੇਖੋ ਜੀ ਮੇਰੇ ਉਧਰ ਗੈਰੇਜ 'ਚ ਦੇਖੋ ਕਿੰਨੀਆਂ ਗੱਡੀਆਂ ਪੁਰਾਣੀਆਂ ਲੱਗੀਆਂ ਪਈਆਂ, ਭਾਵੇਂ ਕਿ ਉਹਦੇ ਕੋਲ ਮਹੀਨੇ 'ਚ ਉਹ 30 ਦੀਆਂ 30 ਜਿਹੜੀਆਂ ਗੱਡੀਆਂ ਚਲਾਉਣ ਦਾ ਸਮਾਂ ਹੀ ਨਾ ਹੋਵੇ। ਇਸ ਕਰਕੇ ਕਿ ਕਿਤੇ ਨਾ ਕਿਤੇ ਸੋਚਣਾ ਪਏਗਾ। ਹੁਣ ਤੁਸੀਂ ਮਲੋਟ ਮੰਡੀ ਨੂੰ ਚਲੇ ਜਾਓ,
ਤੁਸੀਂ ਮੋਗੇ ਵਾਲੇ ਏਰੀਏ ਜਿੰਨੇ ਉਹਨੂੰ ਦੇਖ ਲਓ, ਕਿੰਨੀਆਂ ਗੱਡੀਆਂ ਜਿਹੜੀਆਂ ਉੱਥੇ ਉਹ ਪੁਰਾਣੀਆਂ ਉਹਨਾਂ ਨੂੰ ਤੋੜ ਕੇ ਉਹ ਨਵੀਆਂ ਜਿਹੜੀਆਂ ਜੀਪਾਂ ਜਿਹੜੀਆਂ ਤਿਆਰ ਹੋ ਰਹੀਆਂ। ਇਹਦਾ ਮਤਲਬ ਸਾਰਾ ਕੁਝ ਬੰਦ ਹੋਏਗਾ। ਫਿਰ ਜੇ ਬੰਦ ਹੋਏਗਾ ਤੇ ਇਹਦਾ ਮਤਲਬ ਸਾਰਾ ਬਿਜ਼ਨਸ ਜਾਏਗਾ। ਫਿਰ ਇਹ ਹੋਏਗਾ ਕਿ ਨਵੀਂ ਗੱਡੀ ਖਰੀਦੀ ਜਾਏਗੀ 15 ਸਾਲ ਦੇ ਪਹਿਲਾਂ ਉਹਦੇ ਚ ਬਾਈ ਜੀ ਜਿੰਨਾ ਉਹ ਤਾਂ ਚਲੋ ਮੋਡੀਫਾਈ ਹੁੰਦੀਆਂ ਡੱਬ ਵਾਲੀਆਂ ਜੀਪਾਂ ਮੋਗੇ ਵਾਲੀਆਂ, ਜਿਹੜਾ ਹੋਰ ਵੱਡੇ ਪੱਧਰ ਤੇ ਪਾਨਾਗੜ੍ਹ ਵੀ ਹੁੰਦੀਆਂ, ਹੋਰ ਕਈ ਥਾਂ ਹੁੰਦੀਆਂ ਯੂਪੀ ਚ, ਜਿਹੜੇ ਹੁਣ ਡੈਂਟਿੰਗ ਪੈਂਟਰ ਨੇ ਜਿਹੜੇ ਉਹਨਾਂ ਦਾ ਬਹੁਤ ਕੰਮ, ਕਿਉਂਕਿ ਪੁਰਾਣੀਆਂ ਗੱਡੀਆਂ ਦੀ ਪੇਂਟ ਹੈ, ਉਹਨਾਂ ਦੇ ਟਾਇਰ ਰਿਸੋਲ ਹੈ, ਬਹੁਤ ਅਦਾਰੇ ਨੂੰ ਇਹਦੇ ਨਾਲ ਫਰਕ ਪਏਗਾ। ਜਾਣੀ ਉਹਦੇ ਚ ਜਿਹੜੀ ਨਵੀਆਂ ਫੈਕਟਰੀਆਂ ਨੇ ਉਹਨਾਂ ਦਾ ਤਾਂ ਕਿਉਂਕਿ ਵਾਹਨ ਵਿਕਦੇ ਨਹੀਂ ਕਰੋਨਾ ਦੇ ਕਾਰਨ, ਜਾਂ ਵੈਸੇ ਵੀ ਸਮੱਸਿਆ ਹੈਗੀ ਹੈ ਲਗਾਤਾਰ, ਜਿਹੜੇ 2 ਵੀਲਰ 4 ਵੀਲਰ ਘੱਟ ਵਿਕਦੇ ਨੇ। ਦੂਸਰਾ ਇਸ ਦੇ ਨਾਲ ਇਹਦੇ ਚ ਜਿਹੜੇ ਆਮ ਵਰਕਸ਼ਾਪਾਂ ਨੇ ਨਾ, ਵਰਕਸ਼ਾਪਾਂ ਦਾ ਕੰਮ ਬਹੁਤ ਘਟੇਗਾ। ਹੁਣ ਪੁਰਾਣੀ ਗੱਡੀ ਕੰਮ ਜ਼ਿਆਦਾ ਕੱਢਦੀ ਹੈ ਨਾ, ਉਹ 60,000 ਦੀ ਲਿਆਂਦੀ ਹੈ, 5-6 ਹਜ਼ਾਰ ਮਹੀਨੇ ਦਾ ਖਰਚਾ ਚਲੋ ਚਲਾਈ ਜਾਂਦਾ। ਹੁਣ ਨਵੀਂ ਅਗਲਾ 3 ਲੱਖ ਦੀ ਲਿਆਏਗਾ ਤੇ ਉਹਦੀ ਫੈਕਟਰੀ 'ਚ ਹੀ ਉਹਦੀ ਸਰਵਿਸ ਹੋਏਗੀ। ਜਿਹੜੇ ਆਮ ਸਰਵਿਸ ਸਟੇਸ਼ਨ ਨੇ, ਆਮ ਡੈਂਟਰ ਪੈਂਟਰ ਨੇ, ਉਹਨਾਂ ਦਾ ਕੰਮ ਬਹੁਤ ਘਟੇਗਾ ਹੈ ਨਾ। ਟਾਇਰ ਪੈਂਚਰਾਂ ਵਾਲਿਆਂ ਦਾ ਵੀ ਘਟੇਗਾ, ਕਿਉਂਕਿ ਨਵੀਂ ਗੱਡੀ ਹੈ, ਸਾਲ 2 ਸਾਲ ਤੇ ਪੈਂਚਰ ਨਹੀਂ ਹੁੰਦੀ। ਜੇ ਪੁਰਾਣੇ ਟਾਇਰ ਜਿਹਨੇ ਲਾਏ ਨੇ ਮੰਗ ਟੰਗ ਕੇ, ਉਹ ਕਦੇ ਪੈਂਚਰ ਹੋ ਗਈ, ਕਦੇ ਟਿਊਬ ਫਟ ਗਈ, ਕਦੇ ਰਿਮ ਫਟ ਗਿਆ। ਜਾਣੀ ਜਿਹੜਾ ਆਮ, ਕਿਉਂਕਿ ਜਿਵੇਂ ਵਸੋਂ ਹੈ ਰੀਸ ਤਾਂ ਕਰਦੇ ਨੇ ਵਿਦੇਸ਼ ਦੀ, ਪਰ ਉਹਦੇ 'ਚ ਬਹੁਤ ਇਹ ਕ੍ਰਾਂਤੀਕਾਰੀ ਕਦਮ ਨੇ। ਇਹਦੇ 'ਚ ਦਿੱਕਤਾਂ ਆਉਣਗੀਆਂ। ਜਿਹੜਾ ਇਹ ਜਿਸ ਪਾਸੇ ਨੂੰ ਕਾਰਪੋਰੇਟ ਲਈ ਤੇ ਬੈਟਰ ਹੈ, ਕਿਉਂਕਿ ਉਹਨਾਂ ਨੇ ਫੰਡਿੰਗ ਦੇਣੀ ਹੈ, ਠੀਕ ਹੈ, ਉਹ ਜੌਬਾਂ ਵੀ ਕੁਝ ਦੇਣਗੇ, ਪਰ ਉਹਦੇ 'ਚ ਜਿਹੜੇ ਆਮ ਲੋਕਾਂ ਦੇ ਛੋਟੇ-ਮੋਟੇ ਧੰਦੇ ਨੇ ਨਾ, ਉਹ ਸਭ ਖਤਮ ਹੋਣਗੇ। ਵੱਡੀਆਂ ਵਰਕਸ਼ਾਪਾਂ ਕਾਰਪੋਰੇਟ ਦੀਆਂ ਵਧਣਗੀਆਂ, ਜਿਹੜੀਆਂ ਛੋਟੀਆਂ ਮਾਤੜਾਂ ਦੀਆਂ ਵਰਕਸ਼ਾਪਾਂ ਨੇ, ਛੋਟੀਆਂ-ਛੋਟੀਆਂ, ਕੋਈ ਟਾਇਰ ਪੈਂਚਰਾਂ ਦੀ ਦੁਕਾਨ ਹੈ ਜਾਂ ਸਕੂਟਰ ਮੋਟਰਸਾਈਕਲਾਂ ਦੀਆਂ, ਕਾਰਾਂ ਦੀ ਹੈ, ਉਹ ਜਿਹੜਾ ਕੰਮ ਹੈ ਉਹ ਬੁਰੀ ਤਰ੍ਹਾਂ ਫੇਲ ਹੋਣਾ ਇਸ ਦੇ ਨਾਲ, ਕਿਉਂਕਿ ਇੰਡਸਟਰੀ ਬਹੁਤ ਵੱਡੀ ਹੈ ਇਹ ਵਹੀਕਲ ਦੀ। ਜਿਸ ਤਰ੍ਹਾਂ ਦੇ ਕਾਲਰ ਲੈ ਲਈ, ਇਸ ਤੋਂ ਬਾਅਦ ਆਪਾਂ ਫਿਰ ਲੈਣੇ ਸਮਾਪਤੀ। ਕੋਈ ਸਵਾਲ ਨਾ ਹੋਵੇ ਤੁਹਾਡੇ ਮੁਤਲਕ। ਸੁੱਚਾ ਸਿੰਘ ਮੰਡੀ ਅਹਿਮਦਗੜ੍ਹ ਤੋਂ ਸਵਾਗਤ ਹੈ ਜੀ, ਕੀ ਕਹਿਣਾ ਚਾਹੁੰਦੇ ਹੋ? ਸੁੱਖਾ ਸਿੰਘ ਸਰ, ਸੁੱਚਾ ਸਿੰਘ ਜੀ, ਸੁੱਖਾ ਸਿੰਘ। ਹਾਂਜੀ ਸੁੱਖਾ ਸਿੰਘ, ਸਵਾਗਤ ਤੁਹਾਡਾ। ਹਾਂਜੀ ਕਿਸਾਨਾ ਸਾਹਿਬ, ਸਤਿ ਸ੍ਰੀ ਅਕਾਲ ਜੀ। ਵੀਰ ਸੁਰਿੰਦਰ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਵੀ। ਸਤਿ ਸ੍ਰੀ ਅਕਾਲ। ਮੈਂ ਗੱਲ ਇਹ ਕਰਨੀ ਚਾਹੁੰਦਾ ਸੀਗਾ ਜੀ, ਸਾਨੂੰ ਹਲਕਾ ਪੈਂਦਾ ਅਮਰਗੜ੍ਹ। ਅਮਰਗੜ੍ਹ ਹਲਕੇ ਦੇ ਵਿੱਚ ਜੀ ਅਕਾਲੀ ਸਰਕਾਰ ਦੇ ਆਪਣੇ MLA ਰਹੇ ਨੇ ਝੂਲਾ ਸਾਹਿਬ, ਇਕਬਾਲ ਸਿੰਘ ਝੂਲਾ ਜੀ। ਹਾਂਜੀ, ਉਹਨਾਂ ਦੇ ਸਮੇਂ ਇੱਕ ਕਾਲਜ ਬਣਿਆ ਸੀਗਾ ਜੀ, ਉਹ 2021 ਦੇ ਵਿੱਚ ਗਿਰਨਾ ਸ਼ੁਰੂ ਹੋ ਗਿਆ। ਜਦੋਂ ਅਹਿਮਦਗੜ੍ਹ ਲਾਈਵ ਚੈਨਲ ਵਾਲਿਆਂ ਨੇ ਉਹਨਾਂ ਨੇ ਜਾ ਕੇ ਪੁੱਛਿਆ ਜੀ ਉਹ ਕਾਲਜ ਤੁਹਾਡੇ ਟਾਈਮ ਦਾ ਬਣਿਆ ਹੋਇਆ, ਹੁਣ ਉਹ ਗਿਰਨਾ ਸ਼ੁਰੂ ਹੋ ਗਿਆ, ਵੀ ਇਹਦਾ ਕਾਰਨ ਤੇ ਠੇਕੇਦਾਰ ਕੌਣ ਆ? ਉਹ ਕਹਿੰਦੇ ਜੀ ਮੈਂ ਤਾਂ ਠੇਕੇਦਾਰ ਨੂੰ ਨਹੀਂ ਜਾਣਦਾ। ਵੀ ਜਦ ਕਾਲਜ ਦਾ ਕੰਮ ਸਾਰਾ ਇਹਨਾਂ ਦੇ ਅੰਡਰ ਆ ਜੀ, ਇਹ ਕਿਵੇਂ ਹੋ ਸਕਦਾ ਵੀ ਇਹ ਠੇਕੇਦਾਰ ਨੂੰ ਨਾ ਜਾਣਦੇ ਹੋਣ? ਕਿਹੜੇ ਕਾਲਜ ਦੀ ਗੱਲ ਕਰਦੇ ਹੋ? ਅਮਰਗੜ੍ਹ ਜੀ, ਅਮਰਗੜ੍ਹ ਹਲਕੇ ਦੇ ਵਿੱਚ ਕਾਲਜ ਬਣਿਆ ਹੋਇਆ। ਅੱਛਾ, ਅਮਰਗੜ੍ਹ ਕਾਲਜ ਬਣਿਆ ਸੀ ਕੋਈ, ਹੈ ਨਾ, ਸਰਕਾਰੀ ਕਾਲਜ? ਹਾਂਜੀ, ਕੋਈ ਸਰਕਾਰੀ ਕਾਲਜ ਬਣਿਆ ਜੀ। ਅੱਛਾ, ਉਹਦੀ ਬਿਲਡਿੰਗ ਮਤਲਬ ਕੰਪਲੀਟ ਕਦੋਂ ਹੋਈ ਸੀ? ਕੰਪਲੀਟ 2014 ਚ ਹੋ ਗਈ ਸੀ ਜੀ। 2014 ਦੇ ਵਿੱਚ ਜੀ। ਅੱਛਾ, ਮਤਲਬ ਬਿਲਡਿੰਗ ਡਿੱਗਣ ਲੱਗ ਗਈ ਉਹਦੀ, ਹੈ ਨਾ? ਹਾਂਜੀ, ਹੁਣ ਉਹਦੀ ਬਿਲਡਿੰਗ ਡਿੱਗਣ ਲੱਗ ਗਈ ਜੀ। ਓ, ਠੇਕੇਦਾਰ ਨੇ ਮਟੀਰੀਅਲ ਮਾੜਾ ਲਾਇਆ ਜਾਂ ਇਹਨਾਂ ਦੀ ਕੋਈ ਰਲੀ ਮਿਲੀ ਭੁਗਤਾ ਜੀ, ਤਾਂ ਇਹ ਕੰਮ ਹੋਣ ਲੱਗਿਆ ਜੀ। ਉਹਦੇ ਤੇ ਪੈਸਾ ਸਹੀ ਤਰੀਕੇ ਨਾਲ ਲੱਗਿਆ ਹੁੰਦਾ, ਫਿਰ ਉਹ ਬਿਲਡਿੰਗ ਕਿਉਂ ਗਿਰਦੀ? ਠੀਕ ਹੈ ਸਰ ਜੀ। ਤੇ ਇੱਕ ਸਾਡੇ ਅਹਿਮਦਗੜ੍ਹ ਦੇ ਵਿੱਚ ਨਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਇੱਕ ਕਾਲਜ ਦਾ ਨੀਂਹ ਪੱਥਰ ਰੱਖਿਆ ਸੀ। ਛਪਾਰ ਸਾਡੇ ਕਾਨਫਰੰਸ ਲੱਗਦੀ ਹੁੰਦੀ ਹੈ ਜੀ, ਛਪਾਰ ਮੇਲੇ ਨੂੰ, ਹੁਣ ਦੇ ਮੇਲਾ ਆਉਣ ਵਾਲਾ ਵਾ, ਉੱਥੇ ਕਾਨਫਰੰਸ ਲੱਗਦੀ। ਜਦੋਂ ਪੱਤਰਕਾਰਾਂ ਨੇ ਜਾ ਕੇ ਉਹਨਾਂ ਨੂੰ ਪੁੱਛਿਆ ਜੀ ਤੁਸੀਂ ਉਹ ਕਾਲਜ ਦਾ ਨੀਂਹ ਪੱਥਰ ਰੱਖਿਆ ਸੀ, ਤਾਂ ਤੁਹਾਨੂੰ ਪਤਾ ਵੀ ਉਹਨਾਂ ਦੀ ਆਦਤ ਹੱਸ ਕੇ ਵੀ ਪਤਾ ਨਹੀਂ ਇੰਨੇ ਕਿੰਨੇ ਕੁ ਰੱਖਦੇ ਜੀ। ਮੈਂ ਉਹਨਾਂ ਨੇ ਇਹ ਜਵਾਬ ਦਿੱਤਾ। ਅੱਛਾ, ਕੋਈ ਨਹੀਂ, ਗੱਲ ਕਰਦੇ। ਥੈਂਕ ਯੂ, ਮਿਹਰਬਾਨੀ। ਆਪਾਂ ਸੁਰਿੰਦਰ ਜੀ ਨਾਲ ਗੱਲ ਕਰਦੇ ਨੇ। ਸੁਰਿੰਦਰ, ਇਹ ਕਹਿੰਦੇ MLA ਇਕਬਾਲ ਸਿੰਘ ਝੂੰਦਾ ਹੋਰਾਂ ਦੇ ਅਮਰਗੜ੍ਹ ਦੇ ਵਿੱਚ ਇੱਕ ਕਾਲਜ ਸੀ ਕੋਈ ਸਰਕਾਰੀ, ਵੀ ਉਹਦੀ ਬਿਲਡਿੰਗ 2014 ਚ ਬਣੀ ਸੀ, ਉਹ ਡਿੱਗਣੀ ਢਹਿਣੀ ਸ਼ੁਰੂ ਹੋ ਗਈ ਹੈ। ਤੇ ਕੀ ਕਹਿਣਾ ਚਾਹੋਗੇ ਇਸ ਮਸਲੇ ਦੇ ਮੁਤਲਕ? ਸਰਕਾਰੀ ਬਿਲਡਿੰਗਾਂ ਦਾ ਇਸ ਤਰ੍ਹਾਂ ਸਮੇਂ ਤੋਂ ਪਹਿਲਾਂ, ਮਿਆਦ ਤੋਂ ਪਹਿਲਾਂ ਡਿੱਗਣਾ, ਬਹੁਤ ਸਾਰੇ ਮਾਮਲੇ 'ਚ ਪਹਿਲਾਂ ਵੀ ਇਸ ਤਰ੍ਹਾਂ ਦੀ ਜਾਂਚ ਹੁੰਦੀ ਹੈ। ਕੀ ਕਹਿਣਾ ਚਾਹੁੰਦੇ ਹੋ, ਕੀ ਕਾਰਨ ਆ ਜੀ? ਉਹਦਾ ਸਮਝ ਨਹੀਂ ਆਉਂਦਾ, ਕੋਈ ਮੁੱਦਾ ਵੀ ਸਾਹਮਣੇ ਨਹੀਂ ਆਇਆ ਵੈਸੇ ਇਸ ਤਰ੍ਹਾਂ ਦਾ ਕੋਈ? ਨਹੀਂ, ਮੈਨੂੰ ਪਤਾ, ਮੇਰੇ ਕੋਲ ਅਪਡੇਟ ਆ ਗਈ ਸੀਗੀ ਕਿ ਉਹਦੇ ਇਮਾਰਤ ਜਿਹੜੀ ਉਹ ਗਿਰਨੀ ਸ਼ੁਰੂ ਹੋ ਗਈ, ਮੇਰੇ ਕੋਲ ਆ ਗਈ ਸੀ। ਠੀਕ ਹੈ, ਉਹ ਹੁਣ ਚਲੋ ਕਾਲ ਆ ਗਈ ਹੈ ਤੇ ਪਤਾ ਲੱਗ ਗਿਆ। ਵੈਸੇ ਮੇਰੇ ਦਿਮਾਗ 'ਚ ਵਿਸਰ ਚੁੱਕੀ ਸੀ, ਮੈਂ ਲੈਣੀ ਸੀਗੀ, ਪਰ ਮੈਨੂੰ ਇੰਨਾ ਪਤਾ ਸੀਗਾ। ਹੁਣ ਗੱਲ ਇਹ ਆ ਕਿ ਦੇਖੋ, ਕੋਈ ਕਸੂਰ ਨਹੀਂ। ਤੁਸੀਂ ਇਹ ਦੇਖੋ ਕਿ ਬਗੈਰ ਸੀਮੈਂਟ ਤੋਂ ਬਣੀ ਹੋਈ ਇਮਾਰਤ ਜਿਹੜੀ ਆ ਉਹ 7 ਸਾਲ ਖੜੀ ਰਹਿ ਗਈ, ਐਡੀ ਛੋਟੀ ਗੱਲ ਆ? ਦੱਸੋ,
ਠੀਕ ਹੈ ਨਾ। ਖੁਸ਼ ਹੋਣਾ ਚਾਹੀਦਾ। ਹਾਂ, ਖੁਸ਼ ਹੋਣਾ ਚਾਹੀਦਾ ਅਮਰਗੜ੍ਹ ਵਾਲਿਆਂ ਨੂੰ ਕਿ ਦੇਖੋ 7 ਸਾਲ ਬਗੈਰ ਸੀਮੈਂਟ ਤੋਂ ਕੋਈ ਬਿਲਡਿੰਗ ਖੜੀ ਰਹਿ ਜੇ, ਇਹ ਕੋਈ ਛੋਟੀ ਕਰਾਮਾਤ ਥੋੜੀ ਆ। ਹੁਣ ਗੱਲ ਤਾਂ ਇਹ ਸੀ ਜਿਹੜੀ ਗ੍ਰਾਂਟ ਆਈ ਸੀ ਨਾ ਉਹ ਸਾਰੀ ਕਮਿਸ਼ਨਾਂ 'ਚ ਲੰਘ ਗਈ ਉੱਪਰ ਤੋਂ ਲੈ ਕੇ ਥੱਲੇ ਤੱਕ ਦੀ, ਤੇ ਫਿਰ ਉਹਨਾਂ ਕੋਲ ਰੇਤਾ ਬਚੀ ਸੀਗੀ, ਉਹਨਾਂ ਰੇਤਾ ਬਜਰੀ ਮਿਲਾ ਕੇ ਲਾ ਦਿੱਤੀ। ਹੁਣ ਰੇਤਾ ਜਿਹੜੀ ਸੀਗੀ ਉਹ 7 ਸਾਲ ਖੜੀ ਰਵੇ, ਬੜੀ ਵੱਡੀ ਕਾਮਯਾਬੀ ਆ, ਠੀਕ ਹੈ ਨਾ। ਹਾਂ, ਜੇ ਸੀਮੈਂਟ ਦੀ ਬਣੀ ਹੁੰਦੀ ਤੇ ਫਿਰ ਅਸੀਂ ਕਹਿ ਦਿੰਦੇ ਕਿ 150 ਸਾਲ ਬਾਅਦ ਗਿਰਦੀ ਆ, 200 ਸਾਲ ਬਾਅਦ ਗਿਰਦੀ ਆ, ਇਹਦੀ ਰੈਨੋਵੇਸ਼ਨ ਚਾਹੀਦੀ, ਉਹ ਅਲੱਗ ਗੱਲ ਆ। ਪਰ ਹੁਣ ਬਗੈਰ ਸੀਮੈਂਟ ਤੋਂ 7 ਸਾਲ ਕੱਢਣੇ ਆ, ਦੇਖੋ ਤਾਰੀਫ ਤਾਂ ਕਰਨੀ ਬਣਦੀ ਆ ਉਸ ਵਕਤ ਦੀ ਸਰਕਾਰ ਦੀ। ਇਹ ਥੋੜੀ ਅਸੀਂ ਭੰਡੀ ਜਾਈਏ ਹਰ ਇੱਕ ਨੂੰ, ਮੈਂ ਨਹੀਂ ਭੰਡਣ ਦੇ ਹੱਕ 'ਚ, ਪਰ 7 ਸਾਲ ਕੱਲੀ ਰੇਤਾ ਦੇ ਸਿਰ ਤੇ ਬਿਲਡਿੰਗ ਖੜੀ ਹੋਵੇ, ਇਹ ਵੀ ਬੜੀ ਵੱਡੀ ਕਾਮਯਾਬੀ ਹੈ ਸਰਕਾਰ। ਵੈਸੇ ਵਿਰੋਧੀ ਧਿਰ ਹੈ, ਫਿਰ ਕਪਤਾਨ ਸਾਹਿਬ ਜਾਂ ਕਾਂਗਰਸ ਪਾਰਟੀ ਨੇ ਹੁਣ ਨੂੰ ਤਾਂ ਜਾਂਚ ਬਿਠਾ ਦੇਣੀ ਸੀ, ਇਹ ਕਿਉਂ ਨਹੀਂ ਹੋਇਆ? ਨਹੀਂ, ਜਾਂਚ ਕਿੱਦਾਂ ਬਿਠਾਉਂਦੇ? ਉਹਨਾਂ ਜਿਹੜਾ ਲਾਇਆ ਤਾਂ ਉਹਨਾਂ ਵੀ ਤਾਂ ਸਾਰੀ ਰੇਤਾ ਵਾਲੀ ਲਾਈ ਹੈ ਨਾ। ਉਦੋਂ ਉਹਨਾਂ ਦਾ ਸਾਡਾ ਭਰਾ ਇੱਟਾਂ ਪਟਿਆਲੇ ਚੱਕ ਕੇ ਲੈ ਗਿਆ ਸੀ ਕਿ ਤੇਰੇ ਸ਼ਹਿਰ ਦੇ ਵਿੱਚ ਆ ਜਿਹੜੀ ਤੇਰੀ ਕਾਰਪੋਰੇਸ਼ਨ ਆ ਉਹਦੇ 'ਚ ਆ ਜਿਹੜੀ ਇੱਟ ਆ ਇਹਦੀ ਨਾ ਮਟਾਈ ਆ ਤੇ ਨਾ ਚੜਾਈ ਪੂਰੀ ਆ, ਘੱਟ ਲੱਗ ਰਹੀ ਆ। ਤਾਂ ਫਿਰ ਘਰੋਂ ਸਿਫਾਰਿਸ਼ ਚਲੀ ਗਈ, ਉਹ ਕਹਿੰਦਾ ਨਹੀਂ ਜੀ ਰਹਿਣ ਦੋ, ਲੱਗਣ ਦੋ, ਕਾਹਨੂੰ ਸਿਆਪਾ ਖੜਾ ਕਰਦੇ ਹੋ, ਤੇ ਉਹ ਸਾਰਾ ਕੁਝ ਰੁਕ ਗਿਆ। ਉੱਥੇ ਕਿਹੜਾ ਨਹੀਂ ਚੱਲ ਰਿਹਾ। ਕੈਪਟਨ ਸਾਹਿਬ ਦੇ ਭਰਾ ਤਾਂ ਮਾਲਵਿੰਦਰ ਸਿੰਘ ਨੇ ਮੁੱਦਾ ਉਠਾਇਆ ਸੀ ਕਿ ਪੰਜਾਬ 'ਚ ਜਿਹੜੀ ਇਹ ਇੰਟਰਲੌਕ ਟੈਲਾਂ ਲੱਗ ਰਹੀਆਂ ਨੇ ਇਹਨਾਂ ਦਾ ਨਾ ਤਾਂ ਮੋਟਾਈ ਬਰਾਬਰ ਆ, ਨਾ ਮਿਆਰ ਇਹਨਾਂ ਦਾ ਦਰੁਸਤ ਹੈ। ਹੁਣ ਜਦੋਂ ਮੁੱਖ ਮੰਤਰੀ ਤੇ ਸਵਾਲ ਖੜਾ ਹੋ ਰਿਹਾ ਕਿ ਭਾਈ ਬਿਲਡਿੰਗ, ਹੁਣ ਮੁੱਖ ਮੰਤਰੀ ਦੀ ਤਾਂ ਆਪ ਕੰਧ ਢਹਿ ਗਈ ਭਾਈ। ਨਹੀਂ, ਉਹ ਪਤਾ ਗੱਲ ਕੀ ਸੀ, ਦੇਖੋ 1978 ਤੋਂ 98 ਤੱਕ ਜਿਹੜੇ ਉਹ 20 ਸਾਲ ਸੀ, ਉਦੋਂ ਤਾਂ ਵਿਚਾਰੇ ਤੇਲ ਮੰਗ ਟੰਗ ਕੇ ਪਾਉਂਦੇ ਰਹੇ, ਉਦੋਂ ਤਾਂ ਹਾਲਾਤ ਮਾੜੀ ਰਹੀ ਆ। ਪਰ ਉਹਦੇ ਬਾਅਦ ਨਹੀਂ ਸੀ, ਮਤਲਬ ਜਦੋਂ 2021 ਚ ਕੰਧ ਗਿਰੇ ਉਦੋਂ ਕਿਤੇ ਨਾ ਕਿਤੇ ਆਉਂਦਾ ਕਿ ਇਹਦਾ ਮਤਲਬ ਵੀ ਉਸ ਵੇਲੇ ਕੰਧ ਦੀ ਦੇਖਭਾਲ ਨਹੀਂ ਕੀਤੀ ਗਈ। ਹਾਂ, ਪਹਿਲਾਂ ਤੇ ਉਹ ਜਿਹੜੇ 20 ਸਾਲ ਲੰਘੇ ਸੀ ਉਹਦੇ ਚ ਬੜੇ ਆਪਣੇ ਮਿੱਤਰ ਸੀਗੇ ਕੁਝ ਜਿਹੜੇ ਇਹਨਾਂ ਦੀ ਦੇਖਭਾਲ ਕਰਦੇ ਰਹੇ ਆ, ਤੇ ਉਹਨਾਂ ਨੇ ਇਹਨਾਂ ਦਾ ਸਾਰਾ ਤੇਲ ਪਾਣੀ ਦਾ ਇੰਤਜ਼ਾਮ ਵੀ ਕਰਕੇ ਰੱਖਿਆ। ਉਹ ਵੱਖਰੀ ਗੱਲ ਕਿ ਜਦੋਂ 2002 ਚ ਸਰਕਾਰ ਬਣੀ ਇਹਨਾਂ ਨੇ ਉਹਨਾਂ ਨੂੰ ਖੁੱਡੇ ਲੈਣ ਲਾਤਾ, ਉਹਨਾਂ ਨੂੰ ਵੀ ਜਾ ਕੇ ਵਿਦੇਸ਼ ਦੀ ਸ਼ਰਨ ਲੈਣੀ ਪੈ ਗਈ। ਇਸ ਕਰਕੇ ਕਿਤੇ ਨਾ ਕਿਤੇ ਇਹ ਆ ਕਿ ਹੁਣ ਜਿਹੜੀ ਕੰਧ ਗਿਰੀ ਆ, ਚਲੋ ਇਹ ਤਾਂ ਕਹਿ ਸਕਦੇ ਆ ਕਿ ਨਿਊ ਮੋਤੀ ਮਹਿਲ ਸੀਗਾ, ਠੀਕ ਆ, ਪੁਰਾਣਾ ਮੋਤੀ ਮਹਿਲ ਤਾਂ ਆਪੇ ਢਾਇਆ ਸੀ, ਉਹਦੀ ਜਗ੍ਹਾ ਜਾ ਕੇ ਉਹ 18 ਏਕੜ 'ਚ ਇੱਕ ਨਵਾਂ ਬਣਾਤਾ, ਤੇ ਜਿਹੜਾ ਇਹ ਨਵਾਂ ਮੋਤੀ ਮਹਿਲ ਸੀ ਉਹਦੀ ਕੰਧ ਢਹਿਣੀ ਉਹਦੇ ਤੇ ਇਹ ਆ ਕਿ ਸਰਕਾਰ ਹੁੰਦਿਆਂ ਕੰਧ ਢੱਠੇ ਥੋੜੀ ਜਿਹੀ ਔਖੀ ਲੱਗਦੀ ਆ। ਪਰ ਕੁੱਲ ਮਿਲਾ ਕੇ ਜਾਂਚ 2014 ਵਾਲੀ ਬਿਲਡਿੰਗ ਤੇ ਵੀ ਨਹੀਂ ਹੋਏਗੀ। ਸਰਕਾਰ ਵੀ ਜਿੱਦਣ ਇਹ ਵਿਧਾਨ ਸਭਾ 'ਚ ਮੁੱਦਾ, ਜਿੱਦਣ ਹੁਣ ਸੈਸ਼ਨ ਸੱਦਿਆ ਗਿਆ ਉਦੋਂ ਮੁੱਦਾ ਉੱਠੂਗਾ, ਉੱਥੇ ਸਰਕਾਰ ਵੀ ਇਹ ਗੱਲ ਚੱਕੇਗੀ, ਬਹੁਤ ਸਾਰੇ MLA ਚੱਕਣਗੇ ਕਿ ਉਸ ਵਕਤ ਦੀ ਜਿਹੜਾ ਠੇਕੇਦਾਰ ਉਹਦੀ ਤੇ ਉਸ ਵਕਤ ਦੀ ਸਰਕਾਰ ਦੀ ਤਾਰੀਫ ਕਰਨੀ ਬਣਦੀ ਆ ਕਿ ਕੱਲੀ ਰੇਤਾ ਦੇ ਨਾਲ ਬਣਾਇਆ ਗਿਆ ਕਾਲਜ ਜਿਹੜਾ ਉਹਦੀ ਬਿਲਡਿੰਗ 7 ਸਾਲ ਜਿਹੜੀ ਆ ਉਹ ਜਿਉਂ ਦੀ ਤਿਉਂ ਖੜੀ ਰਹੀ। ਥੈਂਕ ਯੂ। ਹੁੰਦੀ ਆ ਸਵੇਰੇ ਮੁਲਾਕਾਤ। ਸੁਰਿੰਦਰਵੀਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮਿਹਰਬਾਨੀ, ਸ਼ੁਕਰੀਆ। ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਸੁਰਿੰਦਰ ਸਿੰਘ ਆਪਣੇ ਨਾਲ ਜੁੜੇ ਸਨ, ਤੇ ਸਾਡੇ ਇਹਨਾਂ ਭਰਾਵਾਂ ਨੂੰ ਸਪੋਰਟ ਕੀਤਾ ਬਲਵੀਰ ਸਿੰਘ ਉਸਮਾਨਪੁਰ ਪਰਿਵਾਰ, ਜਿਨ੍ਹਾਂ ਦੇ ਅਮਰੀਕਾ 'ਚ ਨੇ ਕਈ ਸਾਰੇ ਕਾਰੋਬਾਰ। ਵਾਸ਼ਿੰਗਟਨ ਦੇ ਵਿੱਚ ਹੈ ਉਹਨਾਂ ਦਾ ਅਰਲਿੰਗਟਨ ਫਿਊਲ ਸਟਾਪ, ਤੇ ਜਿੱਥੇ ਐਡਰੈਸ ਹੈ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ ਪੈਂਦਾ। ਇੱਥੇ ਤੁਹਾਨੂੰ ਫ੍ਰੀ ਕਾਫੀ, ਈਮੇਲ, ਫੈਕਸ ਕਰਨ ਦੀ ਤੇ ਟਰੈਕਿੰਗ ਦੀ ਸੁਵਿਧਾ ਮਿਲੇਗੀ। ਇਸ ਤੋਂ ਇਲਾਵਾ ਉੱਥੇ ਤੁਸੀਂ ਜਿਹੜਾ ਟਰੈਕਿੰਗ ਦੀਆਂ ਸਹੂਲਤਾਂ ਲੈ ਸਕਦੇ ਹੋ ਫਿਊਲ ਸਟਾਪ ਤੇ ਦੂਸਰੀ ਲੋਕੇਸ਼ਨ ਹੈ ਇਹਨਾਂ ਦੀ ਕੈਲੀਫੋਰਨੀਆ ਦੇ ਵਿੱਚ ਲਾਸ ਹਿਲ ਟਰੈਵਲ ਸੈਂਟਰ 14814 ਅਲੋਮਾ ਸਟਰੀਟ, ਲਾਸ ਹਿਲ ਐਗਜ਼ਿਟ 278 ਪੈਂਦਾ। ਇੱਥੇ ਫ੍ਰੀ ਚਾਹ, ਸ਼ਾਵਰ, ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ। ਇਸ ਤੋਂ ਇਲਾਵਾ ਇੱਥੇ ਲਿਕਰ ਸ਼ਾਪ ਵੀ ਆ, ਸਦ ਉਪਯੋਗ ਕਰੋ। ਤੇ ਦੂਸਰਾ ਇਹਨਾਂ ਦਾ ਫਿਊਲ ਕਾਰੋਬਾਰ ਹੈ ਡੈਲਟਾ ਫਿਊਲ ਕੰਪਨੀ ਤੇ ਮੋਬਾਈਲ ਐਕਸ਼ਨ ਮੈਰਾਥਨ। ਸੋ ਗੈਸ ਸਟੇਸ਼ਨ ਓਨਰ, ਆਪਰੇਟਰ ਵੀਰ ਇਹਨਾਂ ਤੋਂ ਫਿਊਲ ਫਰੈਂਚਾਈਜ਼ ਲੈ ਸਕਦੇ ਨੇ। ਤੇ ਇਸ ਤੋਂ ਇਲਾਵਾ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਵੀ ਤੁਸੀਂ ਇਹਨਾਂ ਤੋਂ ਚੁੱਕ ਸਕਦੇ ਹੋ। ਕੋਈ ਡੀਲ ਬਣਾਉਣੀ ਹੈ, ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾਤਾ ਹਰਜਾਪ ਸਿੰਘ ਹੋਰਾਂ ਦਾ ਨੰਬਰ ਹੈ 425 232 8413 425 232 8413 ਨੰਬਰ ਹੈ ਹਰਜਾਪ ਸਿੰਘ ਹੋਰਾਂ ਦਾ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਸੈਟਲ ਇਲਾਕੇ ਦੇ ਲੋਕਲ ਲੋਡ ਚਾਹੁੰਦੇ ਹੋ ਵਾਸ਼ਿੰਗਟਨ ਫੀਡ ਸਰਵਿਸ ਵਾਲਿਆਂ ਨੇ, ਜਿਹੜੇ ਤੁਹਾਡੀ ਸਹੂਲਤ ਦੇ ਮੁਤਾਬਕ ਡਿਸਪੈਚ ਵੀ ਪੰਜਾਬੀ ਅੰਗਰੇਜ਼ੀ ਭਾਸ਼ਾ ਦੇ ਵਿੱਚ ਦਿੰਦੇ ਨੇ। ਤੁਸੀਂ ਓਨਰ, ਆਪਰੇਟਰ ਹੋ, ਡਰਾਈਵਰ ਹੋ, ਸੰਪਰਕ ਕਰੋ ਲੋਕਲ ਲੋਡ ਦੇ ਵਾਸਤੇ ਸੈਟਲ ਦੇ
जगदेव सिंह संधू होरां नाल नंबर 253 266 6924 253 266 6924। गुरविंदर सिंह गैरी धालीवाल का नंबर है 206 354 4060 206 354 4060 नंबर है गैरी धालीवाल का। सैटल इलाके के लोकल लोड वास्ते हमेशा याद रखो विशिंगटन फ्रेट सर्विस। अंटारियो प्रोविंस होम और ऑटो इंश्योरेंस चाहिए। कनेडा नवे आयो ड्राइविंग या रिन्यूएबल होने वाली है। होम और ऑटो इंश्योरेंस के मतलब तुरंत संपर्क करो। भैन राणी मनदीप कौर का नंबर है 647 615 5000 647 615 5000। फेसबुक से जुड़े ने भैन हरविंदर जौहल, बाबा जीरा, सतिंदर सिंह रंधावा, दलवीर सिंह रंधावा, तरलोचन कलेर, मक्खन सिंह पोरेवाल अपने सबसक्राइबर भी ने बाई जी। अनवर अंसारी अहमदगढ़ तो, बटारी कलां तो जसवीर सिंह, गोल्डी सुखविंदर भंगू कपूरथला तो, गुरदीप सिंह टिवाणा थैंक यू। गैवी बंदेशा ते नैक्सल औजला साहब। अफसोस के अज औजला साहब के बहुत नज़दीकी सुखा पंडोरी बाई जी दुनिया तो रुखसत हो गए। चढ़दी वरेस दे विच परिवार नूं वैगरू पाना मनण दा बल बख्शे ते पंडोरी साहब की आत्मा नूं सुकून मिले जिथे भी वसदे ने। ते सुख पंगू साहब थैंक यू। हाँ यूट्यूब ते दिक्कत आई सी। रजिंदर धालीवाल, गुरमुख सिंह, गुरभेज सिंह संधू ते रघुवीर सिंह बाई जी यूके तो, हरविंदर सिंह बराड़ थैंक यू। ते इसी तरह जे तुसी बेकरसफील्ड इलाके जा रहे हो मारो अपने ट्रक ट्रालियां नूं ब्रेक यूनीयन विलेज ट्रक स्टॉप ते जिथे नाल बनया होया इंडियन रेस्टोरेंट जो देसी घ्यो दे परांठे बहुत लजीज छकाउंदे ने। होर भी तुसी उत्ते भारतीय विदेशी खाणिਆਂ दा आनंद लै सकदे हो। इत्थे तुसी ट्रक तो आ सकदे हो, डीजल पवा सकदे हो। ये उसे जगह ते अदारा जिथे पहला ट्रक यूनीयन स्कूल हुंदा सी ते इत्थे एड्रैस है 2201 100 यूनीयन एवेन्यू बेकरसफील्ड कैलीफोर्निया जिप कोड 93307। रोडवेज ट्रांसपोर्ट वाले सुखी घुमन होरां दा यह अदारा है जिन्हां दा नंबर है 661 304 7500 661 304 7500। अमेरिकन टैक्स फर्मां दे विच 5 साल तो वध काम करन दे तजर्बे याफ्ता CPA तरसेम सिंह गिल अमेरिका दे पढ़े लिखे ने। न्यूजर्सी के लागे ईस्टर्न सिटी पेंसिल्वेनिया दे विच वसदे ने जिन्हां कोलों तुसीं इंडिविजुअल बिजनेस व्यापार की कोई भी रिटर्न भरवा सकदे हो। किसी रिश्तेदार नूं अमेरिका मंगवाउणा, इमीग्रेशन का कोई काम, ग्रीन कार्ड, वर्क परमिट, स्पाउस केस लेना तां भी सुआवां तरसेम सिंह गिल तो लै सकदे हो। नंबर है 484 764 9861 484 764 9861। अपने पुराने स्रोते हरबंस सिंह गिल ने, उन्होंने बेटे ने तरसेम सिंह गिल। सो अपना जिक्र करने ते होर रियायत मिलेगी। ते साडे प्रोग्राम सोमवार तो लैके शनिवार तक भारतीय समा सवेरे 6 बजे तो लैके 8 बजे तक ते शाम नूं 6:30 तो 8:30 बजे तक पटियाला स्टूडियो चों आपां तुहाडे नाल जुड़दे हां। ते राजनीतिक चर्चा दे वास्ते एडवोकेट सुरेंद्र सिंह अपने नाल जुड़दे ने। तुसीं इस प्रोग्राम नूं सुनना तां अपनी वैबसाइट है tiwanaradio.com। इस वैबसाइट ते तुहानूं अपने जिहड़े वक्-वक् लिंक ने अपनी आईफोन ते एंड्राइड ऐप्स ने जिहड़ियां उन्हां दे लिंक मिलणगे, इंस्टॉल करो। ते इस तो अलावा उत्थे तुहानूं टिवाणा रेडियो का फेसबुक पेज, यूट्यूब पेज का लिंक मिलेगा। जरूर लाइक करो, सबसक्राइब करो, शेयर करो अगे ते बैल आइकन दबाओ तां जो तुहानूं नोटिफिकेशन मिल जाए जदों यूट्यूब ते लाइव होने आ। ते प्रोग्राम भी अजकल रिकॉर्ड करके 2 पार्ट बना के पाईदा क्योंकि लाइव च कई बारी दिक्कत है, आवाज़ रुक जाती है, फिर उन्नी देर दिक्कत आती है, डाउनलोड भी नहीं होंदा। सो इस करके रिकॉर्ड करके पाईदा जिन्नी देर लाइव है ठीक है, उस तो बाद प्राइवेट कर देने इन्नी थोड़ी तुहानूं सुविधा होंदी है। तो इस करके प्लीज़ दोबारा जिथों छड्डिया उत्थे दोबारा तुसीं सुनना जां क्वालिटी की बेहतरी के वास्ते तुसीं रिकॉर्डर प्रोग्राम सुनिया करो। साडा नंबर है जे WhatsApp के जरिए तुसीं ये लिंक मंगवाने आ प्रोग्राम दे, वो नंबर है 98 763 09655 9876309655। यही अपना संपर्क नंबर है। अमेरिका दे विच कॉल टू लिसन नंबर है 667 930 9260 667 930 9260। इसी तरह अपने नाल एक श्रोते जुड़े ने, उन्हां नाल सांझ पाइए ते कुछ एक जिहड़े यूट्यूब ते सज्जन आ उन्हां दा जिक्र कर दईए। सिंह कुलजीत सर बराड़ बाई जी पाकसर मुक्तसर तो, मनदीप सिंह इंसान गेमिंग थैंक यू, सुखविंदर सिंह भंगू कपूरथले वाले,
ਅਮਰਿੰਦਰ ਸਿੰਘ ਸਵਾਗਤ ਹੈ ਜੀ ਤੁਹਾਡਾ ਵੈਲਕਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਏਜੰਟ ਬਾਰੇ ਦੱਸਿਆ ਸੀ ਏਜੰਟ ਦਾ ਫੜਿਆ ਗਿਆ ਹਾਂਜੀ ਏਜੰਟ ਬਾਰੇ ਤੁਹਾਨੂੰ ਦੱਸਿਆ ਨਾ ਏਜੰਟ ਫਰਾਡ ਕੀਤਾ ਸੀ 2 ਲੱਖ ਰੁਪਏ ਦਾ ਅੱਛਾ ਹਾਂ ਤੁਹਾਡੇ ਨਾਲ ਕੋਈ ਫਰਾਡ ਆਇਆ ਸੀ ਕੀ ਬਣਿਆ ਉਸ ਕੇਸ ਦਾ ਤੁਹਾਡੇ ਦਾ ਉਹ ਭਾਈ ਏਜੰਟ ਦਾ ਡੇਟ ਦਾ ਫਰਕ ਹੋ ਗਿਆ ਮਹੀਨਾ 1.5 ਹੋ ਗਿਆ ਡੇਟ ਏਜੰਟ ਨੂੰ ਫਰਕ ਹੁਣ ਅਰੈਸਟ ਹੋ ਗਿਆ ਉਹ ਕੀ ਨਾਂ ਸੀ ਏਜੰਟ ਦਾ ਕਿੱਥੋਂ ਦਾ ਸੀ ਇਹ ਜਿਹਨੇ ਠੱਗੀ ਲਾਈ ਸੀ ਤੁਹਾਡੇ ਨਾਲ ਇਹ ਭਾਈ ਨਵੇਂ ਸ਼ਹਿਰ ਦਾ ਸੀਗਾ ਤੇ ਅੱਛਾ ਕੀ ਨਾਂ ਸੀ ਇਹਦਾ ਥੋੜੀ ਆਵਾਜ਼ ਕਲੀਅਰ ਨਹੀਂ ਆ ਰਹੀ ਥੋੜੀ ਜੀ ਚਰਨਦਾਸ ਸੀਗਾ ਭਾਈ ਚਰਨਦਾਸ ਤੁਹਾਡਾ ਕੀ ਨਾਂ ਆ ਬੰਦਾ ਰਾਜ ਹਾਂਜੀ ਰਾਜਪੂਰਾ ਅੱਛਾ ਰਾਜਪੂਰਾ ਜੀ ਤੇ ਇਹ ਫਿਰ ਤੁਹਾਡੇ ਪੈਸਿਆਂ ਦਾ ਕੀ ਬਣਿਆ ਤੁਹਾਡੇ ਹੀ ਜਿਹੜੀ ਤੁਸੀਂ ਕੇਸ ਲਾਇਆ ਸੀ ਉਸੇ ਕੇਸ 'ਚ ਫੜਿਆ ਗਿਆ ਜਾਂ ਕੋਈ ਹੋਰ ਕੇਸ 'ਚ ਫੜਿਆ ਗਿਆ ਇੱਥੇ ਫੜਿਆ ਗਿਆ ਭਾਜੀ ਚਲੋ ਤੇ ਫਿਰ ਪੈਸੇ ਪੂਸੇ ਦੇਣ ਦਾ ਕੋਈ ਬਣਿਆ ਤੁਹਾਡਾ ਕਿੰਨੇ ਪੈਸੇ ਕਿੱਥੇ ਜਾਣ ਲਈ ਇਸਨੇ ਲਏ ਸੀਗੇ ਤੁਹਾਡੇ ਤੋਂ ਚੱਲਦਾ ਸਹੀ ਕਹਿੰਦਾ ਸਾਨੂੰ ਬਾਹਰ ਪਹੁੰਚਾਉਣਾ ਕੋਈ ਫਰਾਂਸ ਕਹਿੰਦੇ ਪਹੁੰਚਾ ਦੂੰਗਾ ਮੈਂ ਤੁਹਾਨੂੰ ਡਾਕਟਰ ਕਹਿੰਦੇ ਮੈਂ ਪਹੁੰਚਾਉਂਗਾ ਇਹ ਪਤਾਇਆ ਨਹੀਂ ਤਾਂ ਠਗੀ ਮਾਰੀ ਸਾਡੇ ਨਾਲ ਇਹਨੇ ਮੇਰੇ ਭਰਾ ਉਹਨਾਂ ਨੇ ਅਰੈਸਟ ਹੋ ਗਿਆ ਹੋਣਾ ਨਾ ਚਲੋ ਇਹ ਭਾਈ ਪੈਸੇ ਦੇਣ ਨੂੰ ਨਹੀਂ ਮੰਨਦਾ ਹੈਗਾ ਫੋਨ ਵੀ ਕੀਤਾ ਸੀ 1-2 ਵਾਰ ਇਹਦੇ ਪਿੰਡੋਂ ਕਿਸੇ ਨੇ ਕਹਿੰਦਾ ਸਰਪੰਚ ਕੋਈ ਪੈਸੇ ਨੂੰ ਦੇਣ ਚ ਮੰਨਦਾ ਹੈਗਾ ਕਹਿੰਦਾ ਮੈਂ ਸਜ਼ਾ ਤੱਕ ਪੈਸੇ ਨਹੀਂ ਛੱਡੇ ਕਹਿੰਦਾ ਦੇਣੀ ਹੈਗੇ ਜੋ ਕਹਿੰਦਾ ਕਰਨਾ ਸਜ਼ਾ ਕੱਟ ਲਾਂਗਾ ਹਾਂ ਇਹ ਘਰ ਆਈਦਾ ਵੀ ਫੋਨ ਆ ਸੀ ਇਹਦੀ ਦਾ ਤੇ ਪੈਸੇ ਨਹੀਂ ਕੋਈ ਦੇਣ ਚ ਮੰਨਦਾ ਹੈਗਾ ਕਹਿੰਦਾ ਮੈਂ ਪੈਸੇ ਨਹੀਂ ਤੁਹਾਨੂੰ ਦੇਣਾ ਜੋ ਕਰਨਾ ਕਰ ਲਓ ਪੈਸੇ ਨੇ ਮੈਂ ਤੁਹਾਡਾ ਕੋਈ ਵੀ ਦੇਣਾ ਹੈਗਾ ਵੈਰੀ ਬੈਡ ਚਲੋ ਉਮੀਦ ਕਰੀਏ ਜੇ ਤੁਹਾਡਾ ਇਨਸਾਫ ਤੁਹਾਨੂੰ ਮਿਲਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਰਾਜ ਜੀ ਮਿਹਰਬਾਨੀ ਥੈਂਕ ਯੂ ਸੋ ਇਹ ਨੌਜਵਾਨ ਹੈ ਕਾਫੀ ਪਰੇਸ਼ਾਨ ਸੀ ਇਹ ਵੀ ਤੇ ਇਹਨਾਂ ਦੇ ਮਦਰ ਵੀ ਚਰਨਦਾਸ ਨੇ ਕੋਈ ਏਜੰਟ ਨਵਾਂ ਸ਼ਹਿਰ ਦੇ ਜਿਹੜੇ ਹੁਣ ਅਰੈਸਟ ਕਰਵਾਏ ਨੇ ਸੋ ਬੜਾ ਅਫਸੋਸ ਹੈ ਕਿ ਇੰਨੀਆਂ ਠੱਗੀਆਂ ਲੱਗ ਰਹੀਆਂ ਨੇ ਸੁਚੇਤ ਸਾਨੂੰ ਰਹਿਣਾ ਚਾਹੀਦਾ ਠੱਗਾਂ ਨੇ ਠੱਗੀ ਮਾਰਨੀ ਹੈ ਪਰ ਸਾਨੂੰ ਵੀ ਬਚਾਅ ਇਸ ਦੇ ਵਿੱਚ ਕਰਨਾ ਚਾਹੀਦਾ ਖੈਰ ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਨੂੰ ਅੱਜ ਦਾ ਪ੍ਰੋਗਰਾਮ ਦੋਸਤੋ ਇੱਥੇ ਹੀ ਸਮਾਪਤ ਕਰਨ ਦੀ ਦਿਵਾ ਗਿਆ ਸਵੇਰੇ ਫਿਰ ਭਾਰਤੀ ਸਮਾਂ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੁਹਾਡੇ ਨਾਲ ਰਾਬਤਾ ਬਣੇਗਾ ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ ਸ਼ਬਾ ਖੈਰ ਸਤਿ ਸ਼੍ਰੀ ਅਕਾਲ ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ